ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:18 ਹੋਏ ਨੇ ਤੇ 3 ਜੂਨ ਦਾ ਦਿਨ ਵਰਾ 2022 ਦਾ ਸ਼ੁੱਕਰਵਾਰ ਹੈ। 21 ਜੇਠ ਨਾਨਕ ਸੰਮਤ 554 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਗੀਤ ਸਿੰਘ ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਸਰਦਾਰ ਨਵਕਿਰਨ ਸਿੰਘ ਪੱਤੀ ਨਾਲ ਬੈਠੇ ਨੇ। ਗੱਲਬਾਤ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਤੇ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਇੰਟਰਵਿਊ ਤੇ ਫਿਰ ਤੀਸਰੇ ਘੱਲੂ ਘਾਰੇ ਦੀ ਤੀਸਰੀ ਜਿਹੜੀ ਕੜੀ ਹੈ ਨਾ ਚੌਥੀ ਕੜੀ ਤੁਹਾਡੇ ਸਨਮੁਖ ਹੋਏਗੀ ਤੇ ਸੋਮਵਾਰ ਨੂੰ ਇਸ ਨੂੰ ਸਮਾਪਤ ਕਰਾਂਗੇ। ਕੋਸ਼ਿਸ਼ ਕਰਾਂਗਾ ਅੱਜ 3 ਦੀ ਰਾਤ ਹੈ ਕਿਉਂਕਿ 4 ਨੂੰ ਸਵੇਰੇ 4 ਵਜੇ ਪਹਿਲਾ ਜਿਹੜਾ ਗੋਲਾ ਹੈ ਉਹ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਭਾਰਤੀ ਫੌਜਾਂ ਵੱਲੋਂ ਮਾਰਿਆ ਗਿਆ ਸੀ। ਉਸ ਦੇ ਬਾਰੇ 4, 5, 6 ਦੇ 3 ਦਿਨਾਂ ਦੀ ਜਿਹੜੇ 72 ਘੰਟੇ ਦਾ 48 ਘੰਟੇ ਰਾਦਰ 6 ਤੱਕ ਸਵੇਰੇ ਜਿਹੜੀ ਫੁੱਲ ਸਕੇਲ ਆਰਮੀ ਆਪਰੇਸ਼ਨ ਉਹਦੇ ਵਿੱਚ ਕੀ ਹੋਇਆ, ਕਿਹੜੇ ਪਾਸਿਓਂ ਕਿਹੜੀ ਜਿਹੜੀ ਕੁਮਕ ਬਣਨ ਦੀ ਕਿਸੇ ਨੇ ਕੋਸ਼ਿਸ਼ ਕੀਤੀ, ਵਖਤਰਬੰਦ ਗੱਡੀਆਂ ਅਤੇ ਵਿਜੇਤਾ ਟੈਂਕ ਜਿਹੜੇ ਨੇ ਉਹ ਕਿਸ ਤਰ੍ਹਾਂ ਛਾਉਣੀ ਦੇ ਵਿੱਚੋਂ ਫਿਰ ਕੂਚ ਕਰਕੇ ਵਖਤਰਬੰਦ ਗੱਡੀਆਂ ਕਰਫਿਊ ਵਾਲੇ ਸ਼ਹਿਰ ਦੇ ਵਿੱਚ ਸੜਕ ਤੋਂ ਆ ਰਹੀਆਂ ਨੇ ਅਤੇ ਬੁੰਗਿਆਂ ਦੇ ਉੱਪਰ ਟੈਂਕੀਆਂ ਦੇ ਉੱਪਰ ਵੱਡੇ ਗੋਲੇ ਤੋਪ ਦੇ ਕਿਵੇਂ ਸੁੱਟੇ ਗਏ। ਕਤਲਗਾਹ ਜਿਹੜੀਆਂ ਪੌੜੀਆਂ ਨੇ ਘੰਟਾ ਘਰ ਵਾਲੇ ਪਾਸਿਓਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਅਤੇ ਫਿਰ ਜਦ ਮੂਲੋਂ ਹੀ ਹੱਦ ਹੋ ਗਈ ਅਤੇ ਫਿਰ ਵਿਜੇਤਾ ਟੈਂਕ 3 ਸਿੱਧੇ ਜਿਹੜੇ ਨੇ ਗੋਲੇ ਮਾਰਨ ਲੱਗੇ ਅਕਾਲ ਤਖਤ ਸਾਹਿਬ ਅਤੇ ਫਿਰ ਉਸ ਤੋਂ ਬਾਅਦ ਵੀ ਯੋਧਿਆਂ ਨਿਕਲ ਕੇ ਬਾਹਰ ਮੀਰੀ ਪੀਰੀ ਦੇ ਉਹਨਾਂ ਨਿਸ਼ਾਨ ਸਾਹਿਬ ਦੇ ਥੱਲੇ ਕੌਮ ਦੇ ਮਹਾਨ ਜਥੇਦਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਸ਼ਹੀਦੀ ਦਿੱਤੀ। ਭਾਈ ਅਮਰੀਕ ਸਿੰਘ ਉਹਨਾਂ ਨੇ, ਬਾਕੀ ਯੋਧਿਆਂ ਨੇ। ਇਸ ਦੀ ਕਹਾਣੀ, ਇਸ ਦੇ ਬਾਰੇ ਤੱਥ ਨੇ ਜਿਹੜੇ ਅੰਦਰਲੇ ਉਹ ਕਦੇ ਬਾਹਰ ਨਹੀਂ ਆਉਣੇ। ਮਿਲਟਰੀ ਨੇ ਕਦੇ ਆਪਣਾ ਨੁਕਸਾਨ ਨਹੀਂ ਦੱਸਣਾ। ਜਨਰਲ ਬਰਾੜ ਦੀਆਂ ਗੱਲਾਂ ਪਰ ਚਸ਼ਮਦੀਦ ਗਵਾਹਾਂ ਦੀਆਂ ਗੱਲਾਂ ਜਿਹੜੀਆਂ ਸਰਦਾਰ ਭੱਠਲ ਵੱਲੋਂ ਕੀ ਦੱਸਿਆ ਗਿਆ, ਮੁਖਤਿਆਰ ਸਿੰਘ ਮੁਖੀ ਵੱਲੋਂ ਕੀ ਦੱਸਿਆ ਗਿਆ, ਜਿਹੜਾ ਕੁਛ ਅੱਖੀਂ ਉਹਨਾਂ ਨੇ ਵੇਖਿਆ। ਸਰਦਾਰ ਕਰਤਾਰ ਸਿੰਘ ਭੱਠਲ ਉਹਨਾਂ ਦੀ ਗੱਲ ਸੁਣਨ ਵਾਲੀ ਹੈ। ਜੇ YouTube 'ਤੇ ਪਾਓ ਸਰਦਾਰ ਕਰਤਾਰ ਸਿੰਘ ਭੱਠਲ ਕਿੱਥੇ ਕਿੱਥੇ ਮੋਰਚੇ ਸੀ, ਕਿੱਥੇ ਕਿੱਥੇ LMGਆਂ ਸੀ, ਕਿਸ ਤਰ੍ਹਾਂ 3 ਦਿਨ ਲਗਾਤਾਰ LMG ਦੇ ਨਾਲ ਮੋਢਾ ਲਾ ਕੇ ਯੋਧਿਆਂ ਦੇ ਨਾਲ ਸਾਹਿਬ ਆਪ ਵਿਚਰਦੇ ਰਹੇ ਕਿਉਂਕਿ ਇੱਕ ਧਾਵੀ ਹੋ ਕੇ ਆਇਆ, ਇੱਕ ਅੰਦਰ ਬੈਠੇ ਨੇ। ਇਹ ਤਾਂ 10 ਲੱਖ ਫੌਜ ਦੇ ਨਾਲ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਮੁਕਾਬਲੇ ਨੇ। ਇਸ ਤਰ੍ਹਾਂ ਅਬਦਾਲੀ ਦੌਰਾਨੀ ਕਿੱਥੋਂ ਕਿੱਥੋਂ ਢੁੱਕਦੇ ਰਹੇ। 30 ਯੋਧੇ ਬਾਬਾ ਗੁਰਬਖਸ਼ ਸਿੰਘ ਦੇ ਤਰ੍ਹਾਂ ਗਾਨੇ ਬੰਨ੍ਹ ਕੇ, ਸ਼ਹੀਦੀ ਗਾਨੇ ਬੰਨ੍ਹ ਕੇ ਬੈਰੀ ਨੂੰ ਲਲਕਾਰਦੇ ਰਹੇ। ਅੱਧੀ ਕੌਮ ਨੂੰ ਸ਼ਹੀਦ ਕਰਕੇ ਰਹੀੜੇ ਤੋਂ ਜਦ ਅਬਦਾਲੀ ਗਿਆ ਤਾਂ ਦਰਬਾਰ ਸਾਹਿਬ ਦੇ ਅੰਦਰ 4 ਯੋਧੇ ਬੈਠੇ ਸੀ। ਸੋ ਇਹ ਸਾਹਮਣੇ ਜਿਹੜਾ 18ਵੀਂ ਸਦੀ ਦਾ ਇਤਿਹਾਸ ਸੀ ਉਹਨੂੰ 20ਵੀਂ ਸਦੀ 'ਚ ਯੋਧਿਆਂ ਨੇ ਬਿਲਕੁਲ ਉਸੇ ਤਰ੍ਹਾਂ ਹੀ ਰੂਪਮਾਨ ਕਰ ਦਿੱਤਾ, ਜਿਹਨੂੰ ਸਮਝਣਾ ਬਹੁਤ ਸੌਖਾ ਹੈ ਪਰ ਮਾਡਰਨਿਟੀ ਦੇ ਥੱਲੇ, ਨਵੀਨਵਾਦੀ ਯੁੱਗ ਦੇ ਥੱਲੇ ਸਾਨੂੰ ਇਹ ਲੱਗਦਾ ਵੀ ਗੱਲਾਂ ਹੈ ਨਹੀਂ। ਸਾਨੂੰ ਧਰਮ, ਨੈਤਿਕਤਾ, ਬਹੁਤ ਗੱਲਾਂ ਵਧੀਆ ਕਰਨੀਆਂ ਆਉਂਦੀਆਂ ਇਹਨਾਂ ਦਿਨਾਂ 'ਚ, ਪਰ ਇਸ ਤਰ੍ਹਾਂ ਕਹਾਣੀ ਹੈ ਨਹੀਂ। ਧਰਮ ਬਿਨਾਂ ਕੱਖ ਨਹੀਂ ਹੈ। ਧਰਮ ਬਿਨਾਂ ਸਭ ਦਲੇ ਮਲੇ ਦੁਨੀਆ ਤੁਰੀ ਫਿਰਦੀ ਹੈ। ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਧਰਮ ਕੁਛ ਨਹੀਂ, ਪਰ ਧਰਮ ਬਿਨਾਂ ਕੱਖ ਨਹੀਂ ਹੈ। ਇਹ ਵੀ ਗੱਲ ਸੱਚੀ ਹੈ। ਤੇਰੀ ਦਿੱਖ ਉੱਤੇ ਸਾਰੇ ਹੀ ਧਿਆਨ ਤਣਗੇ, ਤੇਰੀ ਦਿੱਖ ਉੱਤੇ ਸਾਰੇ ਹੀ ਧਿਆਨ ਤਣਗੇ, ਖੁੰਡੇ ਚਾਕੂ ਵੀ ਸੀ ਤਿੱਖੀ ਕਿਰਪਾਨ ਬਣ ਗਏ। ਜਿਸ ਜਗ੍ਹਾ ਉੱਤੋਂ ਤੂੰ ਲੰਘਦਾ ਸੀ ਬਾਬਾ, ਤੇਰੇ ਪਿੱਛੇ ਕਿੰਨੇ ਪੈਰਾਂ ਦੇ ਨਿਸ਼ਾਨ ਬਣ ਗਏ। ਕੋਲੋਂ ਸਿੱਖੀ ਦੇ ਨਾਂ ਲੰਘੇ ਜੋ ਸੀ ਕੋਲਿਆਂ ਦੇ ਵਾਂਗ, ਤੇਰਾ ਬੋਲ ਸੁਣੋ ਹੀਰਿਆਂ ਦੀ ਖਾਣ ਬਣ ਗਏ। ਤੇਰਾ ਪ੍ਰਵਾਨ ਹਰ ਬੋਲ ਖਿੜੇ ਮੱਥੇ ਸਿੰਘਾਂ ਲਈ, ਚੋਬੇ ਬੱਖੀ ਵਿੱਚ ਤੀਰ ਸਨਮਾਨ ਬਣ ਗਏ। ਚੱਪਾ ਰੋਟੀ ਦਾ ਸੀ ਖਾ ਕੇ ਕੀਤੇ ਤਪ ਜੋ ਤੂੰ ਬਾਬਾ, ਅੱਗੇ ਜਾ ਕੇ ਤੇਰੀ ਸੋਚ ਦਾ ਉਹ ਹਾਣ ਬਣ ਗਏ। ਤੇਰੇ ਬੋਲਾਂ ਨੇ ਲਿਆਂਦੇ ਜਿਨ੍ਹਾਂ ਖੂਨਾਂ 'ਚ ਉਬਾਲੇ, ਰਣ ਭੂਮੀ ਵਿੱਚ ਅੱਗ ਦਿਓ ਬਾਣ ਬਣ ਗਏ। ਕਿਹੜਾ ਰੱਖਦਾ ਏ ਚੇਤੇ ਬੜੇ ਕਰ ਗਏ ਨੇ ਕੂਚ, ਸਿੰਘ ਪਾ ਕੇ ਸ਼ਹੀਦੀ ਸਾਡੀ ਸ਼ਾਨ ਬਣ ਗਏ। ਸਿੰਘ ਪਾ ਕੇ ਸ਼ਹੀਦੀ ਸਾਡੀ ਸ਼ਾਨ ਬਣ ਗਏ।
ਰਵੀ ਗਰੇਵਾਲ ਆਲਮਗੀਰ ਵਾਲਾ ਲਿਖਦਾ। ਨਮਕਿਨ ਸਿੰਘ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਅੱਛਾ, ਭਗਵੰਤ ਮਾਨ ਹੋਣੀ ਮੂਸੇ ਪਿੰਡ ਪਹੁੰਚੇ ਫਿਰ? ਜੀ ਗਿੱਲ ਸਾਹਿਬ, ਭਗਵੰਤ ਮਾਨ ਹੋਰੀ ਮੂਸੇ ਪਿੰਡ ਪਹੁੰਚੇ ਜ਼ਰੂਰ, ਪਰ ਪਹੁੰਚੇ ਬਹੁਤ ਜ਼ਿਆਦਾ ਸਖਤ ਸੁਰੱਖਿਆ ਪ੍ਰਬੰਧਾਂ ਦੇ ਵਿੱਚ। ਅੱਛਾ, ਪਿੰਡ ਵਾਸੀਆਂ ਨੇ ਇਸ ਗੱਲ ਨੂੰ ਲੈ ਕੇ ਵਿਰੋਧ ਵੀ ਜ਼ਾਹਰ ਕੀਤਾ। ਗਿੱਲ ਸਾਹਿਬ, ਮੈਂ ਵੀ ਅੱਜ ਮੂਸੇ ਪਿੰਡ ਗਿਆ ਹੋਇਆ ਸੀਗਾ ਔਰ ਮੈਂ ਅੱਖੀਂ ਦੇਖਿਆ ਕਿ ਕਿਸ ਤਰੀਕੇ ਦੇ ਹਾਲਤ ਬਣੀ। ਹਾਲਤ ਗਿੱਲ ਸਾਹਿਬ ਇਹ ਬਣੀ ਵੀ ਅੱਜ ਸਵੇਰੇ ਜਿਹੜਾ ਉੱਥੋਂ ਦਾ ਲੋਕਲ MLA ਆ ਗੁਰਪ੍ਰੀਤ ਸਿੰਘ ਬਨਾਲੀ, ਉਹ ਅਰਲੀ ਮਾਰਨਿੰਗ ਸਿੱਧੂ ਮੂਸੇਵਾਲੇ ਦੇ ਘਰ ਪਹੁੰਚਦਾ ਔਰ ਉਸ ਤੋਂ ਬਾਅਦ ਪੁਲਿਸ ਸਾਰੇ ਪਿੰਡ ਦੇ ਚਾਰੇ ਪਾਸੇ ਬੈਰੀਗੇਡਿੰਗ ਕਰ ਦਿੰਦੀ ਹੈ। ਸਿੱਧੂ ਮੂਸੇਵਾਲੇ ਦੇ ਘਰ ਮੂਹਰੇ ਬੈਰੀਗੇਡ ਲਾ ਕੇ, ਜਿਹੜੇ ਆਪਣੇ ਆਮ ਪਿੰਡਾਂ ਦੇ ਵਿੱਚ ਜਿਹੜੀ ਰਵਾਇਤ ਚੱਲਦੀ ਹੈ ਗੰਦੀ ਸਾਦੀ ਦੁੱਧ ਫੜਾਉਣ ਦੀ, ਜਦੋਂ ਪਿੰਡ ਦੇ ਲੋਕ ਦੁੱਧ ਫੜਾਉਣ ਆਉਂਦੇ ਨੇ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾਂਦਾ, ਕਹਿੰਦੇ ਨਹੀਂ ਜੀ ਤੁਸੀਂ ਅੰਦਰ ਨਹੀਂ ਜਾ ਸਕਦੇ। ਉਸ ਤੋਂ ਬਾਅਦ ਗਿੱਲ ਸਾਹਿਬ ਪਿੰਡ ਦੀਆਂ ਔਰਤਾਂ ਜੋ ਕੰਮ ਧੰਦਾ ਕਰਨ ਜਾਂ ਗਮੀ ਦੇ ਵਿੱਚ ਬੈਠਣ, ਉਹਨਾਂ ਦੇ ਘਰ ਜਾਣਾ ਚਾਹੁੰਦੀਆਂ ਸਵੇਰੇ, ਉਹਨਾਂ ਨੂੰ ਜਾਣ ਨਹੀਂ ਦਿੱਤਾ, ਕਹਿੰਦੇ ਨਹੀਂ ਤੁਸੀਂ ਨਹੀਂ ਜਾ ਸਕਦੇ। ਪਿੰਡ ਦੇ ਜਿਹੜੇ ਲੋਕ ਕੰਮ ਧੰਦਿਆਂ 'ਚ ਖੇਤੀ ਜਾਣਾ ਚਾਹੁੰਦੇ ਸੀਗੇ, ਉਹਨਾਂ ਦੇ ਸਾਰੇ ਰਾਹ ਬੰਦ ਕਰਤੇ। ਉਸ ਤੋਂ ਬਾਅਦ ਕੀ ਹੋਇਆ, ਪਿੰਡ ਵਾਸੀ ਗੁੱਸੇ 'ਚ ਆ ਗਏ ਵੀ ਆਉਣਾ ਭਗਵੰਤ ਮਾਨ ਆਵੇ ਜੀ, ਸਦਕੇ ਆਵੇ, ਕੋਈ ਵੀ ਅਫਸੋਸ ਕਰਨ ਆਵੇ, ਅਸੀਂ ਕਿਹੜਾ ਵਿਰੋਧ ਕਰਦੇ ਹਾਂ ਗਮੀ ਦੇ ਇਸ ਜਿਹੜਾ ਮਾਹੌਲ ਆ ਉਹਦੇ ਵਿੱਚ ਅਸੀਂ ਕਿਸੇ ਲੀਡਰ ਦਾ ਵਿਰੋਧ ਨਹੀਂ ਕਰਦੇ, ਪਰ ਤੁਸੀਂ ਸਾਡੇ ਸਾਰੇ ਪਿੰਡ ਨੂੰ ਐ ਸੀਲ ਕਰਤਾ ਔਰ ਸਾਨੂੰ ਉਸ ਪਰਿਵਾਰ ਦੇ ਨਾਲ ਮਿਲਣ ਨਹੀਂ ਜਾਣ ਦਿੰਦੇ ਅੰਦਰ। ਉਹਨੂੰ ਲੈ ਕੇ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰਤੀ ਮੂਸੇਵਾਲੇ ਦੇ ਘਰ ਦੇ ਸਾਹਮਣੇ ਸਰਕਾਰ ਖਿਲਾਫ। ਔਰ ਉਸ ਤੋਂ ਬਾਅਦ ਗੁਰਪ੍ਰੀਤ ਬਨਾਲੀ ਜਿਹੜਾ ਲੋਕਲ MLA ਆ, ਉਹ ਉੱਥੇ ਆਇਆ, ਲੋਕਾਂ ਨੇ ਵਿਰੋਧ ਕੀਤਾ, ਉਹਨੂੰ ਉੱਥੋਂ ਜਾਣਾ ਪਿਆ। ਫਿਰ ਵੀ ਗਿੱਲ ਸਾਹਿਬ ਪਿੰਡ ਦੇ ਲੋਕਾਂ ਨੂੰ ਚਲੋ ਲਾਈਨ ਕੱਟੀ ਗਈ ਜੀ, ਸ਼ਾਇਦ ਹੁਣੇ ਕੋਸ਼ਿਸ਼ ਕਰਦੇ ਹਾਂ ਦੁਬਾਰਾ ਮਿਲਾਉਂਦੇ ਹਾਂ। ਸਰ ਨਮਕਿਨ ਸਿੰਘ ਜੀ, ਅੱਛਾ ਪਿੰਡ ਵਾਲੇ ਤੰਗ ਹੋ ਗਏ ਵੀ ਇੰਨੀ ਪੁਲਿਸ ਆ ਗਈ। ਮੈਂ ਕੱਲ ਵੇਖ ਰਿਹਾ ਸੀ ਆਥਣੇ ਤੇ SSP ਭੱਜਿਆ ਫਿਰਦਾ ਹੀ ਤੂਰਾ, ਬਹੁਤ ਕੜਕੀ 'ਚ ਸੀ। ਅੱਛਾ ਫਿਰ ਕੀ ਗੱਲ ਬਣੀ? ਫਿਰ ਗਿੱਲ ਸਾਹਿਬ ਪਿੰਡ ਵਾਸੀਆਂ ਨੇ ਵਿਰੋਧ ਕੀਤਾ, ਗੁਰਪ੍ਰੀਤ ਬਨਾਲੀ ਜਿਹੜਾ ਲੋਕਲ MLA ਉਹਨੂੰ ਉੱਥੋਂ ਜਾਣਾ ਪਿਆ। ਉਸ ਤੋਂ ਬਾਅਦ ਫਿਰ ਵੀ ਜਿਹੜੀ ਤਲਵੰਡੀ ਸਾਬੋ ਨੂੰ ਮਾਨਸਾ ਤੋਂ ਸੜਕ ਜਾਂਦੀ ਹੈ, ਜਿਹਦੇ ਤੇ ਮੂਸਾ ਪਿੰਡ ਪੈਂਦਾ, ਉਹਨੂੰ ਦੋਨੇ ਪਾਸੇ ਤੋਂ ਬਲੌਕ ਕਰੀ ਰੱਖਿਆ, ਸਾਰੇ ਰਾਹ ਬੰਦ ਕਰੀ ਰੱਖੇ। ਜਿਹੜੇ ਹੋਰ ਵੱਡੇ ਲੀਡਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਅੱਜ ਦੁੱਖ ਜ਼ਾਹਰ ਕਰਨ ਆਏ ਸੀ, ਜਿਨ੍ਹਾਂ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਸੀ, ਨਿਹੰਗ ਸਿੰਘ ਜਥੇਬੰਦੀਆਂ ਸੀ, ਹੋਰ ਕਈ ਵੱਡੇ ਲੀਡਰ ਸੀ, ਉਹਨਾਂ ਨੂੰ ਵੀ ਪਿੰਡ ਨਹੀਂ ਆਉਣ ਦਿੱਤਾ। 2 ਘੰਟੇ ਵੀ ਕੋਈ ਤੁਸੀਂ ਇੱਥੇ ਹੀ ਖੜੋ ਕਿਉਂਕਿ ਭਗਵੰਤ ਮਾਨ ਸਾਹਿਬ ਆ ਰਹੇ ਆ। ਫਿਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਲਾਈ ਗਈ, ਇੱਕ ਪੂਰੀ ਕੜੀ ਬਣਾਈ ਗਈ। ਫਿਰ ਉਹਦੇ ਵਿੱਚ ਵੀ ਭਗਵੰਤ ਮਾਨ ਆ ਜਿਹੜੇ ਉਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਜ਼ਾਹਰ ਕਰਨ ਪਹੁੰਚੇ। ਫਿਰ ਉੱਥੇ ਉਹਨਾਂ ਨੇ ਗੱਲਬਾਤ ਕੀਤੀ ਔਰ ਵਿਸ਼ਵਾਸ ਦਵਾਇਆ ਪਰਿਵਾਰ ਨੂੰ ਕਿ ਦੋਸ਼ੀਆਂ ਨੂੰ ਜਲਦ ਫੜਿਆ ਜਾਊਗਾ ਔਰ ਹਰ ਸੰਭਵ ਜਿਹੜੀ ਕੋਸ਼ਿਸ਼ ਹੈ ਉਹ ਪੰਜਾਬ ਸਰਕਾਰ ਕਰ ਰਹੀ ਹੈ। ਲੇਕਿਨ ਗਿੱਲ ਸਾਹਿਬ ਹੁਣ ਸਮਝ ਗੱਲ ਜਿਹੜੀ ਨਹੀਂ ਆਈ, ਉਹ ਇਹ ਨਹੀਂ ਆਈ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਲਾਉਣ ਦੀ ਕੀ ਲੋੜ ਸੀ। ਪਿੰਡ ਦੇ ਲੋਕਾਂ ਨੂੰ ਉਹਨਾਂ ਦੇ ਘਰੇ ਦੁੱਧ ਫੜਾਉਣ ਵੀ ਨਹੀਂ ਸਵੇਰੇ ਜਾਣ ਦਿੱਤਾ ਗਿਆ, ਔਰਤਾਂ ਨੂੰ ਕੰਮ ਕਰਨ ਵੀ ਨਹੀਂ ਜਾਣ ਦਿੱਤਾ ਗਿਆ, ਈਵਨ ਗ੍ਰੰਥੀ ਸਿੰਘ ਨੂੰ ਵੀ ਘਰੇ ਨਹੀਂ ਜਾਣ ਦਿੱਤਾ ਗਿਆ। ਇੱਕ ਸਮੇਂ ਤੋਂ ਜਦੋਂ ਲੋਕਾਂ ਨੇ ਵਿਰੋਧ ਕੀਤਾ ਫਿਰ ਜਾਣ ਦਿੱਤਾ ਗਿਆ। ਤਾਂ ਇਹਨਾਂ ਨੇ ਮਤਲਬ ਗੁੱਸਾ ਜਿਹੜਾ ਲੋਕਾਂ ਦਾ ਉਹ ਇੰਨਾ ਜ਼ਾਹਰ ਹੋਇਆ ਕਿ ਫਿਰ ਵੀ ਜੋ ਭਗਵੰਤ ਮਾਨ ਆਇਆ ਉਹਦੇ ਨਾਲ ਮਾਨਸਾ ਜ਼ਿਲ੍ਹਾ ਕੋਈ MLA ਨਹੀਂ ਗਿਆ। ਉਹਦੇ 'ਚ ਉਹਨਾਂ ਨੂੰ ਮਤਲਬ ਡਰ ਸੀ ਕਿ ਲੋਕ ਵਿਰੋਧ ਕਰਨਗੇ, ਕਿਉਂਕਿ ਸਵੇਰੇ ਸਵੇਰੇ ਜਿਹੜਾ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਬੇਲੋੜਾ, ਉਹਦੇ ਤੋਂ ਲੋਕ ਖਫਾ ਸੀ ਜੀ। ਅੱਛਾ, ਛਾਪੇ ਨੇਪਾਲ ਮਾਰਦੇ ਫਿਰਦੇ ਨੇ ਸ਼ੂਟਰ ਲੱਭਣ ਲਈ? ਜੀ ਗਿੱਲ ਸਾਹਿਬ, ਇਹ ਦਿੱਲੀ ਦੀ ਪੁਲਿਸ ਆ ਜਿਹੜੀ ਉਹ ਛਾਪੇਮਾਰੀ ਕਰ ਰਹੀ ਆ, ਕਿਉਂਕਿ ਲਾਰੈਂਸ ਬਿਸ਼ਨੋਈ ਹੈ ਜਿਹੜਾ, ਜਿਹਦੇ ਉੱਤੇ ਇਹ ਹੈਗਾ ਕਿ ਸਿੱਧੂ ਮੂਸੇਵਾਲਾ ਦਾ ਜੇਲ੍ਹ ਦੇ ਵਿੱਚ ਬੈਠ ਕੇ ਪਲੈਨਿੰਗ ਤਹਿਤ ਕਤਲ ਹੋਇਆ, ਉਹ ਦਿੱਲੀ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਔਰ ਦਿੱਲੀ ਪੁਲਿਸ ਉਹ ਤੋਂ ਪੁੱਛਗਿੱਛ ਕਰ ਰਹੀ ਹੈ, ਰਿਮਾਂਡ ਦੇ ਉੱਤੇ ਹੈ। ਔਰ ਉਹਦੇ ਤਹਿਤ ਹੀ ਪੁਲਿਸ ਨੂੰ ਇਹ ਸ਼ੱਕ ਹੋਇਆ ਕਿ ਜਿਹੜੇ ਦੋਸ਼ੀ ਨੇ ਉਹ ਕ੍ਰਾਈਮ ਕਰਕੇ ਕਤਲ ਕਰਕੇ ਸਿੱਧੂ ਮੂਸੇਵਾਲਾ ਦਾ, ਉਹ ਨੇਪਾਲ ਭੱਜੇ ਹੋ ਸਕਦੇ। ਜਿਹਦੋਂ ਦਿੱਲੀ ਪੁਲਿਸ ਦੇ ਵੱਲੋਂ ਨੇਪਾਲ ਦੇ ਵਿੱਚ ਛਾਪੇਮਾਰੀ ਹੈ ਜਿਹੜੀ ਕੀਤੀ ਗਈ ਹੈ। ਇਸ ਤੋਂ ਇਲਾਵਾ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਇੱਕ ਟੀਮ ਮੁਜ਼ੱਫਰਨਗਰ ਦੇ ਵਿੱਚ ਵੀ ਗਈ ਹੈ।
ਔਰ ਇਹ ਵੀ ਪਤਾ ਲੱਗਿਆ ਕਿ ਕੁਝ ਸ਼ੂਟਰਾਂ ਦੀ ਜਿਹੜੀ ਪਛਾਣ ਆ ਉਹ ਵੀ ਕਰ ਲਈ ਗਈ ਹੈ। ਔਰ ਇਹ ਵੀ ਇੱਕ ਹੋਰ CCTV ਫੁਟੇਜ ਸਾਹਮਣੇ ਆਈ ਹੈ, ਇੱਕ ਪੈਟਰੋਲ ਪੰਪ ਤੋਂ ਇਹ ਬਲੈਰੋ ਗੱਡੀ ਦੇ ਵਿੱਚ ਤੇਲ ਪਵਾ ਰਹੇ ਨੇ ਔਰ ਉੱਥੇ ਵੀ ਇੱਕ ਜਿਹੜਾ ਸ਼ੂਟਰ ਹੈਗਾ ਉਹਦਾ ਚਿਹਰਾ CCTV 'ਚ ਸਾਫ਼ ਨਜ਼ਰ ਆਉਂਦਾ, ਉਹਦੀ ਵੀ ਪਛਾਣ ਕਹਿੰਦੇ ਕਰ ਲਈ ਗਈ ਹੈ। ਬਾਕੀ ਗਿੱਲ ਸਾਹਿਬ ਕਾਫੀ ਕੁਛ ਚੱਲ ਰਿਹਾ ਹੈਗਾ, ਇੱਕ ਕਹਿੰਦਾ ਬਿਸ਼ਨੋਈ ਦਾ ਭਾਣਜਾ ਗਾ, ਉਹਦੀ ਕਾਲ ਆਉਂਦੀ ਹੈ ਇੱਕ ਔਰ ਉਹ ਕਹਿੰਦਾ ਵੀ ਅਸੀਂ ਮਾਰਿਆ, ਹਾਲਾਂਕਿ ਹੁਣ ਉਹ ਜਿਹੜੀ ਉਹਦੀ ਆਡੀਓ ਰਿਕਾਰਡਿੰਗ ਹੈ ਉਹਦੇ ਤੋਂ ਵੀ ਜ਼ਾਹਰ ਹੋ ਗਿਆ ਕਿ ਆਵਾਜ਼ ਉਸੇ ਦੀ ਹੈ। ਇਸ ਤੋਂ ਇਲਾਵਾ ਅੱਜ ਗੁਰਲਾਲ ਭਲਵਾਨ ਜਿਹੜਾ ਪਿਛਲੇ ਸਮੇਂ ਦੇ ਵਿੱਚ ਕਤਲ ਹੋਇਆ ਸੀਗਾ ਫਰੀਦਕੋਟ ਇਲਾਕੇ ਦੇ ਵਿੱਚ, ਉਹਦੇ ਪਿਤਾ ਦੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਉਹਨੇ ਵੀ ਕਿਹਾ ਗਾ ਕਿ ਮੇਰੇ ਪੁੱਤ ਦਾ ਵੀ ਜੇ ਇਨਸਾਫ ਮਿਲਿਆ ਹੁੰਦਾ ਤਾਂ ਸਿੱਧੂ ਮੂਸੇਵਾਲੇ ਦਾ ਕਤਲ ਨਾ ਹੁੰਦਾ, ਉਦੋਂ ਦੋਸ਼ੀ ਵੀ ਫੜੇ, ਜਿਸ ਕਰਕੇ ਉਸ ਤੋਂ ਅੱਗੇ ਘਟਨਾਵਾਂ ਜਿਹੜੀਆਂ ਉਹ ਲਗਾਤਾਰਤਾ 'ਚ ਵਾਪਰੀਆਂ ਨੇ। ਉਧਰੋਂ ਇੱਕ BJP ਦਾ ਲੀਡਰ ਜਗਜੀਤ ਸਿੰਘ ਸੁਪਰੀਮ ਕੋਰਟ ਚਲਾ ਗਿਆ, ਉਹਨੇ ਰਾਸਤੇ ਵਿੱਚ ਜਾ ਕੇ CBI ਜਾਂਚ ਦੀ ਮੰਗ ਕੀਤੀ ਹੈ। ਲੇਕਿਨ ਕੁੱਲ ਮਿਲਾ ਕੇ ਗਿੱਲ ਸਾਹਿਬ ਜੇ ਨਿਚੋੜ ਕੱਢਣਾ ਹੋਵੇ ਤਾਂ ਇਹ ਹੈਗਾ ਕਿ 29 ਤਰੀਕ ਦੀ ਘਟਨਾ ਅਜੇ ਤੱਕ ਪੁਲਿਸ ਇਸ ਕੇਸ ਦੇ ਵਿੱਚ ਕੋਈ ਪੂਰੀ ਕਹਾਣੀ ਹੈ ਜਿਹੜੀ ਉਹ ਲੋਕਾਂ ਸਾਹਮਣੇ ਨਹੀਂ ਰੱਖ ਸਕੀ। ਇਹ ਇਸ ਤਰੀਕੇ ਦੇ ਨਾਲ ਕਤਲ ਹੋਇਆ, ਅਸਲੀ ਦੋਸ਼ੀ ਨੇ ਜਿਹੜੇ ਉਹ ਅਜੇ ਤੱਕ ਨਹੀਂ ਫੜੇ ਗਏ। ਇਸ ਤੋਂ ਇਲਾਵਾ ਜਿਹੜੀ ਪਰਿਵਾਰ ਦੀ ਮੰਗ ਸੀ ਕਿ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਈ ਜਾਵੇ, ਉਹਦਾ ਵੀ ਅਜੇ ਗਠਨ ਨਹੀਂ ਹੋਇਆ। ਸੋ ਕੁੱਲ ਮਿਲਾ ਕੇ ਇਹ ਹੈ ਕਿ ਦਿੱਲੀ ਪੁਲਿਸ ਆਪਣੇ ਪੱਧਰ ਦੇ ਉੱਤੇ ਇਨਵੈਸਟੀਗੇਸ਼ਨ ਕਰ ਰਹੀ ਹੈ, ਪੰਜਾਬ ਪੁਲਿਸ ਆਪਣੇ ਪੱਧਰ ਦੇ ਉੱਤੇ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਹਨਾਂ ਨੇ ਬਣਾਈ ਹੋਈ ਆ ਉਹ ਕਰ ਰਹੀ ਆ, ਲੇਕਿਨ ਅਜੇ ਤੱਕ ਜਿਹੜਾ ਗਾ ਉਹ ਕਾਤਲਾਂ ਤੱਕ ਨਹੀਂ ਪਹੁੰਚ ਸਕੀ ਪੁਲਿਸ ਜੀ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ Z ਸਿਕਿਉਰਿਟੀ ਦਿੱਤੀ ਹੈ ਜੀ? ਜੀ ਗਿੱਲ ਸਾਹਿਬ, ਪੰਜਾਬ ਦੇ ਵਿੱਚ ਉਹਨਾਂ ਨੂੰ ਸਿਕਿਉਰਿਟੀ ਮਿਲੀ ਹੋਈ ਸੀਗੀ ਔਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਘਟਾਈ ਗਈ ਹੈ, 4 ਗਨਮੈਨਾਂ ਤੋਂ 2 ਲੈ ਗਏ ਆ, 424 ਜਿਹੜੇ VVIPs ਨੇ ਉਹਨਾਂ ਦੀ ਸਿਕਿਉਰਿਟੀ ਘਟਾਈ ਗਈ। ਉਹਨਾਂ ਦੇ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਆਉਂਦੇ ਸੀ। ਉਸ ਤੋਂ ਬਾਅਦ ਜਦੋਂ ਹੁਣ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਨੇ, ਗ੍ਰਹਿ ਵਿਭਾਗ ਨੇ ਕਿਹਾ ਕਿ ਜਥੇਦਾਰ ਸਾਹਿਬ ਦੀ ਸਿਕਿਉਰਿਟੀ ਅਸੀਂ ਪੁਰਾਣੀ ਬਹਾਲ ਕਰਦੇ ਹਾਂ, ਤਾਂ ਜਥੇਦਾਰ ਸਾਹਿਬ ਨੇ ਸਿਕਿਉਰਿਟੀ ਲੈਣ ਤੋਂ ਇਨਕਾਰ ਕਰ ਦਿੱਤਾ। ਇਸੇ ਦਰਮਿਆਨ ਕੇਂਦਰੀ ਗ੍ਰਹਿ ਮੰਤਰਾਲਾ ਗਾ ਜਿਹੜਾ ਉਹਨਾਂ ਨੇ ਸਮੀਖਿਆ ਕੀਤੀ ਔਰ ਉਹਨਾਂ ਨੇ ਅੱਜ ਆਪਣੇ ਪੱਧਰ ਦੇ ਉੱਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਨੂੰ ਜੈਡ ਸੁਰੱਖਿਆ ਜਿਹੜੀ ਦੇਣ ਦਾ ਆਪਣੇ ਪੱਧਰ ਦੇ ਉੱਤੇ ਫੈਸਲਾ ਲਿਆ। ਉਸ ਤੋਂ ਬਾਅਦ ਜਥੇਦਾਰ ਸਾਹਿਬ ਦਾ ਜਿਹੜਾ ਪ੍ਰਤੀਕਰਮ ਆਇਆ ਗਾ, ਉਹਨਾਂ ਨੇ ਕਿਹਾ ਗਾ ਕਿ ਮੈਨੂੰ ਮੀਡੀਆ ਰਿਪੋਰਟਾਂ ਦੇ ਰਾਹੀਂ ਪਤਾ ਲੱਗਿਆ ਗਾ ਕਿ ਜੈਡ ਸੁਰੱਖਿਆ ਦਿੱਤੀ ਜਾ ਰਹੀ ਆ। ਉਹ ਕਹਿੰਦੇ ਵੀ ਮੈਂ ਜਿਹੜਾ ਪ੍ਰਚਾਰ ਕਰਨ ਦੇ ਲਈ ਵਿਦੇਸ਼ ਵੀ ਜਾਣਾ ਹੁੰਦਾ, ਸੰਗਤਾਂ ਦੇ ਘਰਾਂ ਦੇ ਵਿੱਚ ਵੀ ਜਾਣਾ ਹੁੰਦਾ, ਮੈਨੂੰ ਮਿਲਣ ਵਾਲੀਆਂ ਸੰਗਤਾਂ ਵੀ ਆਉਂਦੀਆਂ, ਇਸ ਕਰਕੇ ਮੈਂ ਸੁਰੱਖਿਆ ਨਹੀਂ ਲੈਣੀ ਚਾਹੁੰਦਾ। ਧੰਨਵਾਦ, ਮੈਨੂੰ ਸੁਰੱਖਿਆ ਦੇਣ ਬਾਰੇ ਸੋਚਿਆ, ਪਰ ਮੈਂ ਸੁਰੱਖਿਆ ਕੀ ਜਿਹੜੀ ਉਹ ਨਹੀਂ ਲਵਾਂਗਾ। ਸੋ ਉਹਨਾਂ ਨੇ ਪੰਜਾਬ ਸਰਕਾਰ ਵਾਲੀ, ਪੰਜਾਬ ਦੇ ਗ੍ਰਹਿ ਵਿਭਾਗ ਵਾਲੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਔਰ ਕੇਂਦਰ ਸਰਕਾਰ ਦੇ ਕੇਂਦਰੀ ਗ੍ਰਹਿ ਵਿਭਾਗ ਵਾਲੀ ਜਿਹੜੀ ਜੈਡ ਸੁਰੱਖਿਆ ਉਹ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਗਾ। ਵੈਸੇ SGPC ਕੋਲੇ ਟਾਸਕ ਫੋਰਸ ਹੈਗੀ ਆ, ਮੈਨੂੰ ਜਥੇਦਾਰ ਸਾਹਿਬ ਦਾ ਫੈਸਲਾ ਗਾ ਜਿਹੜਾ ਉਹ ਠੀਕ ਹੈ। ਨਿਹੰਗ ਸਿੰਘ ਨੇ ਨਾਲ ਬਾਣਿਆਂ ਦੇ ਵਿੱਚ 303 ਰੱਖ ਕੇ ਕੋਲ 315 ਬੋਰ ਤੇ ਉਹਨਾਂ ਦੀਆਂ ਆਪਣੀਆਂ ਜਿਪਸੀਆਂ ਨੇ ਕਰਾਉਣਾ ਕੀ ਆ ਸਮੇਂ ਦੀ ਸਰਕਾਰ ਤੋਂ, ਜਦ ਆਪ ਉਸ ਮੀਰੀ ਪੀਰੀ ਦੇ ਤਖਤ ਦਾ ਜਿਹੜਾ ਮੁੱਖ ਸੇਵਾਦਾਰ ਹੈ ਉਹ ਆਪਣੀ ਸੁਰੱਖਿਆ ਆਪ ਕਰੇ। ਸੁਨੇਹਾ ਹੀ ਗਲਤ ਜਾਂਦਾ ਹੈ। ਅੱਛਾ ਇੱਕ ਦੱਸਿਓ ਜੀ, ਮਾਨ ਸਾਹਿਬ ਨੂੰ ਹੁਣ ਬਹੁਤ ਬਾਪੂ ਕਹਿੰਦੇ ਨੇ, ਜਿਹੜਾ ਆਉਂਦਾ ਗੋਡੇ ਕੋਲ ਬਹਿੰਦਾ ਆ ਕੇ। ਪਹਿਲੀ ਤਾਂ ਗੱਲ ਸਵਾਦ ਇਹ ਆ ਗਿਆ ਵੀ ਜਿਹੜਾ ਬੰਦਾ ਸੱਚ ਕਹਿੰਦਾ ਰਿਹਾ ਸਾਰੀ ਜ਼ਿੰਦਗੀ ਤੇ ਅਖੀਰ ਗੱਲ ਜਿਹੜੀ ਨੇੜੇ ਆ ਖੜੀ, ਹੁਣ ਉਹਦਾ ਵਾਲੇ ਝਾਕਦੇ ਨੇ ਵੀ ਬਾਪੂ ਅਸੀਂ ਤਾਂ ਨਹੀਂ ਖੜਾ ਕਰਨਾ, ਤੈਨੂੰ ਹੀ ਖੜਾ ਕਰ ਦਿੰਦੇ ਹਾਂ ਅਸੀਂ, ਕਿਉਂਕਿ ਕੋਈ ਚੱਲਦਾ ਹੈ ਨਹੀਂ। ਉਹਦੇ ਬਾਅਦ ਆਮ ਆਦਮੀ ਪਾਰਟੀ ਨੇ ਆ ਸਰਪੰਚ ਸਾਹਿਬ ਕਿੱਧਰੋਂ ਲੈ ਜਾਂਦੇ ਕੱਢ ਕੇ, ਇਹਨਾਂ ਦਾ ਨਾਂ ਨੂੰ ਪਹਿਲਾਂ ਤਾਂ ਹੈ ਨਹੀਂ ਸੀ ਕਿਤੇ, ਗੁਰਮੇਲ ਸਿੰਘ ਜੀ। ਜੀ ਗਿੱਲ ਸਾਹਿਬ, ਇਹ ਗੁਰਮੇਲ ਸਿੰਘ ਵਾਕਈ ਕੋਈ ਬਹੁਤਾ ਵੱਡਾ ਲੀਡਰ ਆਮ ਆਦਮੀ ਪਾਰਟੀ ਦਾ ਨਹੀਂ ਹੈ, ਲੇਕਿਨ ਭਗਵੰਤ ਮਾਨ ਦਾ ਸਭ ਤੋਂ ਨੇੜਲਾ ਬੰਦਾ ਹੈ। 36 ਸਾਲ ਦੀ ਉਮਰ ਹੈ, ਬਹੁਤ ਘੱਟ ਉਮਰ ਹੈ ਜੀ, 36 ਸਾਲ ਦੀ ਉਮਰ ਹੈ। ਸੰਗਰੂਰ ਦੇ ਰਣਵੀਰ ਕਾਲਜ ਤੋਂ ਗ੍ਰੈਜੂਏਟ ਹੈ। ਲੇਕਿਨ ਇੱਕ ਗੱਲ ਇਹਦੀ ਜ਼ਰੂਰ ਹੈ, ਪਿਛਲੇ ਸਮੇਂ ਦੇ ਵਿੱਚ ਚਰਚਾ ਗਿਆ ਸੀ, ਘਰਾਚੋਂ ਪਿੰਡ ਪੈਂਦਾ, ਭਵਾਨੀਗੜ੍ਹ ਬਲਾਕ ਦਾ ਸਭ ਤੋਂ ਵੱਡਾ ਪਿੰਡ ਹੈ। ਉਸ ਪਿੰਡ ਕੋਲੇ ਪੰਚਾਇਤੀ ਜ਼ਮੀਨ ਵੀ ਹੈ। ਪੰਚਾਇਤੀ ਜ਼ਮੀਨ ਦੇ ਉੱਤੇ ਜਿਹੜੀ ਕਾਂਗਰਸ ਸਰਕਾਰ ਸੀ ਉਹ ਇੱਕ ਹੌਸਪੀਟਲ ਜਾਂ ਕਾਲਜ ਬਣਾਉਣਾ ਚਾਹੁੰਦੀ ਸੀ। ਉਦੋਂ ਹੀ ਅੜ ਗਏ ਸੀ ਸਰਪੰਚ ਸਾਹਿਬ। ਬਾਕੀ ਸਾਰੇ ਕਾਂਗਰਸੀ ਪੰਚਾਇਤ ਮੈਂਬਰ ਇੱਕ ਪਾਸੇ ਸੀ, ਸਰਪੰਚ ਇੱਕ ਪਾਸੇ ਸੀ, ਆਮ ਆਦਮੀ ਪਾਰਟੀ ਨਾਲ ਸੀ
ਔਰ ਉਸ ਵਕਤ ਜਿਹੜੀ ਜਗ੍ਹਾ ਨਹੀਂ ਦਿੱਤੀ ਗਈ ਸੀਗੀ। ਤਾਂ ਇਹ 2013 ਦੇ ਵਿੱਚ ਆਮ ਆਦਮੀ ਪਾਰਟੀ ਨਾਲ ਗੁਰਮੇਲ ਸਿੰਘ ਸਰਪੰਚ ਜੁੜਿਆ ਸੀ ਔਰ 14 ਦੇ ਵਿੱਚ ਭਗਵੰਤ ਮਾਨ ਦੇ ਲਈ ਪ੍ਰਚਾਰ ਕੀਤਾ। 18 ਦੇ ਵਿੱਚ ਜਿਹੜੀ ਘਰਾਚੋ ਪਿੰਡ ਦੀ ਸਰਪੰਚੀ ਜਿੱਤੀ ਔਰ ਉਸ ਤੋਂ ਬਾਅਦ ਗਿੱਲ ਸਾਹਿਬ ਸਥਿਤੀ ਇਹ ਹੋਈ ਵੀ ਇਹਨਾਂ ਨੂੰ ਸਰਪੰਚੀ ਤੋਂ ਮੁਅੱਤਲ ਵੀ ਕਰ ਦਿੱਤਾ ਗਿਆ ਸੀ ਇੱਕ ਵਾਰ। ਉਹਦਾ ਕਾਰਨ ਸੀਗਾ ਸ਼ਾਇਦ ਜਿਹੜੇ ਬੋਲੀ ਦੇ ਪੈਸੇ ਸੀ ਉਹ ਸਮੇਂ ਸਿਰ ਜਮ੍ਹਾਂ ਨਹੀਂ ਸੀ ਕਰਵਾਏ ਔਰ ਬਾਕੀ ਪੰਚਾਇਤ ਇੱਕ ਪਾਸੇ ਸੀ, ਇਹਨਾਂ ਨੂੰ ਮੁਅੱਤਲ ਕਰ ਦਿੱਤਾ ਸੀ। ਪਰ ਇਹ ਵੀ ਪਤਾ ਲੱਗਾ ਪਿਛਲੇ ਦਿਨਾਂ 'ਚ ਬਾਕੀ ਮੈਂਬਰ ਇਹਨਾਂ ਨੇ ਵੀ ਮੁਅੱਤਲ ਕਰਾਤੇ ਸੀਗੇ। ਤੋ ਘਰਾਚੋ ਵਾਲੇ ਸਰਪੰਚ ਗੁਰਮੇਲ ਸਿੰਘ ਨੂੰ ਜਿਹੜੀ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ, ਟਿਕਟ ਭਗਵੰਤ ਮਾਨ ਨੇ ਹੀ ਦਵਾਈ ਹੈ। ਭਗਵੰਤ ਮਾਨ ਦਾ ਨੇੜਲਾ ਨੌਜਵਾਨ ਸਰਪੰਚ ਹੈ। ਤੇ ਉਧਰੋਂ ਕਾਂਗਰਸ ਗਿੱਲ ਸਾਹਿਬ ਜਿਹੜੀ ਹੈ ਉਹਨੇ ਵੀ ਅਜੇ ਤੱਕ ਉਮੀਦਵਾਰ ਨਹੀਂ ਲਾਇਆ। ਰਾਜਾ ਵੜਿੰਗ ਹੋਰਾਂ ਨੇ ਅੱਜ ਮੀਟਿੰਗ ਵੀ ਸੱਦੀ ਸੀ ਔਰ ਰਾਜੇ ਵੜਿੰਗ ਨੇ ਅੱਜ ਲਿਆਂਦਾ ਗਾ ਕਿ ਸਰਦਾਰਾ ਸਿੰਘ ਜੌਹਲ ਜਿਹੜਾ ਖੇਤੀ ਅਰਥ ਸ਼ਾਸਤਰੀ ਹੈ, ਕਹਿੰਦੇ ਨੇ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਜਿਹੜਾ ਉਹ ਸਿੱਧੂ ਮੂਸੇਵਾਲੇ ਦੇ ਫਾਦਰ ਸਰਦਾਰ ਬਟੌਰ ਸਿੰਘ ਸਿੱਧੂ ਨੂੰ ਜਿਹੜੀ ਚੋਣ ਲੜਾਉਣੀ ਚਾਹੀਦੀ ਆ। ਔਰ ਰਾਜਾ ਵੜਿੰਗ ਹੋਰੀ ਕਹਿੰਦੇ ਕਿ ਮੈਂ ਵੀ ਇਹੀ ਕਹਿਣਾ ਕਿ ਬਾਕੀ ਪਾਰਟੀਆਂ ਨੇ ਜਿਹੜੀਆਂ ਉਹ ਬਲਕਾਰ ਸਿੰਘ ਸਿੱਧੂ ਨੂੰ ਜਿਹੜਾ ਉਹ ਚੋਣ ਲੜਾਉਣ ਔਰ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਨਾ ਚਾਹੀਦਾ। ਸੋ ਉਹ ਉਸ ਪਾਸੇ ਨੂੰ ਤੁਰ ਰਹੇ ਨੇ। ਅਕਾਲੀ ਦਲ ਵਾਲਿਆਂ ਨੂੰ ਪਤਾ ਹੈ ਕਿ ਜੇ ਆਪਦਾ ਉਮੀਦਵਾਰ ਖੜਾ ਕਰਤਾ ਤਾਂ ਵੋਟਾਂ ਵਾਲੀਆਂ ਪੈਣੀਆਂ ਨਹੀਂ ਹੈਗੀਆਂ। ਅੱਗੇ 117 ਚੋਂ 3 ਮਸੀਂ ਜਿੱਤੇ ਨੇ ਔਰ ਉਹ ਇਸ ਹਾਲਤ ਦੇ ਵਿੱਚ ਨੇ ਕਿ ਕਿਸੇ ਸਾਂਝੇ ਪੰਥਕ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ। ਪਹਿਲਾਂ ਉਹਨਾਂ ਨੇ ਬੰਦੀ ਸਿੰਘਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ। ਉਹਨਾਂ ਦੇ ਵਿੱਚੋਂ ਪਹਿਲਾਂ ਕਮਲਜੀਤ ਕੌਰ ਜਿਹੜੀ ਭਾਈ ਰਾਜੋਆਣਾ ਦੀ ਸਿਸਟਰ ਹੈ ਉਹ ਮੰਨ ਵੀ ਗਏ ਸੀ, ਲੇਕਿਨ ਉਹਨਾਂ ਨੇ ਅੱਜ ਜਵਾਬ ਦਿੱਤਾ ਕਿ ਮੈਂ ਚੋਣ ਆ ਜਿਹੜੀ ਨਹੀਂ ਲੜਾਂਗੀ, ਪਰਿਵਾਰਕ ਰੁਝੇਵੇਂ ਨੇ। ਔਰ ਉਹਨਾਂ ਨੇ ਬੀਬੀ ਖਾਲੜਾ ਦੇ ਕੋਲ ਵੀ ਅਕਾਲੀ ਦਲ ਨੇ ਅਪਰੋਚ ਕੀਤੀ ਸੀ, ਉਹਨਾਂ ਨੇ ਵੀ ਚੋਣ ਲੜਨ ਤੋਂ ਇਨਕਾਰ ਕਰਤਾ। ਤਾਂ ਉਸ ਤੋਂ ਬਾਅਦ ਅੱਜ ਸੁਖਬੀਰ ਬਾਦਲ ਸ਼ਾਮੀ ਇੱਕ ਵੱਡਾ ਕਾਫਲਾ ਲੈ ਕੇ ਸਿਮਰਜੀਤ ਸਿੰਘ ਮਾਨ ਦੇ ਘਰ ਜਾ ਪਹੁੰਚੇ ਔਰ ਸੁਖਬੀਰ ਬਾਦਲ ਹੋਰੀ ਪਿਛਲੇ ਕਈ ਦਿਨਾਂ ਤੋਂ ਕਹਿ ਰਹੇ ਨੇ ਕਿ ਸਾਂਝਾ ਪੰਥਕ ਉਮੀਦਵਾਰ ਆ ਜਿਹੜਾ ਉਹ ਐਲਾਨ ਦੇਣਾ ਚਾਹੀਦਾ। ਤਾਂ ਸਿਮਰਜੀਤ ਸਿੰਘ ਮਾਨ ਕਹਿੰਦੇ ਨੇ ਭਾਈ ਮੈਂ ਤਾਂ ਐਲਾਨ ਕਰੀ ਬੈਠਾ ਆਪਦਾ, ਹੁਣੇ ਤਾਂ ਤੁਸੀਂ ਦੇਖੋ। ਤਾਂ ਉਹਦੇ ਚੋਂ ਗਿੱਲ ਸਾਹਿਬ ਹੁਣ ਹਾਲਤ ਲੱਗਦਾ ਹੈਗਾ ਕਿ ਇਹ ਬਣ ਸਕਦੀ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਜਿਹੜਾ ਉਹ ਸਿਮਰਜੀਤ ਸਿੰਘ ਮਾਨ ਹੋਰਾਂ ਨਾਲ ਜਿਹੜੀ ਮੀਟਿੰਗ ਹੋਈ ਆ, ਉਸ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ। ਮੀਟਿੰਗ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਸੀ, ਮੀਟਿੰਗ ਦੇ ਵਿੱਚ ਭੁੰਦੜ ਸਾਹਿਬ ਵੀ ਸੀ, ਮੀਟਿੰਗ ਦੇ ਵਿੱਚ ਕਰਨ ਸਿੰਘ ਕਾਹਨ ਸਿੰਘ ਵਾਲਾ ਵੀ ਸੀ। ਔਰ ਮੀਟਿੰਗ ਤੋਂ ਬਾਅਦ ਜਿੰਨੀ ਕੁ ਗਿੱਲ ਸਾਹਿਬ ਜਾਣਕਾਰੀ ਸਮਝ ਆਉਂਦੀ ਹੈ ਉਹ ਇਹ ਆਉਂਦੀ ਹੈ ਕਿ ਦੋ ਗੱਲਾਂ ਦੇ ਉੱਤੇ ਚਰਚਾ ਹੋਈ। ਕੋਈ ਇੱਕ ਤਾਂ ਸਾਂਝਾ ਪੰਥਕ ਉਮੀਦਵਾਰ ਕੋਈ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ, ਜੇ ਉਹਦੇ ਤੇ ਕਿਸੇ ਤੇ ਸਹਿਮਤੀ ਬਣਦੀ ਹੈ ਤਾਂ ਉਹ ਵੀ ਠੀਕ ਆ। ਅਦਰਵਾਈਜ਼ ਲੱਗਦਾ ਗਾ ਕਿ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਉਹ ਸਿਮਰਜੀਤ ਸਿੰਘ ਮਾਨ ਨੂੰ ਹਮਾਇਤ ਇਲੈਕਸ਼ਨ ਦੇ ਵਿੱਚ ਦੇ ਸਕਦਾ, ਦੇਵੇਗਾ ਔਰ ਬਾਕੀ ਪੰਥਕ ਧਿਰਾਂ ਨੇ ਜਿਹੜੀਆਂ ਉਹ ਵੀ ਹਮਾਇਤ ਦੇ ਸਕਦੀਆਂ ਨੇ। ਤਾਂ ਇਹ ਹਾਲਤ ਆ ਗਿੱਲ ਸਾਹਿਬ 6 ਜੂਨ ਲਾਸਟ ਆ, ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀ। ਦਿਨ ਹੀ ਬਹੁਤ ਥੋੜ੍ਹੇ ਰਹਿ ਗਏ ਔਰ 2 ਦਿਨ ਰਹਿ ਗਏ ਨੋਮੀਨੇਸ਼ਨ ਫਾਈਲ ਕਰਨ ਦੇ। ਇੱਕ ਤਾਂ ਐਤਵਾਰ ਆ ਗਿਆ, ਸ਼ਨੀਵਾਰ ਤੇ ਸੋਮਵਾਰ ਰਹਿ ਗਏ। ਤਾਂ ਅਜਿਹੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਦਿੱਤਾ ਤੇ ਬਾਕੀ ਪਾਰਟੀਆਂ ਦੇਖਦੇ ਆ ਕਿਸ ਤਰ੍ਹਾਂ ਦੀ ਹਾਲਤ ਦੇ ਵਿੱਚ ਜਾਂਦੀਆਂ ਨੇ। ਬਾਕੀ ਇਹ ਗੱਲ ਵਾਕਈ ਠੀਕ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੇ ਚੋਣਾਂ ਆਉਂਦੀਆਂ ਨੇ ਉਹਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਰੋਬਰ ਜੇ ਕੋਈ ਵੱਡਾ ਧੜਾਕਾ ਤਾਂ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਅਗਵਾਈ 'ਚ ਉਤਰ ਸਕਦਾ ਗਾ। ਔਰ ਇਸ ਇਲੈਕਸ਼ਨ ਦੇ ਵਿੱਚ ਵੀ ਜਿਹੜੀ ਲੋਕ ਸਭਾ ਦੀ ਹੋ ਰਹੀ ਆ, ਪੰਥਕ ਹਲਕਿਆਂ ਤੇ ਨਿਗਾਹ ਮਾਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਅਦ ਕੋਈ ਵੱਡਾ ਜਿਹੜਾ ਧੜਾ ਗਾ ਤਾਂ ਉਹ ਸਿਮਰਜੀਤ ਸਿੰਘ ਮਾਨ ਹੋਰਾਂ ਦਾ। ਉਹਦੇ 'ਚੋਂ ਅਕਾਲੀ ਦਲ ਆਪਣੀ ਖੁਰੀ ਹੋਈ ਜਿਹੜੀ ਸਾਖ ਆ ਉਹਨੂੰ ਬਚਾਉਣ ਦੇ ਲਈ ਇਸ ਰਾਹ ਤੁਰ ਸਕਦਾ, ਕਿਉਂਕਿ ਬੀਜੇਪੀ ਵਾਲੇ ਸ਼ਿੰਗਾਰੀ ਬੈਠੇ ਨੇ ਢੀਂਡਸੇ ਦੇ ਮੁੰਡੇ ਨੂੰ। ਔਰ ਉਹ ਅਜੇ 605 ਦੇ ਵਿੱਚ ਢੀਂਡਸਾ ਪਰਿਵਾਰ ਸਿਰਫ ਇਸੇ ਗੱਲ ਕਰਕੇ ਆ ਗਿੱਲ ਸਾਹਿਬ ਕਿ ਬੀਜੇਪੀ ਵਾਲੇ ਕਹਿ ਰਹੇ ਨੇ ਕਿ ਜੇ ਚੋਣ ਲੜਨੀ ਆ ਤਾਂ ਸਾਡੇ ਵਾਲੇ ਚੋਣ ਨਿਸ਼ਾਨ ਤੇ ਲੜ, ਯਾਨੀ ਕਿ ਜੁਆਇਨ ਕਰੋ ਬੀਜੇਪੀ। ਤਾਂ ਇਹ ਨਹੀਂ ਕੰਮ ਚੱਲਣਾ ਵਿਧਾਨ ਸਭਾ ਚੋਣਾਂ ਵਾਲਾ ਵੀ ਆਪਾਂ ਰਲ ਮਿਲ ਕੇ ਜੇ ਜਿਹੜਾ ਆਪਦੇ ਚੋਣ ਨਿਸ਼ਾਨ ਤੇ ਚੱਲ ਪਈਏ। ਤਾਂ ਉਹਦੇ ਚੋਂ ਹੁਣ ਅਕਾਲੀ ਦਲ ਨੂੰ ਵੀ ਲੱਗਦਾ ਵੀ ਜੇ ਪਰਮਿੰਦਰ ਢੀਂਡਸਾ ਚੋਣ ਮੈਦਾਨ ਦੇ ਵਿੱਚ ਆ ਗਿਆ ਤਾਂ ਅਕਾਲੀ ਦਲ ਦੀਆਂ ਜਿਹੜੀਆਂ ਵੋਟਾਂ ਹੈਗੀਆਂ ਨੇ ਥੋੜ੍ਹੀਆਂ ਬਹੁਤੀਆਂ ਹੋਰ ਬਰਲਾਰ ਹੋ ਸਕਦੀਆਂ ਨੇ। ਇਸ ਕਰਕੇ ਸੰਗਰੂਰ ਦੀ ਜਿਮਨੀ ਚੋਣ ਕਾਫੀ ਕੁਛ ਡਿਸਾਈਡ ਕਰੂ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਭਵਿੱਖ ਰਾਜਨੀਤੀ ਦਾ ਰਹਿੰਦਾ, ਇਹਨਾਂ ਰਾਜਨੀਤਿਕ ਪਾਰਟੀਆਂ ਦੀ ਕੀ ਹਾਲਤ ਰਹਿੰਦੀ ਹੈ। ਕਿਉਂਕਿ ਆਮ ਆਦਮੀ ਪਾਰਟੀ ਬਹੁਤ ਜ਼ੋਰ ਸ਼ੋਰ ਨਾਲ ਉੱਤਰ ਰਹੀ ਆ। ਉਹਨਾਂ ਨੂੰ ਲੱਗਦਾ ਕਿ 2 ਵਾਰ ਭਗਵੰਤ ਮਾਨ ਨੇ ਸੀਟ ਜਿੱਤੀ ਆ, ਪੰਜਾਬ 'ਚ 92 MLA ਨੇ, ਸਾਰੇ ਚੋਣ ਮੈਦਾਨ 'ਚ ਉਤਾਰ ਦੇਣੇ ਨੇ, ਕੇਜਰੀਵਾਲ ਨੇ ਗੇੜੇ ਲਾਉਣੇ ਨੇ ਔਰ ਗੁਰਮੇਲ ਸਿੰਘ ਸਰਪੰਚ ਨੂੰ ਚੋਣ ਜਿਤਾਉਣ ਦੇ ਲਈ ਪੂਰਾ ਬਾਹ ਲਾਊਗਾ।
ਤਾਂ ਦੂਸਰੇ ਪਾਸੇ ਸਿਮਰਨਜੀਤ ਸਿੰਘ ਮਾਨ ਨਾਲ ਵੀ ਟੱਕਰ ਹੋ ਸਕਦੀ ਹੈ। ਕਾਂਗਰਸ ਕਿਹਨੂੰ ਲੈ ਕੇ ਆਉਂਦੀ ਆ ਉਹ ਦੇਖਣਾ ਹੋਵੇਗਾ ਜੀ। ਗੁਣਾ ਪੈ ਗਿਆ ਫਿਰ ਤਾਂ ਸਰਪੰਚ ਦਾ। ਤੇ ਅੱਛਾ, ਅਖੀਰਲੀ ਖਬਰ ਦੱਸਿਓ ਜੀ ਕਿ ਸੁਖੀ ਰੰਧਾਵਾ ਹੋਣੀ ਕਹਿੰਦੇ ਨੈਕਸਸ ਬਹੁਤ ਬੜਾ ਗੈਂਗਸਟਰਾਂ ਦਾ ਜੇਲ੍ਹ 'ਚ ਬੈਠਿਆਂ ਦਾ। ਬਿਲਕੁਲ ਜੀ, ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਗਿੱਲ ਸਾਹਿਬ ਇਹ ਗ੍ਰਹਿ ਮੰਤਰੀ ਰਹੇ ਨੇ, ਉਪ ਮੁੱਖ ਮੰਤਰੀ ਰਹੇ ਨੇ। ਜਿਹੜਾ ਗ੍ਰਹਿ ਮੰਤਰੀ ਹੁੰਦਾ ਨਾ ਉਹਦੇ ਕੋਲੇ ਜਾਣਕਾਰੀ ਤਾਂ ਕਾਫੀ ਹੁੰਦੀ ਹੈ ਕਿਉਂਕਿ ਪੁਲਿਸ ਸਾਰੀ ਉਹਦੇ ਅੰਡਰ ਆ ਜਾਂਦੀ ਹੈ, ਜੇਲ੍ਹਾਂ ਆ ਜਾਂਦੀਆਂ ਨੇ। ਤਾਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਨੈਕਸਸ ਬਹੁਤ ਵੱਡਾ ਹੈ। ਉਹ ਕਹਿੰਦਾ ਵੀ ਜੇਲ੍ਹਾਂ ਦੇ ਵਿੱਚ ਬੈਠੇ ਗੈਂਗਸਟਰਾਂ ਨੂੰ ਏਜੰਸੀਆਂ ਮੋਬਾਈਲ ਪ੍ਰੋਵਾਈਡ ਕਰਦੀਆਂ ਨੇ। ਔਰ ਜਿਹੜੀ ਵੱਡੀ ਗੱਲ, ਸੁਖਜਿੰਦਰ ਰੰਧਾਵਾ ਕਹਿੰਦਾ ਮੈਨੂੰ ਪਤਾ ਸੀ ਕਿ ਫਲਾਨੀ ਜੇਲ੍ਹ ਦੇ ਵਿੱਚ ਜਿਹੜਾ ਬੰਦਾ ਬੈਠਾ ਉਹਨੂੰ ਏਜੰਸੀਆਂ ਨੇ ਮੋਬਾਈਲ ਪ੍ਰੋਵਾਈਡ ਕੀਤੇ ਆ। ਕਹਿੰਦੇ ਮੈਂ ਪੁੱਛਿਆ ਵੀ ਇਹ ਨਹੀਂ ਕਰਨੇ ਚਾਹੀਦੇ। ਕਹਿੰਦੇ ਵੀ ਦੇਖੋ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਰਹਿੰਦੀ ਆ। ਸੋ ਦੇਖੀਏ ਕਿਵੇਂ ਦਾ ਸਰਕਲ ਆ। ਇਹਦੇ ਤੋਂ ਸਾਫ਼ ਪਤਾ ਲੱਗਦਾ ਇਹ ਏਜੰਸੀਆਂ। ਕਹਿੰਦਾ ਮੈਂ ਕਿਹਾ ਸੀ, ਗਿੱਲ ਸਾਹਿਬ ਉਹਨਾਂ ਦੀ ਵੀ ਗੱਲ ਹੈ, ਕਹਿੰਦੇ ਮੈਂ ਕਿਹਾ ਸੀ ਵੀ ਡਿਜੀਟਲ ਫੋਨ ਨਾ ਦਿਓ, ਦੂਜੇ ਦੇ ਦਿਓ ਫਿਰ। ਯਾਨੀ ਕਿ ਇਸ ਗੱਲ ਤੇ ਇਨਕਾਰ ਸੁਖੀ ਰੰਧਾਵਾ ਨੇ ਵੀ ਨਹੀਂ ਕੀਤਾ ਵੀ ਜੇਲ੍ਹ ਦੇ ਵਿੱਚ ਕੈਦੀ ਸਾਰੇ ਬਰਾਬਰ ਹੋਣ, ਮੋਬਾਈਲ ਦੇਣ ਦਾ ਕੀ ਮਤਲਬ। ਕਹਿੰਦੇ ਮੈਂ ਕਿਹਾ ਵੀ ਦੂਜੇ ਨਾ ਦਿਓ, ਆਮ ਫੋਨ ਦੇ ਦਿਓ। ਤਾਂ ਇਹ ਤਾਂ ਉਦੋਂ ਵੀ ਵੱਡੀ ਗੱਲ ਆ ਗਈ ਕਿ ਜਿਹੜੇ ਮੰਤਰੀ ਨੇ ਗ੍ਰਹਿ ਵਿਭਾਗ ਜਿਹਦੇ ਅੰਡਰ ਆਉਂਦਾ ਉਹਨੂੰ ਪਤਾ ਹੈ ਕਿ ਜੇਲ੍ਹਾਂ ਦੇ ਵਿੱਚ ਫੋਨ ਜਾ ਰਹੇ ਨੇ, ਕਿਹੜੀ ਏਜੰਸੀ ਦਿੰਦੀ ਆ, ਕਿਵੇਂ ਦਿੰਦੀ ਆ। ਤੇ ਅਗਲੀ ਗੱਲ ਇਹ ਕਿ ਜਿਹੜੀਆਂ ਏਜੰਸੀਆਂ ਫੋਨ ਦਿੰਦੀਆਂ ਨੇ ਫਿਰ ਉਹ ਇਕੱਲੇ ਫੋਨ ਤੇ ਥੋੜ੍ਹੀ ਖੜਨਗੀਆਂ, ਉਹਦਾ ਹਥਿਆਰ ਵੀ ਦੇਣਗੀਆਂ। ਤਾਂ ਇਸ ਕਰਕੇ ਇਹ ਤੋਂ ਸਾਰੀ ਗੱਲ ਸਮਝ ਆਉਂਦੀ ਆ। ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ ਆ। ਜ਼ਿੰਮੇਵਾਰ ਅਹੁਦੇ ਦੇ ਉੱਤੇ ਰਹੇ ਨੇ, ਗ੍ਰਹਿ ਵਿਭਾਗ ਰਿਹਾ ਉਹਨਾਂ ਕੋਲੇ, ਔਰ ਜ਼ਿੰਮੇਵਾਰ ਅਹੁਦੇ ਦੇ ਉੱਤੇ ਹੁੰਦਿਆਂ ਜੇ ਕੋਈ ਬੰਦਾ ਇਹ ਕਹਿ ਰਿਹਾ ਕਿ ਏਜੰਸੀਆਂ ਫੋਨ ਪ੍ਰੋਵਾਈਡ ਕਰਦੀਆਂ ਨੇ ਔਰ ਕਹਿੰਦੀਆਂ ਨੇ ਕਿ ਇਹਨਾਂ ਤੋਂ ਕੰਮ ਲੈਣੇ ਹੁੰਦੇ, ਇਨਫੋਰਮੇਸ਼ਨ ਆਉਂਦੀ ਆ। ਇਨਫੋਰਮੇਸ਼ਨ ਕਿਹੜਾ ਗਿੱਲ ਸਾਹਿਬ, ਉਹਨਾਂ ਨੇ ਕੋਈ ਇਹ ਲੈਣੀ ਆ ਵੀ ਭਾਈ ਹੁਣ ਅਰਥਚਾਰਾ ਕਿੱਧਰ ਨੂੰ ਲੋਟ ਆਊਗਾ। ਇਨਫੋਰਮੇਸ਼ਨ ਕਿਹੜਾ ਉਹਨਾਂ ਨੇ ਇਹ ਲੈਣੀ ਆ ਵੀ ਸ਼ੇਅਰ ਬਾਜ਼ਾਰ ਨੂੰ ਤੇ ਹੁਣ ਡਿੱਗ ਪਿਆ ਕਿਵੇਂ ਅੱਪ ਕਰੀਏ। ਇਨਫੋਰਮੇਸ਼ਨ ਕਿਹੜਾ ਇਹ ਲੈਣੀ ਆ ਵੀ ਡਾਲਰ ਦੇ ਮੁਕਾਬਲੇ ਰੁਪਈਆ ਡਿੱਗ ਰਿਹਾ ਕੀ ਕਰੀਏ। ਇਨਫੋਰਮੇਸ਼ਨ ਇਹੀ ਲੈਣੀ ਆ ਨਾ ਵੀ ਕਿਹੜਾ ਨਸ਼ੇ ਵੇਚ ਰਿਹਾ, ਚਿੱਟਾ ਕਿੱਧਰ ਨੂੰ ਆ ਰਿਹਾ। ਇਨਫੋਰਮੇਸ਼ਨ ਇਹੀ ਲੈਣੀ ਹੈ ਨਾ ਵੀ ਹੁਣ ਕਿਹੜਾ ਇਹਦਾ ਨੰਬਰ ਹੈ ਤੋਂ ਬਾਅਦ। ਤਾਂ ਫਿਰ ਇਹ ਜੇ ਇਨਫੋਰਮੇਸ਼ਨ ਏਜੰਸੀਆਂ ਲੈ ਰਹੀਆਂ, ਇਹਦਾ ਮਤਲਬ ਇਹ ਸਾਰਾ ਕੀਤਾ ਕਰਾਇਆ ਏਜੰਸੀਆਂ ਦਾ ਜੀ। ਧੰਨਵਾਦ ਜੀ। ਸੋਮਵਾਰ ਸਵੇਰੇ ਫੇਰ ਸਾਂਝ ਪਵੇਗੀ ਤੁਹਾਡੇ ਨਾਲ 10:15 ਵਜੇ। ਤੇ ਆਪਣਾ ਖਿਆਲ ਰੱਖਣਾ। ਚੜ੍ਹਦੀ ਕਲਾ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਹੁਣ ਸਰਦਾਰ ਪਰਮਿੰਦਰ ਸਿੰਘ ਥਿੰਕ ਇੰਸ਼ੋਰੈਂਸ ਤੋਂ ਮੇਰੇ ਨਾਲ ਨੇ। ਗੱਲਬਾਤ ਚੱਲੇਗੀ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਨਵਾਂ ਕੀ ਹੋ ਰਿਹਾ ਹੈ ਤੇ ਕੁਛ ਹੋਰ ਖਾਸ ਜਾਣਕਾਰੀ। ਤੇ ਸਰ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਤੁਹਾਨੂੰ ਤੇ ਸਾਰੇ ਸੁਣਨ ਵਾਲਾ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਹੜੀ ਟਰਮ ਇੰਸ਼ੋਰੈਂਸ ਕਹਿੰਦੇ ਹੁੰਦੇ ਹੋ ਥੋੜ੍ਹੀ ਜਿਹੀ ਸਸਤੀ ਹੈ, ਉਹ ਇੱਕੋ ਹੀ ਕਿਸਮ ਦੀ ਹੈ ਸਿਰਫ? ਹਾਂਜੀ ਬਾਈ ਜੀ, ਕਈ ਵਾਰੀ ਆਪਾਂ ਟਰਮ ਇੰਸ਼ੋਰੈਂਸ ਦੀਆਂ ਪ੍ਰਮੋਸ਼ਨਸ ਵੀ ਆਉਂਦੀਆਂ ਨੇ। ਉਸ ਤੋਂ ਬਾਅਦ ਮੇਨ ਇਹੀ ਆਪਣਾ ਹੁੰਦਾ ਵੀ ਉਪਰਾਲਾ ਥਿੰਕ ਇੰਸ਼ੋਰੈਂਸ ਵੱਲੋਂ ਵੀ ਸਹੀ ਚੀਜ਼ਾਂ ਪੇਸ਼ ਸਾਹਮਣੇ ਕੀਤੀਆਂ ਜਾਣ। ਕਈ ਵਾਰੀ ਆਪਾਂ ਐਗਜ਼ਾਮਪਲ ਦਿੰਦੇ ਹਾਂ, ਜੇ ਟਰਮ ਲੱਗਦੀ ਸੇਮ ਹੀ ਆ, ਆਪਾਂ ਕਿਸ਼ਤਾਂ ਵੀ ਸੇਮ ਦੇਖਦੇ ਹਾਂ, ਪਰ ਇਹ ਦੇਖਣਾ ਪੈਣਾ ਆਪਾਂ ਨੂੰ ਕਈ ਵਾਰੀ ਉਸ ਤੋਂ ਬਾਅਦ ਜਦੋਂ ਟਰਮ ਮੁੱਕ ਜਾਣੀ ਹੈ ਫਿਰ ਕੀ ਹੋਣਾ। ਐਗਜ਼ਾਮਪਲ ਜੇ ਕਰਦੇ ਹਾਂ, ਕੋਈ 40 ਸਾਲ ਦਾ ਮੇਲ ਹੈਗਾ, ਜੇ 1 ਮਿਲੀਅਨ ਦੀ ਇੰਸ਼ੋਰੈਂਸ ਕਰਾਉਂਦਾ, 20 ਸਾਲ ਦੀ ਕਿਸ਼ਤ ਹੈ, ਜਾਂ $96 ਮਹੀਨੇ ਦੀ ਕਿਸ਼ਤ ਬਣਦੀ ਐਗਜ਼ਾਮਪਲ। ਜੇ ਹੁਣ ਦੂਜੇ ਪਾਸੇ ਵੀ ਸੇਮ ਕੰਪਨੀ ਦੀ ਕਿਸ਼ਤ ਹੈਗੀ $96-95, ਪਰ ਜਦੋਂ ਟਾਈਮ ਉਹਦਾ ਮੁੱਕ ਜਾਣਾ 20 ਸਾਲਾਂ ਦਾ, ਇੱਕ ਦੀ ਕਿਸ਼ਤ ਹੋ ਜਾਣੀ 20 ਸਾਲਾਂ ਬਾਅਦ ਜਦੋਂ ਇਨਸਾਨ 60 ਸਾਲਾਂ ਦਾ ਹੋ ਗਿਆ $1,871 ਪਰ ਮਹੀਨਾ। ਦੂਜੇ ਪਾਸੇ ਦੂਜੇ ਦੀ ਕਿਸ਼ਤ ਹੋਣੀ $291। ਪਰ ਇਹ ਆ ਵੀ ਹੁਣ ਦੇਖਣ ਦੀ ਲੋੜ ਹੈ ਵੀ ਸਾਨੂੰ ਕਈ ਵਾਰੀ ਆਪਾਂ ਟਰਮ ਦੇਖਦੇ ਹਾਂ ਸਸਤੀ, ਪਰ ਇਹ ਨਹੀਂ ਦੇਖਦੇ ਉਸ ਤੋਂ ਬਾਅਦ ਕੀ ਹੋਣਾ ਜੇ ਸਾਨੂੰ ਚੀਜ਼ ਰੱਖਣੀ ਪੈ ਗਈ। ਹੁਣ ਟਰਮ ਆਪਾਂ ਲੈਣੇ ਕਾਹਤੋਂ ਆ? ਵੱਡਾ ਰਿਸਕ ਛੋਟੀ ਕਿਸ਼ਤ 'ਚ ਕਵਰ ਕਰਨ ਵਾਸਤੇ, ਰਿਸਕ ਕਵਰ ਕਰਨ ਵਾਸਤੇ। ਜੁੜਦਾ ਨਹੀਂ ਕੁਛ ਵੀ, ਪੇ ਐਜ਼ ਵੀ ਗੋ। ਪਰ ਦੂਜੇ ਲੋਟ ਇਹ ਆ ਵੀ ਸਾਨੂੰ ਇਹ ਚੀਜ਼ਾਂ ਨਾਲ ਦੇਖਣਾ ਚਾਹੀਦਾ ਵੀ ਜੇ ਟਰਮ ਸਾਨੂੰ ਰੱਖਣੀ ਹੈ ਉਸ ਤੋਂ ਬਾਅਦ ਇਹਨੂੰ ਪਰਮਾਨੈਂਟ ਚੇਂਜ ਕਰ ਸਕਦੇ ਹਾਂ ਬਗੈਰ ਡਾਕਟਰੀ ਤੋਂ ਬਾਅਦ। ਇਹ ਚੀਜ਼ਾਂ ਦੀ ਖਿਆਲ ਰੱਖਣ ਦੀ ਵੀ ਲੋੜ ਹੈ। ਹਾਂ, ਨਾਲੇ ਹੁਣ ਜਿਹੜੇ ਵਰਕ ਪਰਮਿਟ 'ਤੇ ਵੀ ਨੇ ਉਹ ਆਪਦੀ ਟਰਮ ਇੰਸ਼ੋਰੈਂਸ ਜਾਂ ਪਰਮਾਨੈਂਟ ਇੰਸ਼ੋਰੈਂਸ ਜਿਹੜੀ ਵੀ ਚਾਹੁੰਦੇ ਲੋੜ ਮੁਤਾਬਕ ਲੈ ਸਕਦੇ। ਹੁਣ PR ਵੇਟ ਕਰਨ ਦੀ ਲੋੜ ਨਹੀਂ ਹੈਗੀ। ਟਰਮ ਲੱਗਦੀਆਂ ਸੇਮ ਨੇ ਪਰ ਜਦੋਂ ਕਿਸ਼ਤਾਂ ਸੇਮ ਨੇ, ਪਰ ਉਸ ਤੋਂ ਬਾਅਦ ਐਂਡ ਵਾਲਾ ਵੀ ਪੁੱਛੀਏ ਵੀ ਉਸ ਤੋਂ ਬਾਅਦ ਕੀ ਹੋਊਗਾ ਜਦੋਂ ਟਰਮ ਮੁੱਕ ਜੂਗੀ। ਅੱਛਾ, ਇਸ ਦੇ ਨਾਲ ਹੀ ਕ੍ਰਿਟੀਕਲ ਇਲਨੈਸ ਦੇ ਬਾਰੇ ਕੁਛ ਸਰਵੇਖਣ, ਕੁਛ ਅੰਕੜੇ ਆਏ ਨੇ। ਹਾਂਜੀ ਬਿਲਕੁਲ ਜੀ, ਆਪਾਂ ਅੰਕੜਿਆਂ ਦੀ ਗੱਲ ਕਰਦੇ ਹਾਂ। ਜੇ ਆਪਾਂ ਸਪੈਸ਼ਲੀ ਜਦੋਂ ਗੱਲ ਕਰਦੇ ਹਾਂ ਪ੍ਰੋਸਟੇਟ ਕੈਂਸਰ ਦੀ ਗੱਲ ਕਰਦੇ ਹਾਂ, 7 ਚੋਂ 1 ਮੇਲ ਨੂੰ ਪ੍ਰੋਸਟੇਟ ਕੈਂਸਰ ਹੋਣਾ, ਇਹ ਸਟੈਟ ਨੇ ਜਿਹੜੇ ਹੋਣਾ ਹੀ ਹੋਣਾ ਜੀ। ਜਿਹੜੀ ਹਾਰਟ ਡਿਜ਼ੀਜ਼ ਹੈ, 4 ਚੋਂ 1 ਜਾਣੇ ਨੂੰ
ਕਿਸੇ ਨੂੰ ਹੋਣੀ ਮੇਲ ਜਾਂ ਫੀਮੇਲ ਹੋਣ। ਸਟ੍ਰੋਕ ਹੈ 20 ਚੋਂ ਇੱਕ ਨੂੰ ਹੋਣਾ ਹੀ ਹੋਣਾ। ਜੇ ਵੂਮੈਨ ਦੀ ਆਪਾਂ ਬ੍ਰੈਸਟ ਕੈਂਸਰ ਦੀ ਗੱਲ ਕਰਦੇ ਹਾਂ, 8 ਲੇਡੀਜ਼ ਚੋਂ ਇੱਕ ਨੂੰ ਕਿਸੇ ਨੂੰ ਬ੍ਰੈਸਟ ਕੈਂਸਰ ਹੋਣਾ ਹੀ ਹੋਣਾ। ਇਹ ਜਿਹੜੇ ਸਟੈਟ ਨੇ। ਹੁਣ ਆਪਾਂ ਵੀ ਜੇ ਇਲਨੈਸ ਦੀ ਗੱਲ ਕਰਦੇ ਹਾਂ, ਕਿਉਂਕਿ ਇਹਦਾ ਨਾ ਰੰਗ ਦੇਖਦਾ, ਨਾ ਕੋਈ ਇਹਨਾਂ ਨੇ ਦੇਖਣਾ ਤੁਸੀਂ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦੇ, ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਦੀਆਂ ਬਿਮਾਰੀਆਂ। ਇਹ ਜਦੋਂ ਚੀਜ਼ ਆਉਣੀ ਹੈ, ਪਰ ਉਸ ਤੋਂ ਬਾਅਦ ਜਿਹੜਾ ਸਰਵੇ ਵੀ ਹੋਇਆ, ਇਹ ਚੀਜ਼ਾਂ ਤੋਂ ਬਾਅਦ ਜਿਹੜੇ ਕੋਈ ਚੀਜ਼ਾਂ ਹੋ ਵੀ ਜਾਂਦੀਆਂ ਨੇ, 80% ਲੋਕੀ ਸਟ੍ਰੋਕ ਤੋਂ ਬਚ ਜਾਂਦੇ ਨੇ। ਹੋਣ ਤੋਂ ਬਾਅਦ ਹਾਰਟ ਅਟੈਕ ਤੋਂ ਬਾਅਦ 85% ਲੋਕੀ ਬਚ ਜਾਂਦੇ ਨੇ। ਜੇ ਆਪਾਂ ਹੁਣ ਕੈਂਸਰ ਦੀ ਗੱਲ ਕਰੀਏ, ਕੈਂਸਰ ਤੋਂ ਬਾਅਦ ਵੀ 60% ਜਿਹੜੇ ਲੋਕ ਨੇ ਉਹ ਇਸ ਚੀਜ਼ ਤੋਂ ਬਚ ਜਾਂਦੇ। ਪਰ ਜਦੋਂ ਬਚਦੇ ਨੇ, ਬਚਣ ਤੋਂ ਬਾਅਦ ਸਾਲ ਜਾਂ 2 ਸਾਲ ਸਾਨੂੰ ਲੱਗ ਜਾਂਦੇ ਨੇ ਬੈਕ ਟੂ ਨਾਰਮਲ ਹੋਣ ਵਾਸਤੇ। ਉਦੋਂ ਫਿਰ ਸਾਨੂੰ ਕ੍ਰਿਟੀਕਲ ਇਲਨੈਸ ਦੀ ਲੋੜ ਪੈਂਦੀ ਹੈ। ਜੇ ਅਸੀਂ ਕਰਾਈ ਹੋਈ ਹੈ ਤਾਂ ਸਾਨੂੰ ਪਤਾ ਟੈਕਸ ਫਰੀ ਪੈਸੇ ਮਿਲ ਗਏ। ਫਿਰ ਇਹ ਵੀ ਉਸ ਤੋਂ ਬਾਅਦ ਜੇ ਸਾਨੂੰ ਚਿੰਤਾ ਨਹੀਂ, ਇੱਕ ਬਿੱਲ ਬੱਤੀਆਂ ਤਾਂ ਆਉਂਦੇ ਹੀ ਰਹਿੰਦੇ ਨੇ, ਪਰ ਇਹ ਵੀ ਸਾਨੂੰ ਬਾਕੀ ਤੇ ਇਲਾਜ ਆਪਣਾ ਫਰੀ ਵੀ ਹੋ ਜਾਂਦਾ। ਪਰ ਇਹ ਜਿਹੜੇ ਬਿੱਲ ਬੱਤੀਆਂ ਖਰਚੇ ਸਾਡੇ ਚੱਲੀ ਜਾਣ, ਇਸ ਕਰਕੇ ਇਹ ਜਿਹੜੇ ਅੰਕੜੇ ਨੇ ਆਪਾਂ ਨੂੰ ਇਹ ਕਰਦੇ ਜ਼ਰੂਰ ਆਪਦੇ ਆਪ ਦੀ ਪ੍ਰੋਟੈਕਸ਼ਨ ਲਓ ਜੀ। ਤੇ ਉਸ ਤੋਂ ਬਾਅਦ ਡਿਸੇਬਿਲਟੀ ਇੰਸ਼ੋਰੈਂਸ ਜੀ। ਹਾਂਜੀ, ਜੇ ਡਿਸੇਬਿਲਟੀ ਦੀ ਆਪਾਂ ਗੱਲ ਕਰਦੇ ਹਾਂ, ਡਿਸੇਬਿਲਟੀ 2 ਤਰੀਕੇ ਦੀ ਹੈ ਬਾਈ ਜੀ। ਇੱਕ ਤਾਂ ਇਕੱਲੀ ਸੱਟ ਦੀ ਹੈ, ਤੇ ਇੱਕ ਨਾਲ ਇਕੱਲੀ ਸਿਕਨੈਸ, ਅਸੀਂ ਨਾਲ ਸਿਕਨੈਸ ਵੀ ਐਡ ਕਰ ਸਕਦੇ ਹਾਂ। ਕਈ ਵਾਰੀ ਇਹ ਹੁੰਦਾ ਸਾਨੂੰ ਇਕੱਲੀ ਡਿਸੇਬਿਲਟੀ ਇੱਕ ਲੈ ਕੇ ਅਸੀਂ ਸੋਚਦੇ ਹਾਂ ਵੀ ਸਾਰਾ ਕੁਝ ਹੀ ਕਵਰ ਹੋ ਗਿਆ, ਵਿੱਚ ਸਿਕਨੈਸ ਵੀ ਕਵਰ ਹੋ ਗਈ। ਜਿਹੜੀ ਸੱਟ ਵਾਲੀ ਹੈ ਸਿਰਫ ਉਹਦੇ 'ਚ ਸੱਟ ਹੀ ਕਵਰ ਹੋਊਗੀ। ਸੱਟ ਵੀ ਹੈ ਉਹਦੇ ਵਿੱਚ ਕਈ ਵਾਰੀ ਹੁੰਦਾ ਜਿਹੜੀ ਸੌਫਟ ਟਿਸ਼ੂ ਇੰਜਰੀਆਂ ਹੁੰਦੀਆਂ ਨੇ, ਉਹ ਕੰਪਨੀਆਂ 1 ਜਾਂ 2 ਮਹੀਨੇ ਪੇ ਕਰਦੀਆਂ। ਉਹਦਾ ਮਤਲਬ ਇਹ ਹੈ ਵੀ ਡਾਕਟਰ 'ਤੇ ਬਹੁਤ ਡਿਪੈਂਡ ਕਰਦਾ। ਜਦੋਂ ਅਸੀਂ ਕਲੇਮ ਫਾਈਲ ਕਰਦੇ ਹਾਂ ਤੁਹਾਡੀ ਡਿਸੇਬਿਲਟੀ ਹੈ ਵੀ ਕਿੰਨਾ ਚਿਰ ਤੁਹਾਨੂੰ ਮਿਲੂਗੀ, ਕਿਉਂਕਿ ਡਾਕਟਰ ਦੇ ਨੋਟ ਤੇ ਡਾਕਟਰ ਕਵੇ ਸੌਫਟ ਟਿਸ਼ੂ ਹੈ, ਕੰਪਨੀਆਂ ਮੋਸਟਲੀ 1 ਜਾਂ 2 ਮਹੀਨੇ ਦਿੰਦੀਆਂ, ਜਾਂ ਉਦੋਂ ਬਾਅਦ ਅਸੀਂ ਆਪਸ਼ਨ ਐਡ ਕਰ ਸਕਦੇ ਹਾਂ ਉਹਦੇ 'ਚ ਵੱਧ ਟਾਈਮ ਮਿਲੇ। ਜੇ ਸਿਕਨੈਸ ਵੱਲ ਅਸੀਂ ਜੇ ਗੱਲ ਕਰਦੇ ਹਾਂ, ਸਿਕਨੈਸ ਦੇ ਵਿੱਚ ਕੋਈ ਵੀ ਸਿਕਨੈਸ ਹੋ ਜਾਵੇ, ਆਪਾਂ ਜੇ ਮੈਂਟਲ ਹੈਲਥ ਇਸ਼ੂ ਦੀ ਗੱਲ ਕਰਦੇ ਹਾਂ, ਸਭ ਨਾਲੋਂ ਜ਼ਿਆਦਾ ਕਲੇਮ ਆਉਂਦੇ ਨੇ ਆਪਣੇ ਮੈਂਟਲ ਇਸ਼ੂਜ਼ ਕਰਕੇ। ਕਿਸੇ ਨੂੰ ਕੋਈ ਡਿਪਰੈਸ਼ਨ, ਐਂਗਜ਼ਾਇਟੀ ਹੈਗੀਆਂ, ਇੱਦਾਂ ਦੀ ਤੁਸੀਂ ਜਿਹੜੀ ਡਿਸੇਬਿਲਿਟੀ ਦੇ ਵਿੱਚ ਸਿਕਨੈਸ ਦੇ ਨਾਲ ਕਵਰੇਜ ਹੋ ਸਕਦੀਆਂ। ਹਾਂ, ਇਹ ਉਦੋਂ ਹੀ ਹੋਣੀ ਜਦੋਂ ਸਾਡੀ ਸਿਹਤ ਠੀਕ ਹੈ, ਇਹ ਨਹੀਂ ਉਦੋਂ ਸਿਹਤ ਠੀਕ ਹੋਣ ਤੋਂ ਬਾਅਦ। ਜੇ ਆਪਾਂ ਹੁਣ ਜੇ ਸਟੈਟਸ ਦੀ ਵੀ ਪਹਿਲਾਂ ਆਪਾਂ ਜੇ ਗੱਲ ਕਰਦੇ ਸੀਗੇ, ਜੇ ਆਪਾਂ ਏਜ ਦੇ ਹਿਸਾਬ ਨਾਲ ਵੀ ਦੇਖਦੇ ਹਾਂ, ਤੇ ਜਿਹੜਾ 40 ਤੋਂ ਲੈ ਕੇ 59 ਦੀ ਏਜ ਜਿਹੜੀ ਹੈਗੀ ਹੈ, ਸਾਰਿਆਂ ਨਾਲੋਂ ਜ਼ਿਆਦਾ ਵੱਡੇ ਰਿਸਕ 'ਚ ਉਹ ਹੈਗੇ ਨੇ। ਉਦੋਂ ਬਾਅਦ ਜੇ ਦੇਖਦੇ ਹਾਂ 60 ਤੋਂ ਬਾਅਦ ਰਿਸਕ ਘਟ ਜਾਂਦਾ ਜੀ। ਜੇ 30 ਤੋਂ ਜੇ ਆਪਾਂ 30 ਤੋਂ ਆਪਾਂ 40 ਤੱਕ ਦੇਖਦੇ ਹਾਂ, ਉਦੋਂ ਵੀ ਰਿਸਕ ਘੱਟ ਹੈ, ਤੇ 60 ਤੋਂ ਬਾਅਦ ਵੀ ਰਿਸਕ ਘੱਟ ਹੈ। ਜੇ ਵਿਚਕਾਲੇ ਜਿਹੜਾ ਹੈਗਾ ਜਿਹੜਾ ਹੁੰਦਾ ਲਾਈਫ ਸਟਾਈਲ, ਜਿਹਨਾਂ ਦੀ ਏਜ ਹੈਗੀ ਆ, ਉਹਨਾਂ ਨੂੰ ਸਾਰਿਆਂ ਨਾਲੋਂ ਵੱਡਾ ਰਿਸਕ ਹੈਗਾ ਕੋਈ ਵੀ ਡਿਸੇਬਿਲਿਟੀ ਜਾਂ ਕ੍ਰਿਟੀਕਲ ਇਲਨੈਸ ਹੋਣ ਦੇ, ਕਿਉਂਕਿ ਸਪੈਸ਼ਲੀ ਜਦੋਂ ਸਿਕਨੈਸ ਦੀ ਆਪਾਂ ਗੱਲ ਕਰਦੇ ਹਾਂ ਜੀ। ਅੱਛਾ ਜੀ, ਇਹ ਦੱਸਿਓ, ਇੰਸ਼ੋਰੈਂਸ ਤੁਸੀਂ ਐਡਵਾਈਜ਼ਰ ਹੋ, ਤੁਹਾਡੇ ਰਾਹੀਂ ਸਾਨੂੰ ਸਾਰੀ ਗੱਲਬਾਤ ਦਾ ਪਤਾ ਲੱਗਣਾ, ਅਤੇ ਅਸੀਂ ਤੁਹਾਡੇ ਰਾਹੀਂ ਕਾਗਜ਼ ਪੱਤਰ ਦਿੱਤੇ ਆ। ਕੱਲ੍ਹ ਨੂੰ ਜਦ ਕਲੇਮ ਦਾ ਚੱਕਰ ਪੈਂਦਾ, ਫਿਰ ਐਡਵਾਈਜ਼ਰ ਦਾ ਕਿਵੇਂ ਪਤਾ ਲੱਗਦਾ ਵੀ ਕਿਹੜਾ ਐਡਵਾਈਜ਼ਰ ਕੀ ਕਰਦਾ? ਹਾਂਜੀ ਬਿਲਕੁਲ ਜੀ। ਜਦੋਂ ਕਲੇਮ ਦੇ ਟਾਈਮ ਜਦੋਂ ਕਾਗਜ਼ ਪਰ ਚੀਜ਼ ਵੇਚਣੀ ਤਾਂ ਸੌਖੀ, ਜੋ ਉਦੋਂ ਬਾਅਦ ਜੇ ਕੋਈ ਕਲੇਮ 'ਚ ਹੈਲਪ ਕਰਦੇ ਨੇ, ਕਲੇਮ ਆਉਂਦਾ ਹੈ ਉਹਨੂੰ ਕਿੱਦਾਂ ਹੈਂਡਲ ਕਰਨਾ, ਜੇ ਕਲੇਮ ਡਿਨਾਈ ਹੋ ਜਾਂਦਾ ਕਿੱਦਾਂ ਹੈਂਡਲ ਕਰਨਾ, ਕੰਪਨੀਆਂ ਦੇ ਕਿੱਦਾਂ ਤੁਸੀਂ ਪ੍ਰੈਸ਼ਰ ਪਾ ਸਕਦੇ ਹੋ, ਜਿਹੜਾ ਚੀਜ਼ ਤੁਸੀਂ ਸਹੀ ਤਰੀਕੇ ਨਾਲ ਹੈਗੀ ਹੈ। ਹਾਂ, ਜਿਹੜੀ ਚੀਜ਼ ਸਹੀ ਨਹੀਂ ਹੈਗੀ ਕਿ ਸਾਹਿਬ ਜੇ ਡਾਕਟਰ ਨੇ ਰਿਪੋਰਟ ਕੋਈ ਹੋਰ ਲਿਖੀ, ਆਪਾਂ ਕੁਝ ਹੋਰ ਕਹਿੰਦੇ ਹਾਂ, ਉਦੋਂ ਬਾਹਲੇ ਪੰਗੇ ਪੈਂਦੇ ਜੀ। ਜਦ ਤੱਕ ਜਦੋਂ ਤੁਸੀਂ ਆ ਵੀ ਜਿਹੜਾ ਐਡਵਾਈਜ਼ਰ ਦਾ ਅਸਲੀ ਉਦੋਂ ਹੀ ਪਤਾ ਲੱਗਦਾ ਜਦੋਂ ਕਲੇਮ ਆਉਂਦੇ ਨੇ। ਕਲੇਮ ਆਉਣ ਤੋਂ ਬਾਅਦ ਕੰਪਨੀਜ਼ ਵੀ ਦੇਖਦੀਆਂ ਨੇ, ਜਦੋਂ ਤੁਹਾਨੂੰ ਜਿਹੜਾ ਵੋਲਿਊਮ ਆਉਂਦਾ, ਵੋਲਿਊਮ ਦੇ ਹਿਸਾਬ ਨਾਲ ਤੁਹਾਡਾ ਜਿਹਨੂੰ ਪ੍ਰਾਇਓਰਿਟੀ ਕਰਦੀਆਂ ਨੇ ਵੀ ਇਹਨਾਂ ਦੇ ਜਿਹੜੇ ਕੇਸ ਨੇ, ਕਿਉਂਕਿ ਵੋਲਿਊਮ ਦੇ ਹਿਸਾਬ ਨਾਲ ਹੀ ਹੈ ਸਾਰਾ ਕੁਛ। ਹਰੇਕ ਚੀਜ਼ ਮਾਨਤਾ ਉਸੇ ਹਿਸਾਬ ਨਾਲ ਹੀ ਹੁੰਦਾ। ਜੇ ਕੰਮ ਕਰਦੇ ਹੋ ਤਾਂ ਅਗਲੇ ਤੁਹਾਨੂੰ ਸੁਣਦਾ, ਜੇ ਕੰਮ ਹੀ ਨਹੀਂ ਕਰਦੇ ਤਾਂ ਘਰੇ ਵੀ ਪੁੱਛਗਿੱਛ ਨਹੀਂ ਹੁੰਦੀ ਜੀ। ਇਸ ਕਰਕੇ ਵੀ ਜਦੋਂ ਵੀ ਕੋਈ ਕਲੇਮ ਆਉਂਦਾ ਆ ਐਡਵਾਈਜ਼ਰ ਦਾ, ਉਦੋਂ ਹੀ ਆ ਪੇਪਰ ਵਰਕ ਕੁਛ ਵੀ ਅਸੀਂ ਕੋਈ ਵੀ ਭਾਵੇਂ ਸੁਪਰਵਾਈਜ਼ਰ ਦਾ ਹੋਵੇ, ਡਿਸੇਬਿਲਟੀ ਦਾ ਹੋਵੇ, ਇਹ ਆ ਵੀ ਸਾਡਾ ਅਸਲੀ ਕੰਮ ਇਹੀ ਹੁੰਦਾ, ਪੇਪਰ ਭਰਨੇ ਨੇ ਮਿੰਟੋ ਮਿੰਟ ਹੀ। ਇਹ ਨਹੀਂ ਵੀ ਉਸ ਤੋਂ ਬਾਅਦ ਫੋਨ ਨਹੀਂ ਚੱਕਣਾ ਜੀ, ਉਦੋਂ ਹੀ ਅਸਲੀ ਐਡਵਾਈਜ਼ਰ ਦਾ ਕੰਮ ਸ਼ੁਰੂ ਹੁੰਦਾ ਜੀ। ਅੱਛਾ ਜੀ, ਇੱਕ ਜਿਹੜੇ ਟਰੱਕਰਸ ਨੇ ਉਹਨਾਂ ਨੂੰ ਤੁਸੀਂ ਨਾ ਡਿਸੇਬਿਲਟੀ ਇੰਸ਼ੋਰੈਂਸ ਬਾਰੇ ਬਹੁਤ ਮੁੜ ਕੇ ਕਹਿੰਦੇ ਹੋ, ਅਤੇ ਬਈ ਤੁਹਾਡਾ ਜਿਹੜੀ ਡਿਸੇਬਿਲਟੀ ਇੰਸ਼ੋਰੈਂਸ ਹੈ ਇਹ ਜ਼ਰੂਰੀ ਹੈ। ਘਰਾਂ ਦੇ ਖਰਚੇ ਨੇ, ਸੱਟ ਪੇਟ ਲੱਗ ਜਾਂਦੀ ਹੈ, ਉੱਪਰ ਉਤਰਨਾ, ਥੱਲੇ ਜਾਣਾ ਕਿਤੇ। ਡਿਸੇਬਿਲਟੀ ਇੰਸ਼ੋਰੈਂਸ ਕਿਹਨੂੰ ਕਵਰ ਕਰ ਸਕਦੇ ਹੋ? ਘਰ ਦੇ ਵਿੱਚ ਜੇ ਕੋਈ ਕੰਮ ਕਰਨ ਵਾਲਾ ਬੰਦਾ ਘਰੇ ਘਾਹ ਕੱਟਣ ਲੱਗਿਆ, ਉੱਥੇ ਸੱਟ ਲੱਗ ਗਈ, ਕੀ ਉਹ ਵੀ ਕਵਰ ਹੈ?
ਹਾਂਜੀ ਗਿੱਲ ਸਾਹਿਬ ਬਹੁਤ ਵਧੀਆ ਕੁਐਸਚਨ ਪੁੱਛਿਆ ਜੀ। ਕਈ ਵਾਰੀ ਸਾਨੂੰ ਐ ਹੁੰਦਾ ਵੀ ਜੇ ਸਾਡੇ ਵਰਕ ਸੇਫ ਕਵਰ ਹੈ ਤੇ ਸਾਰਾ ਕੁਝ ਹੀ ਕਵਰ ਹੈ ਜੀ। ਵਰਕ ਸੇਫ ਹੈ ਸਿਰਫ ਵਰਕ ਤੇ ਹੀ ਕੰਮ ਤੁਹਾਨੂੰ ਕਵਰੇਜ ਕਰਦੀ ਹੈ, ਪਰ ਹਾਂ ਜੇ ਕੰਮ ਤੇ ਸਾਨੂੰ ਸੱਟ ਲੱਗਦੀ ਹੈ ਵਰਕ ਸੇਫ ਬਾਰੇ ਆਪਾਂ ਨੂੰ ਹੁਣ ਬਾਕੀ ਸਾਰਿਆਂ ਨੂੰ ਪਤਾ ਜਿਨ੍ਹਾਂ ਨੇ ਉਸ ਚੀਜ਼ ਨਾਲ ਐਕਸਪੀਰੀਅੰਸ ਕੀਤਾ ਹੋਇਆ। ਪਰ ਜਿਹੜੀ ਤੁਸੀਂ ਆਪਦੀ ਪਰਸਨਲ ਡਿਸੇਬਿਲਿਟੀ ਲੈਂਦੇ ਹੋ ਜੀ ਉਹ ਤੁਹਾਡੀ 24 ਘੰਟੇ ਕਵਰੇਜ ਹੈ। ਡਜ਼ਨਟ ਮੈਟਰ ਤੁਸੀਂ ਘਰੇ ਘਾਹ ਕੱਟ ਰਹੇ ਹੋ, ਤੁਸੀਂ ਜੇ ਯੋਗਾ ਕਰਨ ਗਏ ਹੋ ਜਾਂ ਤੁਸੀਂ ਭਾਵੇਂ ਰਨਿੰਗ ਕਰਦੇ ਹੋ, ਬੱਚਿਆਂ ਨਾਲ ਖੇਡ ਰਹੇ ਹੋ, ਕਿਤੇ ਵੀ ਸੱਟ ਲੱਗ ਜਾਵੇ ਤੁਹਾਡੀ ਕਵਰੇਜ ਹੈ। ਭਾਵੇਂ ਤੁਸੀਂ 1 ਵੀਕ ਆਫ ਹੋ, 2 ਵੀਕ ਆਫ ਹੋ, 24 ਘੰਟੇ ਤੁਹਾਡੀ ਕਵਰੇਜ ਹੈਗੀ ਹੈ। ਜੇ ਹੁਣ ਤੁਹਾਡੇ ਟਰੱਕ ਦੀਆਂ ਕਿਸ਼ਤਾਂ ਨੇ, ਸਪੈਸ਼ਲੀ ਹੁਣ ਆਪਾਂ ਟਰੱਕ ਦੀਆਂ ਕਿਸ਼ਤਾਂ ਦੀ ਗੱਲ ਕਰਦੇ ਹਾਂ, 3 ਤੋਂ 4 ਹਜ਼ਾਰ ਟਰੱਕ ਦੀ ਕਿਸ਼ਤੀ ਹੈ, ਉਹ ਸਾਰੀਆਂ ਚੀਜ਼ਾਂ ਅਸੀਂ ਆਪਦੇ ਹਿਸਾਬ ਨਾਲ ਕਵਰ ਕਰ ਸਕਦੇ ਹਾਂ। ਕਈ ਵਾਰੀ ਇਨਕਮ ਤੋਂ ਵੱਧ ਸਾਡੀਆਂ ਜਿਹੜੇ ਖਰਚੇ ਹੁੰਦੇ ਨੇ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਸਾਡਾ ਪੇ ਚੈੱਕ ਤਾਂ ਪ੍ਰੋਟੈਕਟ ਹੈਗਾ ਹੀ ਆ, ਜਿਹੜੀਆਂ ਲੋਨ ਦੀਆਂ ਕਿਸ਼ਤਾਂ ਨੇ ਉਹ ਵੀ ਨਾਲ ਅਸੀਂ ਪ੍ਰੋਟੈਕਟ ਕਰ ਸਕਦੇ ਹਾਂ। 24 ਘੰਟੇ ਕਵਰੇਜ। ਹਾਂ ਵਰਕ ਸੇਫ ਜਦੋਂ ਵੀ ਕੋਈ ਇੱਦਾਂ ਦੀ ਸਾਡੇ ਕੋਲ ਪੋਲਿਸੀਜ਼ ਵੀ ਹੈਗੀਆਂ ਵਰਕ ਸੇਫ ਨਾਲ ਨਹੀਂ ਇਨਵੋਲਵ ਹੋਣਗੀਆਂ ਜਦੋਂ ਕਲੇਮ ਮਿਲਦਾ, ਪਰ ਕਈ ਵਾਰੀ ਇਹ ਵੀ ਮੋਸਟਲੀ ਇਹੀ ਡਿਜ਼ਾਈਨ ਉਸ ਤਰੀਕੇ ਨਾਲ ਕਰਦੇ ਹਾਂ ਵੀ ਦੋਵਾਂ ਪਾਸੋਂ ਸਾਨੂੰ ਪੈਸੇ ਮਿਲ ਜਾਣ ਜੀ। ਸੁਪਰ ਵੀਜ਼ੇ ਦੇ ਇੰਸ਼ੋਰੈਂਸ ਦਾ ਬੜਾ ਚੱਕਰ ਹੈ ਜੀ। ਬੜਾ ਮਾਪੇ ਲੋਕ ਵੀ ਡਰ ਰਹੇ ਨੇ ਵੀ ਜੇ ਕਿਤੇ ਮੈਡੀਕਲ ਦਾ ਕੋਈ ਚੱਕਰ ਪੈ ਗਿਆ ਅਸੀਂ ਕੀ ਕਰਾਂਗੇ। ਇਹਦੇ ਬਾਰੇ ਸਮਝਾ ਕੇ ਜਾਓ ਜੀ ਅਖੀਰ 'ਚ। ਪਹਿਲੀ ਗੱਲ ਤਾਂ ਹੈ ਜੀ ਜ਼ਰੂਰ ਉਹਨਾਂ ਦੀ ਸਿਹਤ ਪੁੱਛੋ ਪਹਿਲਾਂ, ਆਉਣ ਤੋਂ ਪਹਿਲਾਂ ਕੋਈ ਦਵਾਈ ਲੈ ਰਹੇ ਨੇ ਨਹੀਂ ਲੈ ਰਹੇ, ਫਿਰ ਉਦੋਂ ਬਾਅਦ ਆਪਾਂ ਕਿਸ਼ਤ ਬਾਰੇ ਪਤਾ ਕਰੋ। ਪਹਿਲਾਂ ਆਪਾਂ ਇਹ ਨਾ ਦੇਖੀਏ ਵੀ ਕਿਸ਼ਤ ਕਿੰਨੀ ਹੋਊਗੀ, ਵੀ ਉਦੋਂ ਜਦੋਂ ਲੋੜ ਪਵੇ ਇੱਕ ਤਾਂ $1,00,000 ਦੀ ਸਾਨੂੰ ਰਿਕੁਆਇਰਮੈਂਟ ਹੈਗੀ ਹੈ, ਉਦੋਂ ਵੱਧ ਵੀ ਲੈ ਸਕਦੇ ਹਾਂ, 1.5 ਦੀ, 2 ਦੀ, 2.5 ਦੀ, 3 ਦੀ, ਜਿੰਨੀ ਵੀ ਆਪਾਂ ਨੂੰ ਲੋੜ ਮੁਤਾਬਕ ਸਾਨੂੰ ਜ਼ਰੂਰਤ ਆ ਅਸੀਂ ਉਸ ਚੀਜ਼ 'ਤੇ ਅਸੀਂ ਆਪਦੀ ਇੰਸ਼ੋਰੈਂਸ ਲੈ ਸਕਦੇ ਹਾਂ। ਕਿਉਂਕਿ ਕਈ ਵਾਰੀ ਜਿਹੜੀ ਐਲੀਜੀਬਿਲਿਟੀ ਦੇ ਕੁਐਸਚਨ ਨੇ, ਚੀਜ਼ਾਂ ਸਾਰੀਆਂ ਕਵਰ ਨੇ ਕੰਪਨੀਆਂ ਦੇ ਵਿੱਚ, ਇਹ ਨਹੀਂ ਵੀ ਇੱਕ ਚੀਜ਼ ਨਹੀਂ ਕਵਰ ਹੈਗੀ ਦੂਜੀ ਨਹੀਂ, ਪਰ ਐਜ਼ ਲੌਂਗ ਹੈ ਸਾਡੀ ਜਿਹੜੀ ਐਲੀਜੀਬਿਲਿਟੀ ਰਿਕੁਆਇਰਮੈਂਟ ਆ ਉਹ ਪੂਰੀ ਹੋਵੇ, ਕਿਸੇ ਨੂੰ ਟਰਮੀਨਲ ਇਲਨੈਸ ਨਾ ਹੋਈ ਹੋਵੇ, 12 ਮਹੀਨਿਆਂ 'ਚ ਆਕਸੀਜਨ ਨਾ ਲੱਗੀ ਹੋਵੇ, ਜਾਂ ਕੋਈ ਹਾਰਟ ਫੇਲੀਅਰ ਨਾ ਹੋਇਆ ਹੋਵੇ, ਜਾਂ ਕੋਈ ਇੱਦਾਂ ਦੀ ਟਰੀਟਮੈਂਟ ਜਾਂ ਕੈਂਸਰ ਦੀ ਜਾਂ ਲਿਵਰ ਦੀ ਕੋਈ ਟਰੀਟਮੈਂਟ ਜਿਹੜੀ ਚੱਲ ਰਹੀ ਹੈ, ਉਹ ਚੀਜ਼ਾਂ ਆਪਾਂ ਭਾਵੇਂ ਪਾਲਿਸੀ ਆਪਾਂ ਲੈ ਲਈ ਦੱਸਿਆ ਨਹੀਂ, ਜਦੋਂ ਉਦੋਂ ਬਾਅਦ ਆਪਾਂ ਪਾਲਿਸੀ ਲਈ ਵੀ ਹੋਈ ਹੈ, ਕਿਉਂਕਿ ਕਲੇਮ ਬਹੁਤ ਜ਼ਿਆਦਾ ਵੱਡੇ ਹੋ ਜਾਂਦੇ ਨੇ। 2-2 ਲੱਖ ਤੱਕ ਤੁਸੀਂ ਪਿਛਲੇ 2 ਵੀਕਾਂ ਪਹਿਲਾਂ ਗੱਲ ਕਰਦੇ ਸੀ, ਕਿਉਂਕਿ ਇਹ ਵਾਕਿਆ ਹੀ ਜਦੋਂ ਐਡੇ ਵੱਡੇ ਕਲੇਮ ਹੁੰਦੇ ਨੇ ਉਹਨਾਂ ਨੇ ਹਸਪਤਾਲਾਂ ਦਾ ਪੈਸੇ ਪੂਰੇ ਕਰਨੇ ਹੀ ਨੇ, ਕਿਉਂਕਿ ਉਦੋਂ ਤੱਕ ਉਹਨਾਂ ਨੇ ਹਸਪਤਾਲ 'ਚੋਂ ਨਿਕਲ ਨਹੀਂ ਦੇਣਾ ਜਦ ਤੱਕ ਇਨਸਾਨ ਨੂੰ ਠੀਕ ਨਹੀਂ ਹੋ ਜਾਂਦਾ। ਸੁਪਰ ਵੀਜ਼ਾ ਹੋਣਾ ਵੀ ਮੰਥਲੀ ਪੇਮੈਂਟ ਆਪਸ਼ਨ, ਇਹ ਨਹੀਂ ਵੀ ਹੁਣ ਸਾਰੇ ਪੈਸੇ ਇਕੱਠੇ ਵਾਰੀ ਦੇਣੇ। ਥਿੰਕ ਇੰਸ਼ੋਰੈਂਸ ਵਾਲੇ ਵੀ ਆਪਸ਼ਨ ਅਵੇਲੇਬਲ ਹੈ ਜੀ, ਆਪਾਂ ਮੰਥਲੀ ਕਿਸ਼ਤਾਂ ਕਰ ਸਕਦੇ ਹਾਂ। ਮੰਥਲੀ ਕਿਸ਼ਤਾਂ ਨਾਲ ਹੈ ਵੀ ਜਿੰਨਾ ਚਿਰ ਦੇਈ ਜਾਂਦੇ ਆ, ਮਹੀਨੇ ਦੇ ਪੈਸੇ ਜਦੋਂ ਪਹਿਲਾਂ ਉੱਠ ਕੇ ਕਿਸ਼ਤਾਂ ਜਾਣੀਆਂ ਬੰਦ ਹੋ ਜਾਣੀਆਂ, ਤੇ ਆਪਣੀਆਂ ਆਪਸ਼ਨ ਅਵੇਲੇਬਲ ਨੇ। ਸੁਪਰ ਵੀਜ਼ਾ ਦੇ ਬੈਸਟ ਰੇਟ ਥਿੰਕ ਇੰਸ਼ੋਰੈਂਸ ਤਾਂ ਆਪਾਂ ਹੁਣ ਲੈ ਸਕਦੇ ਹਾਂ ਜੀ। ਅਖੀਰ ਦੇ ਵਿੱਚ ਕੋਈ ਆਪਣਾ ਫੋਨ ਨੰਬਰ ਵਗੈਰਾ ਜੀ, ਕੰਟੈਕਟ ਇਨਫੋਰਮੇਸ਼ਨ ਦੇ ਕੇ ਜਾਓ। ਹਾਂਜੀ ਬਿਲਕੁਲ ਜੀ। ਥਿੰਕ ਇੰਸ਼ੋਰੈਂਸ ਦੇ 3 ਆਫਿਸ ਨੇ ਜੀ, ਸਰੀ 'ਚ, ਐਬਰਟਸਫੋਰਡ 'ਚ ਖੁਸ਼ਦੀਪ ਸਿੰਘ ਸਰਾਂ ਹੁੰਦੇ ਨੇ, ਤੇ ਕੈਲਗਰੀ 'ਚ ਰਮਨਦੀਪ ਸਿੰਘ ਸੋਹਤਾ। ਨੰਬਰ ਮੇਰਾ ਹੈਗਾ ਜੀ ਪਰਮਿੰਦਰ ਸਿੰਘ ਥਿੰਦ ਦਾ 604 828 7213। ਜੇ ਨੰਬਰ ਨਹੀਂ ਨੋਟ ਕਰ ਰਿਹਾ ਗੂਗਲ 'ਚ ਸਿਰਫ ਤੁਸੀਂ ਸਰਚ ਹੀ ਕਰਨਾ ਜੀ ਥਿੰਕ ਇੰਸ਼ੋਰੈਂਸ। ਬਾਕੀ ਸਾਡੀਆਂ ਸਾਰੀ ਜਿਹੜੀਆਂ ਸਰਵਿਸਿਜ਼ ਨੇ ਅਵੇਲੇਬਲ ਹੈਗੀਆਂ। ਆਇਰਲੈਂਡ 'ਚ ਤੁਸੀਂ ਕਿਸੇ ਵੀ ਸੁਣ ਰਹੇ ਹੋ, ਸਪੈਸ਼ਲੀ ਵਿਕਟੋਰੀਆ ਦਾ ਧੰਨਵਾਦ ਕਰਦੇ ਹਾਂ, ਸਾਨੂੰ ਬਹੁਤ ਕਾਲਸ ਆਉਂਦੀਆਂ ਉੱਥੋਂ ਵਿਕਟੋਰੀਆ ਤੋਂ, ਡੰਕਨ, ਨਾਇਮੋ, ਕਿਤੇ ਵੀ ਤੁਸੀਂ ਆਇਰਲੈਂਡ 'ਤੇ ਹੈਗੇ, ਕਿਉਂਕਿ ਔਨਲਾਈਨ ਇੰਟੀਰੀਅਰ 'ਚ ਕਿਤੇ ਵੀ ਅਲਬਰਟਾ ਸਾਨੂੰ ਥਿੰਕ ਇੰਸ਼ੋਰੈਂਸ ਕਾਂਟੈਕਟ ਕਰ ਸਕਦੇ ਹੋ 604 828 7213। ਕੋਈ ਵੀ RRSP ਹੋਵੇ, RRSP ਹੋਵੇ, RESP ਦਾ ਕੋਈ ਕੁਐਸਚਨ ਹੋਵੇ, ਤੁਹਾਡੀ ਡਿਸੇਬਿਲਿਟੀ ਦਾ ਜਾਂ ਸੁਪਰ ਵੀਜ਼ੇ ਦਾ, ਘਰੇ ਬੈਠੇ ਹੀ ਤੁਸੀਂ ਆਪਦੀ ਇੰਸ਼ੋਰੈਂਸ ਸਾਡੀਆਂ ਤੋਂ ਲੈ ਸਕਦੇ ਹੋ। ਨਾਲੇ ਇਹ ਵੀ ਜੀ ਸਾਨੂੰ ਫੋਨ ਕੀਤਾ ਸੀ, ਉਸ ਤੋਂ ਬਾਅਦ ਇਹ ਨਹੀਂ ਵੀ ਫੋਨ ਤੇ ਫੋਨ ਹੀ ਕਰੀ ਜਾਣਾ, ਨਾ ਹੀ ਅਸੀਂ ਡਰਾਮਾ 'ਚ ਨਾ ਪਾਉਣੇ, ਨਾ ਹੀ ਅਸੀਂ ਕਹਿੰਦੇ ਜੀ ਕੋਈ ਚੀਜ਼ਾਂ ਡਾਊਨਲੋਡ ਕਰੋ। ਜੇ ਚੀਜ਼ਾਂ ਡਾਊਨਲੋਡ ਕਰਦੇ ਤੁਹਾਡੀ 24 ਘੰਟੇ ਤੁਸੀਂ ਟਰੈਕ ਹੁੰਦੇ ਹੋ, ਕਿੱਥੇ ਤੁਸੀਂ ਰਹਿੰਦੇ ਹੋ, ਕਿਹੜਾ ਤੁਹਾਡਾ ਐਡਰੈਸ ਹੈ, ਕਿੱਥੇ, ਕਿਉਂਕਿ ਇਹ ਚੀਜ਼ਾਂ ਅਸੀਂ ਕੰਮ ਬਿਲਕੁਲ ਨਹੀਂ ਕਰਦੇ। ਨਾ ਹੀ ਅਸੀਂ ਜਦੋਂ ਕੰਮ ਸ਼ੁਰੂ ਕੀਤਾ ਇੰਸ਼ੋਰੈਂਸ ਓਲਾ ਚੱਕਣ ਦਾ ਸਾਡਾ ਕੰਮ ਹੈ ਜੀ, ਤਾਂ ਹੀ ਥਿੰਕ ਇੰਸ਼ੋਰੈਂਸ। ਧੰਨਵਾਦ ਗਿੱਲ ਸਾਹਿਬ ਅਗੇਨ ਹੈਵਿੰਗ ਔਨ ਸ਼ੋ ਜੀ। ਧੰਨਵਾਦ ਜੀ, ਬਹੁਤ ਬਹੁਤ ਸ਼ੁਭ ਸ਼ਾਮਾਂ, ਥੈਂਕ ਯੂ। ਸਰ ਪਰਮਿੰਦਰ ਸਿੰਘ ਥਿੰਦ ਗੱਲਬਾਤ ਕਰ ਰਹੇ ਸੀ। 604 828 7213 ਅਲਬਰਟਾ ਅਤੇ BC ਸੇਵਾਵਾਂ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਮੌਰਗੇਜ, ਸੁਪਰ ਵੀਜ਼ਾ, ਡਿਸੇਬਿਲਿਟੀ ਦੀ ਇੰਸ਼ੋਰੈਂਸ। ਤੀਸਰੇ ਘੱਲੂਘਾਰੇ ਨੂੰ ਕੋਸ਼ਿਸ਼ ਕਰਕੇ ਸਮਝ ਕੇ ਤੀਸਰੇ ਘੱਲੂਘਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਕੇ, ਥੋੜ੍ਹੀ ਜਿਹੀ ਕੋਸ਼ਿਸ਼ ਹੈ, ਉਹਨੂੰ ਸਮਝਣਾ ਬਹੁਤ ਔਖਾ ਹੈ। ਉਹਨਾਂ ਸ਼ਹੀਦਾਂ ਨੂੰ, ਉਹਨਾਂ ਦੀਆਂ ਰੂਹਾਂ ਨੂੰ, ਉਹਨਾਂ ਨੂੰ ਸਮਝਣ ਦੇ ਲਈ ਬਹੁਤ ਸਾਧਨਾ ਚਾਹੀਦੀ ਹੈ, ਸਰੀਰ ਅਤੇ ਰੂਹ ਦਾ ਮੇਲ ਚਾਹੀਦਾ, ਫਿਰ ਕੁਛ ਮਹਿਸੂਸ ਕਰ ਸਕਦੇ ਹੋ। ਆਧੁਨਿਕਤਾ ਦੇ ਯੁੱਗ ਦੇ ਵਿੱਚ ਰਹਿ ਕੇ, ਆਧੁਨਿਕਤਾ ਦੇ ਪੌੜੀ ਚੜ੍ਹ ਕੇ
ਉਹ ਸਮਝਣਾ ਉਹਨਾਂ ਨੂੰ ਬੜਾ ਔਖਾ ਹੈ। ਅਤੇ ਹਰ ਇੱਕ ਬੰਦੇ ਦਾ, ਇਹ ਮੈਂ ਉਹਨਾਂ ਲਈ ਕਰਦਾ ਗੱਲ ਜਿਹੜੇ ਧਰਮ ਨੂੰ ਕੁਛ ਮੰਨਣ ਵਾਲੇ ਆ, ਧਰਮ ਨੂੰ ਪਿਆਰ ਕਰਨ ਵਾਲੇ ਆ, ਜਿਹੜੇ ਆਪਣੇ ਮੁਕੱਦਸ ਸਥਾਨਾਂ ਨੂੰ, ਖਾਸ ਤੌਰ 'ਤੇ ਉਹ ਸਥਾਨ ਜਿਹੜਾ ਸਰਬ ਧਰਮਾਂ ਦਾ ਸਾਂਝਾ, ਉਹਨੂੰ ਪਿਆਰ ਕਰਦੇ। ਜਿਨ੍ਹਾਂ ਦਾ ਧਰਮ ਨਾਲ ਇਲਾਕਾ ਦੇਕਾ ਹੈ ਨਹੀਂ ਕੋਈ, ਉਹਨਾਂ ਦੇ ਲਈ ਹੈ ਨਹੀਂ ਇਹ ਕਹਾਣੀ, ਉਹਨਾਂ ਦੇ ਵੱਸ ਦੀ ਗੱਲ ਹੈ ਨਹੀਂ। ਹਾਂ, ਉਹਨਾਂ ਨੂੰ ਗੁਰੂ ਡੰਮ ਕੋਈ ਕੰਨ ਦੇ ਵਿੱਚ ਫੂਕ ਮਾਰ ਦੇਵੇ, ਉਹਨੂੰ ਉਹ ਰੱਬ ਮੰਨਦੇ ਆ। ਮੈਡੀਟੇਸ਼ਨ ਦੀ ਕੋਈ ਗੱਲ ਕਰ ਲਵੇ, ਕੋਈ ਬਾਲ ਖੰਡਾ ਕੇ ਸਮਝਾਉਣ ਲੱਗ ਜਾਵੇ ਵੀ ਐਂ ਬੈਠੋ, ਸਾਹ ਐਂ ਖਿੱਚੋ, ਉਹ ਬੜੇ ਉਹਨਾਂ ਨੂੰ ਲੱਗਦੇ ਫਿੱਟ। ਦੇਖੋ ਜੀ ਮੈਡੀਟੇਸ਼ਨ ਕਰਨੀ ਸਿਖਾਤੀ, ਕਾਹਦੀ ਮੈਡੀਟੇਸ਼ਨ ਹੁੰਦੀ ਆ, ਕੀ ਕਹਾਣੀ ਹੈ ਉਹ ਮੈਡੀਟੇਸ਼ਨ? ਇਹ ਤਾਂ ਗੱਲਾਂ ਬਹੁਤ ਚਿਰ ਬਾਅਦ ਦੀਆਂ ਨੇ, ਇਹ ਤਾਂ ਹੁਣ ਠਕਠਕਾ ਚਲਾਉਣ ਦੀ ਕਹਾਣੀ ਹੈ। ਪਰ ਇਹ ਸਾਧਨਾ ਦੀ ਅਤੇ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਸਾਰਾ ਕੁਛ ਇਹ ਕਰਮ ਕਾਂਡਾਂ ਨੂੰ ਤਾਂ ਖੰਡਾ ਕੇ ਰੱਖ ਦਿੱਤਾ ਪਹਿਲੇ ਪਾਤਸ਼ਾਹ ਨੇ। 5 ਸਦੀਆਂ ਦਾ ਉਹ ਰੰਧਾਵਾ ਸਾਹਿਬ ਦੀ ਇੱਕ ਕਵਿਤਾ ਹੈ, 6 ਤਰੀਕ ਨੂੰ ਮੈਂ ਸੁਣਾਵਾਂਗਾ ਵੀ ਉਹ 5 ਸਦੀਆਂ ਦਾ ਜਿਹੜਾ ਵਿਪਰ ਦੇ ਨਾਲ ਇੱਕ ਜੰਗ ਸੀ, ਉਹ ਸਿਰ 'ਤੇ ਚੜ੍ਹ ਕੇ ਕਿਵੇਂ ਆਈ ਫਿਰ। ਅਤੇ ਇਹਨੂੰ ਸਾਰੇ ਨੂੰ 8.25 ਮਿੰਟ ਦੀ ਇੱਕ ਵੀਡੀਓ ਬਣਾਈ ਹੈ ਅਤੇ ਉਹ ਰਿਕਾਰਡ ਕੀਤੀ ਹੈ ਅਤੇ SherePunjabRadio.ca ਵੈਬਸਾਈਟ 'ਤੇ ਉਹਨੂੰ ਪੋਸਟ ਕੀਤਾ ਅਤੇ ਮੈਂ ਆਪਣੇ ਫੇਸਬੁੱਕ 'ਤੇ ਵੀ ਪਾਇਆ। ਅਤੇ ਉਹਨੂੰ ਕਿਰਪਾ ਕਰਕੇ ਸੁਣਿਓ ਅਤੇ ਆਸ ਹੈ ਤੁਸੀਂ ਪਸੰਦ ਕਰੋਗੇ। ਸੁਝਾਅ ਹੋਏ ਕੋਈ ਤਾਂ ਸਿਰ ਮੱਥੇ ਨੇ। ਇਹ ਕਾਲਰ ਦੀ ਗੱਲ ਸੁਣ ਕੇ ਜੀ ਆਪਾਂ ਫਿਰ ਤੀਸਰੇ ਘੱਲੂਘਾਰੇ ਦੀ ਗੱਲ ਕਰਦੇ। ਹਰਦੀਪ ਕੌਰ ਗਿੱਲ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂ ਵੀਰ ਜੀ, ਮੈਂ ਤਾਂ ਤੁਹਾਡੇ ਨਾਲ ਇਹ ਗੱਲ ਕਰਨੀ ਹੈ। ਮੈਂ ਨਾ ਜਿਹੜਾ ਤੁਹਾਡੇ ਵੈਦ ਆਉਂਦਾ ਹੁੰਦਾ ਰੂਬਲ ਜੀ, ਹਾਂ, ਤੇ ਉਹਨਾਂ ਨੇ ਨਾ ਬਲੱਡ ਪ੍ਰੈਸ਼ਰ ਦੀ ਦਵਾਈ ਲਿਖਾਈ ਸੀਗੀ ਦੇਸੀ। ਅੱਛਾ ਜੀ। ਬਰਮੀ ਤੇ ਬਦਾਮ ਤਾਂ ਮੈਨੂੰ ਯਾਦ ਆ, ਤੇ ਇੱਕ ਚੀਜ਼ ਮੈਂ ਭੁੱਲ ਗਈ, ਖਸਖਸ। ਬਸ ਠੀਕ ਆ ਜੀ, ਠੀਕ ਹੈ। ਮੇਰਾ ਬਲੱਡ ਪ੍ਰੈਸ਼ਰ ਕਦੇ ਸਹੀ ਨਹੀਂ ਸੀ ਹੋਇਆ, ਮੈਂ ਉਹ ਖਾਣ ਨਾਲ ਸਹੀ ਹੋ ਗਈ। ਡਾਕਟਰ ਜਿਹੜਾ ਮੇਰਾ ਸਭ ਤੋਂ ਵਧੀਆ, ਸਭ ਤੋਂ ਜਿਹੜਾ ਮੇਰਾ ਡਾਕਟਰ ਸੀ ਫੈਮਿਲੀ, ਕਹਿੰਦਾ ਤੇਰਾ ਕਦੇ ਸਹੀ ਨਹੀਂ ਹੋਇਆ, ਜੇ ਤੇਰਾ ਕਿਵੇਂ ਸਹੀ ਹੈ। ਮੈਂ ਕਿਹਾ ਆਹ ਖਾਦਾ, ਉਹਨੇ ਵੀ ਲਿਖ ਲਈ, ਮੈਂ ਭੁੱਲ ਗਈ, ਉਹਨੇ ਵੀ ਲਿਖ ਲਈ ਜੀ। ਠੀਕ ਹੈ। ਹਾਂ, ਖਸਖਸ ਬਹੁਤ ਵਧੀਆ, ਨਾਲੇ ਬ੍ਰਹਮੀ ਬਹੁਤ ਵਧੀਆ ਦਿਮਾਗ ਦੇ ਲਈ। ਦਿਮਾਗ ਦੀ ਜਿਹੜਾ ਤਣਾਅ ਹੈ ਉਹੀ ਬਲੱਡ ਪ੍ਰੈਸ਼ਰ ਦਾ ਕਾਰਨ ਬਣਦਾ ਹੈ। ਨਸਾਂ ਨਰਮ ਰੱਖਦਾ ਹੈ ਤੇ ਬੰਦੇ ਨੂੰ ਲੋ ਰੱਖਦਾ, ਬੱਲੇ ਬੱਲੇ, ਨਾਲੇ ਖੁਸ਼ ਰਹਿੰਦੇ ਹੋਵੋਗੇ ਪੂਰਾ। ਮੈਂ ਤਾਂ 10 ਨੂੰ ਦਿੱਤੀ ਇਹ ਦਵਾਈ, 10 ਨੂੰ ਲਿਖਾਈ ਹੈ, ਆਪ ਭੁੱਲ ਗਈ। ਬਸ ਇਹ ਤਿੰਨੇ ਚੀਜ਼ਾਂ ਸਾਰੇ ਠੀਕ ਹੈ। ਹਾਂਜੀ ਵੀਰ ਜੀ, ਧੰਨਵਾਦ। ਧੰਨਵਾਦ ਤੁਹਾਡਾ ਜੀ, ਥੈਂਕ ਯੂ। ਹੋ ਜੀ, ਮੈਂ ਘੱਲੂਘਾਰੇ ਦੇ ਸੰਬੰਧੀ ਹੋਰ ਜਾਣਕਾਰੀ ਇਸ 'ਤੇ ਦੇਣੀ ਚਾਹੁੰਦਾ ਅਤੇ ਵੱਧ ਤੋਂ ਵੱਧ ਮੈਂ ਕੋਸ਼ਿਸ਼ ਕਰ ਰਿਹਾ। ਹੁਣ 3 ਚੀਜ਼ਾਂ ਦੇ ਬਾਰੇ ਫੋਨ ਆ ਰਹੇ ਨੇ, ਪਲਵੀ ਆ ਕੇ 10 ਵਾਰ 7 ਵਾਰ ਪੁੱਛ ਗਈ। ਖਸਖਸ ਹੈ, ਬ੍ਰਹਮੀ ਆ, ਬਦਾਮ ਨੇ, 3 ਚੀਜ਼ਾਂ ਨੇ। ਤਿੰਨੇ ਬਰਾਬਰ ਪੀਸ ਕੇ 1 ਚਮਚਾ ਰਾਤ ਨੂੰ ਦੁੱਧ ਨਾਲ ਲੈ ਲੈਣਾ। ਪਰ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਇਹ ਦੇਸੀ ਚੀਜ਼ਾਂ ਹਰ ਇੱਕ ਲਈ ਫਿੱਟ ਹੋ ਸਕਦੀਆਂ ਮੋਸਟਲੀ, ਅਤੇ ਹੋ ਸਕਦਾ ਕਿਸੇ ਨੂੰ ਨਾ ਫਿੱਟ ਹੋਣ। ਇਹਨੂੰ ਪਲੀਜ਼ ਇਸ ਤਰ੍ਹਾਂ ਲੈਣਾ, ਕਿਉਂਕਿ ਮੈਂ ਤਾਂ ਡਾਕਟਰ ਨਹੀਂ, ਨਾ ਮੈਂ ਵੈਦ ਹਾਂ। ਵੈਦ ਰੂਬਲ ਜੀ ਨੇ ਜਿਹੜਾ ਕੋਈ ਦੱਸਿਆ ਤੁਹਾਨੂੰ ਮੈਂ ਦੱਸ ਰਿਹਾ। ਗੀਤ ਜਿਹੜਾ ਤੁਸੀਂ ਸੁਣਿਆ, ਇਹ ਖਜਾਲੇ ਨੇ ਲਿਖਿਆ ਹੋਇਆ, ਲਾਡੀ ਗਿੱਲ ਨੇ ਗਾਇਆ। YouTube 'ਤੇ ਮਾਈਨੋਰਿਟੀ ਵਰਸਸ ਸਟੇਟ ਲਿਖ ਕੇ ਖਜਾਲਾ ਲਾਡੀ ਗਿੱਲ ਲਿਖੋਗੇ ਤਾਂ ਉਹਦੇ ਨਾਲ ਗੀਤ ਆ ਜਾਊਗਾ। ਅੱਛਾ, ਇੱਕ ਗੱਲ ਜ਼ਰੂਰ ਸਮਝਣ ਦੀ ਲੋੜ ਹੈ ਕਿ ਸ਼੍ਰੀ ਦਰਬਾਰ ਸਾਹਿਬ ਨੂੰ, ਕਿਉਂਕਿ ਭਾਰਤ ਬਹੁਤ ਧਰਮਾਂ ਦਾ ਦੇਸ਼ ਆ, ਹਰ ਇੱਕ ਦੇ ਧਾਰਮਿਕ ਸਥਾਨ ਨੇ, ਪਰ ਹਰ ਇੱਕ ਦੇ ਧਾਰਮਿਕ ਸਥਾਨ ਦੀ ਆਪਣੀ ਆਪਣੀ ਉਹਨਾਂ ਨੇ ਅਜ਼ਮਤ ਰੱਖੀ ਹੋਈ ਹੈ। ਦਰਬਾਰ ਸਾਹਿਬ ਜਿਹੜਾ ਹੈ, ਇਹ ਬਾਕੀ ਧਰਮਾਂ ਦੇ ਨਾਲ ਜੇ ਉਸ ਨੂੰ ਤਸ਼ਬੀਹ ਦਿੱਤੀ ਜਾਵੇ, ਇਹ ਸਰਦਾਰ ਕਪੂਰ ਸਿੰਘ ਉਹਨਾਂ ਨੇ ਲਿਖੀ ਗੱਲ। ਉਹ ਕਹਿੰਦੇ ਇਹ ਸਿੱਖਾਂ ਦਾ ਵੈਟੀਕਨ, ਬਨਾਰਸ, ਮੱਕਾ ਅਤੇ ਯਰੂਸ਼ਲਮ ਹੈ। ਉਹ ਕਹਿੰਦਾ ਵੈਟੀਕਨ ਹੈ ਪਰ ਉਦੋਂ ਵੀ ਵੱਧ ਹੈ। ਉਹ ਕਹਿੰਦਾ ਦੀਨੀ ਬਾਦਸ਼ਾਹੀ ਹੈ ਅਤੇ ਪਰ ਇਹਦੇ ਵਿੱਚ ਪਿਤਾ ਪੁਰਖੀ ਵਿਵਸਥਾ ਨਹੀਂ ਹੈ, ਕੋਈ ਸ਼ਹਿਰੀ ਕਾਨੂੰਨ ਦੀ ਕੋਈ ਸੈਂਚੀ ਨਹੀਂ ਇਹਦੇ ਕੋਲ, ਜਿਹਦੇ ਰਾਹੀਂ ਪੱਤਰੇ ਫੋਲ ਕੇ ਕੋਈ ਫਤਵੇ ਪੜ੍ਹਦੇ ਜਾਂਦੇ ਨੇ। ਇਸ ਕਰਕੇ ਉਹ ਕਹਿੰਦੇ ਧਰਮ ਨਿਰਪੱਖ ਕਾਨੂੰਨਾਂ 'ਤੇ ਆਧਾਰਿਤ ਰਾਜ ਜਿਹੜਾ
ਇਸ ਤਰ੍ਹਾਂ ਨਹੀਂ, ਇੱਥੋਂ ਵੀ ਵੱਧ ਹੈ। ਕਹਿੰਦੇ ਪਰ ਬਨਾਰਸ ਹੈ, ਪਰ ਬਨਾਰਸ ਤੋਂ ਵੀ ਇਹ ਵੱਧ ਹੈ ਕਿਉਂਕਿ ਇਹ ਰੱਬੀ ਨੂਰ ਨੂੰ ਕਿਸੇ ਭੂਗੋਲ ਨਾਲ ਨਹੀਂ ਬੰਨ੍ਹਦਾ। ਉਹ ਕਹਿੰਦੇ ਯਰੂਸ਼ਲਮ ਹੈ ਤੇ ਇਹ ਖੁਦਾਈ ਆਗਮਨ ਦਾ ਸਭ ਤੋਂ ਵੱਡਾ ਇਤਿਹਾਸਕ ਸਥਾਨ ਹੈ, ਪਰ ਕਿਸੇ ਵੀ ਤਰੀਕੇ ਇਸ ਦੀ ਪ੍ਰਮਾਣਿਕਤਾ ਜਿਹੜੀ ਹੈ ਇਤਿਹਾਸਕ ਵਰਤਾਰੇ ਨਾਲ ਨਹੀਂ ਜੁੜੀ ਹੋਈ। ਸਵੈ ਸਿੱਧ ਅਧਿਕਾਰਾਂ ਦੀ ਗੱਲ ਉਹ ਕਰਦਾ ਹੈ। ਤੇ ਸਿੱਖਾਂ ਦੀ ਇਹ ਰਾਜਧਾਨੀ ਨਹੀਂ, ਜੇ ਰਿਆਸਤ ਸਿੱਖਾਂ ਦੀ ਹੋਵੇ ਉਹਦਾ ਵੀ ਪੱਕੀ ਗੱਲ ਨਹੀਂ ਕਿ ਉਸ ਦੀ ਰਾਜਧਾਨੀ ਹੈ ਜਿਹੜੀ ਉਹ ਦਰਬਾਰ ਸਾਹਿਬ ਹੋਏਗੀ, ਇਹਦਾ ਸਮੂਹ ਹੋਏਗਾ, ਇਹ ਵੀ ਜ਼ਰੂਰੀ ਨਹੀਂ ਹੈ। ਪਰ ਇੱਕ ਇਹ ਦੀਨੀ ਬਾਦਸ਼ਾਹੀ ਜਿਹੜੀ ਮੀਰੀ ਤੇ ਪੀਰੀ ਦਾ ਕਨਸੈਪਟ ਹੈ, ਭਗਤੀ ਤੇ ਸ਼ਕਤੀ ਦਾ, ਸੋਵਰਨ ਇੱਕ ਉਹਦਾ ਜਿਹੜਾ ਖਾਸ ਹੈ ਜਿੱਥੋਂ ਸ਼ੁਰੂ ਹੋਈ। ਪਹਿਲੇ ਪਾਤਸ਼ਾਹ ਦੀ ਵੀ ਸੋਵਰਨਿਟੀ ਹੋਈ ਹੈ, ਸਰਤਾਜਗੀ ਹੈ, ਜਿਨ੍ਹਾਂ ਨੇ ਧਰਤੀ ਤੇ ਜਾ ਕੇ ਹਰ ਜਗ੍ਹਾ ਤੇ ਹੋ ਰਹੀ ਗਲਤ ਚੀਜ਼ ਨੂੰ ਸਹੀ ਕੀਤਾ। ਉਹ ਹੁਣ ਉਹਨਾਂ ਨੂੰ ਤੁਸੀਂ ਕੋਈ ਉਹਨਾਂ ਨੂੰ ਵੇਈ ਪਵਿੱਤਰ ਕਰਕੇ ਜੋੜ ਰਿਹਾ ਹੈ, ਕੋਈ ਕਹਿ ਰਿਹਾ ਕੁਛ ਹੈ, ਕੋਈ ਕੁਛ ਹੈ, ਅਲੱਗ-ਅਲੱਗ ਤਰੀਕਾ ਹੈ। ਪਰ ਸਭ ਤੋਂ ਵੱਡੀ ਗੱਲ 10ਵੇਂ ਪਾਤਸ਼ਾਹ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਜਿਹੜੀ ਪਹਿਲੇ ਪਾਤਸ਼ਾਹ ਤੋਂ ਪਹਿਲਾਂ ਨਾ ਪਹਿਲੇ ਪਾਤਸ਼ਾਹ ਨੇ ਕੀਤੀ ਹੋਵੇ। ਹਾਂ, 10ਵੇਂ ਪਾਤਸ਼ਾਹ ਨੇ ਸੰਪੂਰਨਤਾ ਉਸ ਦੀ ਜ਼ਰੂਰ ਕੀਤੀ ਜਦ ਉਹਨਾਂ ਨੇ ਇਕੱਠਾ ਕਰਕੇ ਜਿਹੜਾ ਖਾਲਸਾ ਜਿਹੜਾ ਸਾਜ ਕੇ ਸਾਰੀਆਂ ਚੀਜ਼ਾਂ ਨੂੰ ਭਗਤੀ ਤੇ ਸ਼ਕਤੀ ਦੀ ਸੰਪੂਰਨਤਾ ਕਰਕੇ ਦੱਸ ਦਿੱਤਾ ਵੀ ਆਹ ਹੈ, ਇਹਦੇ 'ਚ ਆਹ ਗੁਣ ਨੇ, ਆਹ ਗੁਣਾ ਕਰਕੇ ਆ ਇਹਦੇ 'ਚ ਬਰਾਬਰਤਾ ਹੈ, ਇੱਕ ਬਾਟੇ ਤੋਂ ਸਾਰੇ ਅਸੀਂ ਛਕਦੇ ਨੇ, ਇੱਥੇ ਊਚ ਨੀਚ ਕੋਈ ਨਹੀਂ, ਇੱਥੇ ਵਰਨ ਆਸ਼ਰਮ ਕੋਈ ਨਹੀਂ, ਇੱਥੇ ਖਾਸ ਕੋਈ ਪੁਜਾਰੀ ਵਿਵਸਥਾ ਨਹੀਂ ਵੀ ਜਿਹੜੇ ਇਕੱਲੇ ਉਹੀ ਪੜ੍ਹ ਸਕਦੇ ਨੇ ਬਾਕੀ ਨਹੀਂ ਪੜ੍ਹ ਸਕਦੇ। ਇੱਥੇ ਕਿਸੇ ਦਲਿਤ ਨੂੰ ਧਰਮ ਦਾ ਨਾਂ ਲੈਣ ਤੇ ਉਹਦੇ ਕੰਨਾਂ ਦੇ ਵਿੱਚ ਸਿੱਕੇ ਨਹੀਂ ਢਾਲੇ ਜਾਂਦੇ। ਇੱਥੇ ਛਾਂ ਦੀ ਗੱਲ ਨਹੀਂ ਹੈ ਖੂਹ ਤੇ, ਇੱਥੇ ਇੱਕ ਬਾਟੇ ਤੋਂ ਅੰਮ੍ਰਿਤ ਛਕਾਇਆ, ਇੱਥੇ ਸਾਈਕਲ ਤੋਂ ਉੱਤਰ ਕੇ ਚੌਧਰੀਆਂ ਦੇ ਦਰਾਂ ਮੂਹਰੇ ਨਹੀਂ ਲੰਘਿਆ ਜਾਂਦਾ। ਇੱਥੇ ਸਭ ਬਰਾਬਰ ਨੇ। ਇਹ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦਿੱਤੀ ਹੋਈ ਹੈ। ਇਹ ਰੰਗਰੇਟੇ ਗੁਰੂ ਕੇ ਬੇਟੇ ਗੱਲ ਨਾਲ ਲਾ ਕੇ ਜਿਹੜਾ ਬਹੁਤ ਵੱਡਾ ਜਿਹੜਾ ਫਤਵਾ ਦਿੱਤਾ। ਹਾਂ, ਵਕਤ ਦੇ ਨਾਲ ਅਸੀਂ ਇਹਨਾਂ ਸਿਆਪਿਆਂ ਦੇ ਵਿੱਚ ਪੈ ਗਏ ਕਿ ਅਸੀਂ ਜਾਤ ਪਾਤ ਊਚ ਨੀਚ ਦੇ ਵਿੱਚ ਫਸ ਗਏ, ਤਾਂ ਹੀ ਸਾਡੇ ਇਹ ਹਸ਼ਰ ਨੇ। 1 ਤਰੀਕ ਨੂੰ ਫਾਇਰਿੰਗ ਕਰਕੇ CRP ਵੱਲੋਂ ਟਿਕਾਣਿਆਂ 'ਤੇ ਕੋਸ਼ਿਸ਼ ਕੀਤੀ ਕਿ ਲੱਭੇ ਜਾਣ ਕਿੱਥੋਂ ਫਾਇਰਿੰਗ ਵਾਪਸ ਆਉਂਦੀ ਹੈ। ਕੋਈ ਫਾਇਰ ਨਹੀਂ ਅੰਦਰੋਂ ਹੋਇਆ। 2 ਤਰੀਕ ਨੂੰ ਜਿਹੜਾ ਕੱਖ ਨਹੀਂ ਹੋਇਆ, ਪਰ 2 ਤਰੀਕ ਨੂੰ ਚੰਡੀ ਮੰਦਰ ਦੇ ਵਿੱਚ ਸੁੰਦਰ ਜੀ ਨੇ ਕਮਾਂਡ ਜਿਹੜੀ ਦਿਆਲ ਨੂੰ, ਬਰਾੜ ਨੂੰ ਤੇ ਹੋਰ ਜਿਹੜੇ ਉਹਨਾਂ ਦੀਆਂ ਗਾਂਹ ਜਿਹੜੀਆਂ ਉਹਨਾਂ ਦੇ ਥੱਲੇ ਪੱਛਮੀ ਕਮਾਨ ਤੇ ਸਾਰੇ ਹੋਰ ਜਿੰਨੇ ਉਹਨਾਂ ਦੇ ਥੱਲੇ ਅਫੀਸਰ ਸੀ ਉਹਨਾਂ ਨੂੰ ਜਦ ਦੱਸਤਾ, ਉਹਨਾਂ ਨੇ ਅੱਗੇ ਗੌਰੀ ਸ਼ੰਕਰ ਉਹ ਵੀ ਜਰਨੈਲ ਸਨ ਤੇ ਸਿਨਹਾ ਉਹਨਾਂ ਨੂੰ ਤੁਸੀਂ ਸੁਣ ਚੁੱਕੇ ਹੋ। ਸਿਨਹਾ ਨੇ ਦੱਸ ਦਿੱਤਾ ਸੀ। ਸਿਨਹਾ ਜਨਰਲ ਦੀ ਇੱਕ ਗੱਲ ਸੁਣਨ ਵਾਲੀ ਹੈ, ਜਨਰਲ ਸਿਨਹਾ ਦੀ ਇੱਕ ਇੰਟਰਵਿਊ ਹੈ ਕੰਵਰ ਸੰਧੂ ਨਾਲ, ਜਿਹਦੇ ਵਿੱਚ ਉਹ ਦੱਸਦੇ ਆ ਵੀ ਜਦ ਸੰਤਾਂ ਨੂੰ ਮਹਿਤਾ ਚੌਂਕ ਦੇ ਵਿੱਚ 82 ਦੇ ਵਿੱਚ ਫੜਿਆ, ਉਸ ਸਮੇਂ ਵੀ ਟੈਂਕ ਮੰਗੇ ਸੀ। ਮੈਂ ਕਹਿੰਦਾ ਉਹਨਾਂ ਨੂੰ ਕਿਹਾ ਵੀ ਟੈਂਕ ਗੁਰਦੁਆਰੇ ਦੇ ਵਿੱਚ ਇੱਕ ਸੰਤ ਨੂੰ ਗ੍ਰਿਫਤਾਰ ਕਰਾਉਣ ਲਈ। ਇਸੇ ਤਰ੍ਹਾਂ ਹੀ DIG ਪੰਧੇਰ BSF ਦੇ ਜਦ ਜਨਰਲ ਬਰਾੜ ਨੇ ਉਹਨਾਂ ਨੂੰ ਕਿਹਾ ਵੀ ਭੇਜ ਤੇ ਫੌਜ ਆਪਣੇ BSF 'ਤੇ ਅਸੀਂ ਹਮਲਾ ਕਰਨਾ, ਉਹਨੇ ਜਵਾਬ ਦਿੱਤਾ। ਉਹਨਾਂ ਨੂੰ ਬਦਲ ਕੇ ਨਵਾਂ ਉਹਨਾਂ ਦੀ ਜਗ੍ਹਾ ਇੰਚਾਰਜ ਲਿਆ ਕੇ ਫਿਰ BSF ਤੋਂ ਫਾਇਰਿੰਗ ਕਰਾਈ। ਸੋ 2 ਨੂੰ ਰਾਤ ਨੂੰ ਕੌਮ ਦੇ ਨਾਂ ਸੰਦੇਸ਼ ਦੇ ਕੇ ਨਫ਼ਰਤ ਤਿਆਗੋ ਖੂਨ ਨਾ ਡੋਲੋ ਉਹਦਾ ਸੁਨੇਹਾ ਦੇ ਕੇ 3 ਤਰੀਕ ਨੂੰ ਅੱਜ ਦਾ ਦਿਨ ਜਿਹੜਾ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਸੰਗਤਾਂ ਲਈ ਖੋਲ੍ਹ ਦਿੱਤਾ ਹੈ। ਸੰਗਤਾਂ ਹੋਰ ਅੰਦਰ ਆ ਗਈਆਂ। 4 ਤਰੀਕ ਸਵੇਰੇ ਮਤਲਬ ਹੁਣ ਤੋਂ 3-4 ਘੰਟਿਆਂ ਨੂੰ ਪਹਿਲਾ ਗੋਲਾ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਫਾਇਰਿੰਗ 4 ਤਰੀਕ ਨੂੰ ਸ਼ੁਰੂ ਹੋਈ ਹੈ। ਸੋ ਪਰ 4 ਤੇ 5 ਦੇ ਵਿੱਚ ਜਿਹੜੇ ਬੱਠੇ ਦਿਖਣ ਵਾਲੇ ਮੋਰਚੇ ਸਨ, ਜਿਹਦੇ 'ਚ ਦੋਨੇ ਗੁੰਬਦ, ਟੈਂਪਲ ਵਿਊ
ਜਿਹੜਾ ਹੋਟਲ ਬ੍ਰਹਮਬੂਟਾ ਅਖਾੜਾ ਅਤੇ ਟੈਂਕੀ, ਉੱਥੋਂ ਜਿਹੜੇ ਉਹਨਾਂ ਨੂੰ ਸੋ ਤੋਪ ਜਾਂ ਜਿਹੜੇ ਟੈਂਕ ਨੇ ਉਹਨਾਂ ਦੀ ਫਾਇਰਿੰਗ ਜਦ ਅਕਾਲ ਤਖਤ ਸਾਹਿਬ 'ਤੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਕੀਤੀ, ਉਦੋਂ ਪਹਿਲਾਂ ਟੈਂਕੀਆਂ ਢਾਹ ਕੇ, ਬੁੰਗੇ ਢਾਹ ਕੇ ਉਹਨਾਂ 'ਤੇ ਸਿੱਧੇ ਗੋਲੇ ਉਹਨਾਂ ਦੇ ਵਿੱਚ ਮਾਰੇ ਗਏ। ਉੱਪਰ ਬੈਠਿਆਂ 'ਤੇ ਜਦ ਗੋਲਾ ਲੱਗਿਆ ਹੋਊ ਤਾਂ ਉਹ ਸਰੀਰ ਉਹਨਾਂ ਦੀ ਕੀ ਕਹਾਣੀ ਬਣੂ, ਪਰ ਉਹਨੂੰ ਸਮਝਣਾ ਇਹ ਬਹੁਤ ਔਖਾ। ਮੁੱਠੀ ਭਰ ਸਿੰਘ ਜਦ ਉਹਨਾਂ ਨੂੰ ਡਿਪਿਊਟ ਕੀਤਾ ਗਿਆ ਫੈਡਰੇਸ਼ਨ ਵਾਲਿਆਂ ਨੂੰ, ਅਕਾਲੀ ਦਲ ਦੇ ਮੋਰਚਿਆਂ ਵਾਲੇ ਪਾਸੇ ਇੱਧਰ ਬਾਹਰਲੇ ਬੰਨੇ ਰੱਖਿਆ। ਸ਼੍ਰੀ ਅਕਾਲ ਤਖਤ ਸਾਹਿਬ 'ਤੇ ਉਹ ਯੋਧੇ ਸਨ ਜਿਹੜੇ ਸਾਸ ਗਰਾਸ ਹਰ ਵਕਤ ਆਪਣੇ ਬਾਬਾ ਏ ਕੌਮ ਜਥੇਦਾਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਰਹਿੰਦੇ। ਉਹਨਾਂ ਦੀ ਗਿਣਤੀ ਵੱਧ ਤੋਂ ਵੱਧ ਟੋਟਲ 125 ਹੈ। 125 ਦੇ ਸਾਹਮਣੇ ਪੂਰੀ ਦੀਆਂ ਪੂਰੀਆਂ ਇਨਫੈਂਟਰੀਆਂ, 26 ਮਦਰਾਸ ਹੈ ਵਿੱਚ, ਉਹਦੇ ਵਿੱਚ 10 ਗਾਰਡਸ ਦੇ ਖਾਸ ਜਿਹੜੇ ਪੈਰਾ ਕਮਾਂਡੋਜ਼ ਨੇ, ਉਹਦੇ 'ਚ ਸਪੈਸ਼ਲ ਜਿਹੜੀ ਫਰੰਟੀਅਰ ਫੋਰਸ ਹੈ, ਕਮਾਓ ਹੈ, ਗੜਵਾਲ ਹੈ, ਬਖਤਰਬੰਦ ਗੱਡੀਆਂ ਨੇ, ਸਟਨ ਗ੍ਰਨੇਡਸ ਨੇ, ਉਹਦੇ ਬਾਅਦ ਹਾਵਿਟਜ਼ ਤੋਪ ਹੈ, ਵਿਜੇਤਾ ਟੈਂਕ ਨੇ, ਅਤੇ ਉਹਨਾਂ ਦਾ ਘੇਰਾ। ਆਖਰੀ ਮੀਟਿੰਗ 3 ਤਰੀਕ ਆਥਣੇ ਕਰਦਾ ਹੈ ਪ੍ਰਸ਼ਾਸਨ ਦੇ ਨਾਲ, ਜਿੱਥੇ ਗੁਰਦੇਵ ਸਿੰਘ ਬਰਾੜ DC ਨੇ ਜਵਾਬ ਦਿੱਤਾ। ਉਹ ਕਹਿੰਦਾ ਨਾ ਮੈਂ ਨਹੀਂ ਕਰਦਾ ਇਹਦੇ 'ਤੇ ਦਸਤਖਤ। ਉਹ ਕਹਿੰਦਾ ਛੁੱਟੀ ਭੇਜੋ। ਫਿਰ ਰਮੇਸ਼ ਇੰਦਰ ਸਿੰਘ ਲੈ ਕੇ ਆਂਦਾ, ਜਿਹੜਾ ਬਾਦਲ ਉਹਨਾਂ ਦਾ ਸਾਲਾ ਲੱਗਦਾ ਸੀ ਅਤੇ ਵਾਈਫ ਦਾ ਕਜ਼ਨ ਸੁਰਿੰਦਰ ਕੌਰ ਜੀ ਦਾ। ਉਹਨਾਂ ਨੂੰ ਬਿਹਾਰ ਦੇ ਕੇਡਰ ਦੇ ਵਿੱਚੋਂ ਲਿਆ ਕੇ DC ਅੰਮ੍ਰਿਤਸਰ ਲਾਇਆ ਗਿਆ। ਅਤੇ ਹੁਣ ਜੇ ਇਹਨੂੰ ਸਮਝਣਾ ਹੋਵੇ, ਉੱਤਰ ਵਾਲੇ ਪਾਸੇ ਘੰਟਾ ਘਰ ਹੈ ਸ਼੍ਰੀ ਦਰਬਾਰ ਸਾਹਿਬ ਸਮੂਹ ਨੂੰ ਦੇਖਿਆ ਜਾਵੇ, ਦੱਖਣ ਵਾਲੇ ਪਾਸੇ ਬਾਬਾ ਦੀਪ ਸਿੰਘ ਜੀ ਆਟਾ ਮੰਡੀ ਵਾਲਾ ਏਰੀਆ, ਦੋਨੇ ਜਿਹੜੇ ਵੱਡੇ ਗੁੰਬਦ ਨੇ ਜਿਹੜੇ ਘੰਟਾ ਘਰ ਨੇ, ਅਤੇ ਪੂਰਬ ਵਾਲੇ ਪਾਸੇ ਲੰਗਰ ਹਾਲ, ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਰਾਮਦਾਸ ਗੁਰੂ ਅਰਜਨ ਪਾਤਸ਼ਾਹ ਅਤੇ ਦੀਵਾਨ ਸਾਹਿਬ ਮੰਜੀ ਹਾਲ, ਜਿਹੜਾ ਮੰਜੀ ਸਾਹਿਬ ਦੀਵਾਨ ਹਾਲ ਉੱਧਰ ਨੇ, ਅਤੇ ਅਕਾਲ ਤਖਤ ਸਾਹਿਬ ਪੱਛਮ ਵਾਲੇ ਪਾਸੇ ਆ। ਅਤੇ ਇਹਦੇ 'ਚ 12 ਬਿਹਾਰ ਵੀ ਆ, ਜਿਹਦਾ ਕਰਨਲ ਰੰਧਾਵਾ ਇੰਚਾਰਜ ਹੈ। ਇੱਕ ਬ੍ਰਿਗੇਡੀਅਰ ਤਲਵਾੜ ਹੈ, ਜਿਹੜਾ ਕਹਿੰਦਾ ਬਸ ਮੈਂ ਬਾਹਮੋਂ ਫੜ ਕੇ ਲਿਆਉਣਾ ਅੰਦਰੋਂ ਸੰਤਾਂ ਨੂੰ। ਤਲਵਾੜ ਵੀ ਕਹਿੰਦਾ ਸੀ, ਅਤੇ ਰੈਣਾ ਵੀ ਜਿਹੜਾ ਪਹਿਰਾ ਕਮਾਂਡੋਜ਼ ਦਾ ਸੀ, ਉਹ ਕਹਿੰਦਾ ਮੇਰਾ ਜੇ ਸਭ ਤੋਂ ਵੱਡੀ ਮੇਰੀ ਕਿਸਮਤ ਹੋਊ ਜੇ ਮੈਂ ਆਪ ਸੰਤ ਜਰਨੈਲ ਸਿੰਘ ਨੂੰ ਗੋਲੀ ਮਾਰਾਂ ਅੰਦਰ ਜਾ ਕੇ। ਉਹ ਰੇਕੀ ਕਰਕੇ ਆਇਆ ਸੀ 1 ਤਰੀਕ ਨੂੰ ਅੰਦਰ, ਜਿਹੜਾ ਹੁਣ ਵੀਲ ਚੇਅਰ 'ਤੇ ਬੈਠਾ ਹੈ। ਵੀਲ ਚੇਅਰ 'ਤੇ ਬੈਠੇ ਨੂੰ ਕੋਚ ਅਸ਼ੋਕ ਚੱਕਰ ਮਿਲਿਆ। ਦੇਖੋ ਇੱਥੇ ਮੈਂ ਜਸਟੀਫਿਕੇਸ਼ਨ ਕਰਾਂ, ਇੱਕ ਬੰਨੇ ਕੌਮ, ਬਾਬਾ ਏ ਕੌਮ ਹੈ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਚਾਉਣ ਦਾ ਤਹੀਆ ਕੀਤਾ, ਦੂਜੇ ਬੰਨੇ ਸਰਕਾਰ ਦੇ ਵਿੱਚ ਸਰਕਾਰ ਨੂੰ ਬਚਾਉਣ ਲਈ, ਦੇਸ਼ ਨੂੰ ਬਚਾਉਣ ਲਈ ਮਿਲਟਰੀ ਦੇ ਵਿੱਚ ਕੰਮ ਕਰਦੇ ਬੰਦੇ ਨੇ, ਜਿਨ੍ਹਾਂ ਦਾ ਧਰਮ ਦੇਸ਼ ਖਾਤਰ ਅਤੇ ਦੇਸ਼ ਵੱਲੋਂ ਕਈ ਚੀਜ਼ ਮੰਨਣ ਦਾ। ਇਹ 'ਚ ਰਹਿਣੇ ਆਉਣੀ ਜਾਂ ਤਲਵਾੜ ਆਉਣੀ, ਅਤੇ ਦੀਵਾਨ ਇੱਕ ਸੀ, ਜਾਂ ਫਿਰ ਸੁੰਦਰ ਜੀ, ਜਾਂ ਵੈਦਿਆ, ਜਾਂ ਫਿਰ ਗੌਰੀ ਸ਼ੰਕਰ, ਜਾਂ ਦਿਆਲ, ਜਾਂ ਜਿਹੜਾ ਬਰਾੜ ਹੈ, ਇਹਨਾਂ ਦਾ ਧਰਮ ਹੈ ਫੌਜੀ ਦਾ। ਇਹਨਾਂ ਨੇ ਹਰ ਇੱਕ ਹੈ, ਉਹ ਵੀ ਫੌਜੀ ਨੇ ਜਿਹੜੇ ਰਾਮਗੜ੍ਹ ਤੋਂ ਫਿਰ ਛੱਡ ਕੇ ਤੁਰੇ ਸੀ, ਇਹ ਵੀ ਫੌਜੀ ਨੇ, ਕਿਉਂਕਿ ਉਹਨਾਂ ਨੂੰ ਪਾਠ ਉਸ ਤਰ੍ਹਾਂ ਪੜ੍ਹਾਇਆ ਹੋਇਆ। ਪਾਠ ਤਾਂ ਕੀ ਹੈ, ਤਾਂ ਸੇਵਾ ਮੁਕਤ ਹੋਏ ਵੀ ਪਾਠ ਜਿਹੜਾ ਅੰਦਰ ਵਸ ਜਾਂਦਾ, ਉਹ ਤੋਂ ਪਰਾਂ ਨਹੀਂ ਹੋ ਸਕਦੇ। ਅੱਜ ਦੇ ਦਿਨ ਵੀ ਹੁਣ ਜਿਹੜੇ ਸੁਣਦੇ ਹੋਣਗੇ ਉਹ ਮੇਰੇ ਨਾਲ ਉਹ ਇਸ ਗੱਲ 'ਤੇ ਨਾਲ ਨਹੀਂ ਹੈ। ਉਹ ਕਹਿੰਦਾ ਦੇਸ਼ ਦੀ ਕਾਨੂੰਨ ਦੀ ਹਾਲਾਤ ਇਹੋ ਜਿਹੇ ਸੀ ਤਾਂ ਫਿਰ ਫੌਜ ਨੇ ਜਾਣਾ ਹੀ ਸੀ ਅੰਦਰ। ਉਹਨਾਂ ਨੂੰ ਜਿਹੜੀ ਉਹਨਾਂ ਦੀ ਸੋਚਣੀ, ਉਹਨਾਂ ਮੁਬਾਰਕ, ਮੈਂ ਬਦਲਣਾ ਨਹੀਂ ਚਾਹੁੰਦਾ, ਪਰ ਮੈਂ ਪੱਖ ਪੇਸ਼ ਕਰਨਾ ਚਾਹੁੰਦਾ ਹੈ ਵੀ ਧਾਵੀ ਬਣ ਕੇ ਉਸ ਸੋਮੇ ਨੂੰ ਢਾਉਣ ਦੇ ਲਈ, ਕੌਮ ਦਾ ਸਵੈਮਾਨ ਤੋੜਨ ਲਈ, ਅਤੇ ਇਹ ਸਮਝਣ ਦੀ ਲੋੜ ਆ ਵੀ ਬਾਕੀ 69 ਗੁਰਦੁਆਰਾ ਸਾਹਿਬਾਨ ਦੇ ਵਿੱਚ ਤਾਂ ਹਥਿਆਰ ਹੈ ਨਹੀਂ ਸੀ, ਨਾ ਹੀ ਸੰਤ ਜਰਨੈਲ ਸਿੰਘ ਸੀ। ਇਹਨੂੰ ਜਸਟੀਫਿਕੇਸ਼ਨ ਜਾਂ ਫਿਰ ਜਿਹੜਾ ਇਸ ਤੋਂ ਬਾਅਦ ਆਪਰੇਸ਼ਨ ਬੁੱਡਰੋ ਜਿਹੜਾ ਸ਼ੁਰੂ ਕੀਤਾ, ਜਿਹੜਾ ਉਹਦੇ 'ਚ ਮੁਸ਼ਕਾਂ ਬੰਨ੍ਹ ਕੇ ਪੰਜਾਬ ਦੀ ਜਵਾਨੀ ਨੂੰ ਪਿੰਡ ਦੇ ਸਕੂਲ 'ਚ ਇਕੱਠਿਆਂ ਕਰਕੇ, ਜਾਂ ਇਹੋ ਜਿਹੀ ਸਿਚੁਏਸ਼ਨ ਵੀ ਇਹ ਟੱਪ ਜੋ ਸਰਹੱਦ, ਕੁਝ ਸਰਹੱਦ ਟਪਾ ਕੇ ਫਿਰ ਉਹ ਜਸਟੀਫਿਕੇਸ਼ਨ ਕਰਨੀ ਸੀ ਨਾ ਵਾਈਟ ਪੇਪਰ ਦੇ ਵਿੱਚ ਵੀ ਆਹ ਦੇਖੋ ਪਾਕਿਸਤਾਨ ਨਾਲ ਹੈ।
ਵਿਦੇਸ਼ੀ ਹਮਲੇ ਦੀ ਦਹਾਈ ਦੇ ਵਿੱਚ ਜਿੱਥੇ ਬੀਜੇਪੀ ਨਾਲ ਸੀ, ਜਿਹਦੇ 'ਚ ਅਡਵਾਨੀ ਹੋਣੀ, ਵਾਜਪਾਈ ਹੋਣੀ, ਚੌਧਰੀ ਚਰਨ ਸਿੰਘ ਹੋਣੀ, ਕੋਈ ਵੀ ਹਵਾਮ 'ਚ ਨੰਗਾ ਨਹੀਂ ਸੀ। ਉਹ ਸ਼ਰੇਆਮ ਕਹਿੰਦੇ ਸੀ, ਕਹਿੰਦੇ ਅਸੀਂ ਤਾਂ ਦਿਹਾੜੀ ਨਾ ਲਾਈਏ ਜੇ ਅਸੀਂ ਹੋਈਏ। ਉਹਨਾਂ ਨੇ ਚੜ੍ਹ ਜਾ ਬੇਟਾ ਸੂਲੀ ਵਾਲੀ ਗੱਲ, ਉਹਨਾਂ ਦੀ ਰਾਈਵਲੀ ਸੀ, ਮੈਂ ਇੰਦਰਾ ਆਹ ਕੁਛ ਕਰੂ ਤਾਂ ਇੰਦਰਾ ਹਿੱਲੂ, ਨਹੀਂ ਇੰਦਰਾ ਸਾਤੋਂ ਹਿੱਲਣਾ ਨਹੀਂ। ਹਾਲ ਬਹੁਤ ਮਾੜਾ ਸੀ। ਅੱਜ ਵਾਲੀ ਗੱਲ ਮੋਦੀ ਹੋਣ ਵਾਲੀ ਨਾ ਵੇਖੋ, ਬੇਰਾਂ ਬੱਟੇ ਨਹੀਂ ਸੀ ਪਛਾਣਦਾ ਬੀਜੇਪੀ ਨੂੰ, ਕੋਈ ਇੱਕ ਸੀਟ ਨਹੀਂ ਸੀ ਮਿਲਦੀ, ਧੱਕੇ ਖਾਂਦੇ ਫਿਰਦੇ ਸੀ। ਕਦੇ ਰੱਥ ਜੋੜ ਲਿਆ, ਕਦੇ ਕੁਛ ਜੋੜ ਲਿਆ ਅਡਵਾਨੀ ਨੇ, ਕੱਖ ਨਹੀਂ ਹੋਇਆ। ਜਿੱਦਣ ਸਰਦਾਰੀ ਆਈ ਤੇ ਉਸ ਦਿਨ ਬਾਅਦ ਅਡਵਾਨੀ ਉਹਨਾਂ ਨੂੰ ਬਿਨਾਂ ਹੱਥ ਮਿਲਾਏ ਮੋਦੀ ਉਹਨੇ ਕੋਲ ਦੀ ਲੰਘ ਕੇ, ਤੇ ਉਸ ਅਡਵਾਨੀ ਦੇ ਸਿਰ ਤੇ ਛਤਰੀ ਲਈ ਹੋਈ ਮੋਦੀ ਦੀ ਫੋਟੋ ਆ, ਹੱਥ 'ਚ ਫੜੀ ਖੜਾ, ਇੱਕ ਜਗ੍ਹਾ ਫੋਟੋ ਤੇ ਹੱਥ 'ਚ ਮਾਈਕ ਲਈ ਖੜਾ ਅਡਵਾਨੀ ਦੇ ਮੂਹਰੇ। ਉਹ ਅਡਵਾਨੀ ਨੂੰ ਬਿਨਾਂ ਹੱਥ ਮਿਲਾਏ ਕੋਲ ਦੀ ਲੰਘ ਗਿਆ। ਦੂਜਾ ਵਾਜਪਾਈ ਲੋਹੇ ਦੇ ਗੋਡਿਆਂ ਵਾਲਾ, ਉਹ ਅੰਦਰ ਪੈ ਕੇ ਜਿਹੜੇ ਹਾਲੀ ਉਹ ਗਿਆ। ਉਸ ਤੋਂ ਬਾਅਦ ਸੁੰਦਰ ਜੀ ਜਿਹੜਾ ਪੂਰਾ ਡੈਕੋਰੇਟਡ ਇੱਕ ਜਰਨੈਲ ਸੀ, ਉਹਦੀ ਘਰਵਾਲੀ ਨੇ ਫਿਰ ਇੰਟਰਵਿਊ 'ਚ ਕਿਹਾ ਵੀ ਜਿੱਦਣ ਤੋਂ ਇਹਨੇ ਹਮਲਾ ਕੀਤਾ ਉਹਦੇ ਬਾਅਦ ਸਾਰਾ ਕੁਝ ਇਹਦਾ ਬਦਲ ਗਿਆ। ਹਾਸੇ ਇਹਦੇ ਮੰਨਫੀ ਹੋ ਗਏ ਜ਼ਿੰਦਗੀ ਦੇ ਵਿੱਚ। ਪਾਪੀ ਨੂੰ ਦੰਡ ਦੇਣ ਦੇ ਥੱਲੇ ਵੈਦਿਆ ਨੂੰ ਉਹਨਾਂ ਦੇ ਕੀਤੇ ਇਸੇ ਗੱਲ ਦੇ ਵਿੱਚੋਂ, ਨਹੀਂ ਤਾਂ ਜਿਹੜਾ ਸਵੈਮਾਨ ਤੋੜ ਕੇ ਜਿਹੜਾ ਹਸ਼ਰ ਕੌਮ ਦਾ ਕੀਤਾ ਸੀ, ਕੌਮ ਉਹਦੇ 'ਚੋਂ ਨਹੀਂ ਸੀ ਨਿਕਲ ਸਕਦੀ। ਪਰ ਜਿਹੜਾ ਸਰਦਾਰ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ ਕੀਤੇ ਦੀ ਸਜ਼ਾ ਜਿਹੜੀ ਹੈ, ਕਿਉਂਕਿ ਨਿੱਜੀ ਤੌਰ 'ਤੇ ਨਿੱਜੀ ਹੈਂਕੜ ਦੇ ਵਿੱਚੋਂ ਵਿਗੜੇ ਪ੍ਰਧਾਨ ਮੰਤਰੀ ਦੀ ਧੀ ਸੀ, ਵਿਗੜੀ ਹੋਈ ਜਦ ਉਹਨੇ ਆਪਣੀ ਸਿਰ 'ਤੇ ਚੜ੍ਹ ਕੇ ਕਹਿੰਦੀ ਮੈਨੂੰ ਚੈਲੰਜ, ਮੈਂ ਆਵਾਂ ਤੇ ਲੋਕ ਮੇਰੀ ਇੱਜ਼ਤ 'ਚ ਖੜ੍ਹੇ ਹੋਣ ਤੇ ਕੌਮ ਦੇ ਇੱਕ ਟਕਸਾਲ ਦਾ ਜਥੇਦਾਰ ਕਹੇ ਉਹ ਤੁਸੀਂ ਖੜ੍ਹੇ ਹੋ ਗਏ ਇਹਦੇ ਸਾਹਮਣੇ ਗੁਰੂ ਸਾਹਿਬ ਨੂੰ ਛੱਡ ਕੇ। ਇਹ ਤਾਂ 20 ਜਨਮ ਲੈ ਲਵੇ ਤਾਂ ਵੀ ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਦੇਣਾ ਨਹੀਂ ਦੇ ਸਕਦੀ। ਉਹਦੇ ਮੂੰਹ 'ਤੇ ਕਹਿਣਾ ਚਪਲੀ ਝਾੜ ਜੈਲੇ ਵਰਗੇ ਤੇ ਦਰਬਾਰੇ ਵਰਗੇ ਉਹਨਾਂ ਨੇ ਕੀ ਕਰਨਾ, ਜਿਹੜੇ ਬਹਿੰਦੀ ਸਾਰ ਸੰਜੇ ਗਾਂਧੀ ਦੀ ਚੱਪਲ ਪਾਉਣ ਗਿਆ ਜਿਹੜਾ ਹੱਥੀਂ, ਅਚਕਨਾ ਪਾ ਕੇ ਕਿਤੇ ਥੋੜੀ ਫੁੱਲ ਟੰਗ ਕੇ ਕਿਤੇ ਰੁਤਬੇ ਵੱਧ ਸਕਦੇ ਨੇ। ਇੱਥੇ ਬਹੁਤ ਅਚਕਨਾ ਪਾਈ ਫਿਰਦੇ ਨੇ ਸਰੀ 'ਚ, ਕੀ ਉਹ ਵਧਾ ਦੇਣਗੇ ਤੁਹਾਡਾ ਰੁਤਬਾ? ਨਹੀਂ, ਉਸ ਤਰ੍ਹਾਂ ਨਹੀਂ ਹੈ। ਰੁਤਬੇ ਤਾਂ ਕੁੜਤੇ ਪਜਾਮਿਆਂ 'ਚ ਵੀ ਹੋ ਸਕਦੇ ਨੇ। ਪਰ ਇਸ ਨੂੰ ਜਦ ਇਹ ਸਾਰੀ ਜਿਹ 'ਚ 12 ਬਿਹਾਰ ਆ, 9 ਕਮਾਊ ਆ, 15 ਕਮਾਊ ਹੈ ਅਤੇ 26 ਮਦਰਾਸ ਹੈ ਅਤੇ 10 ਗਾਰਡਸ ਨੇ, ਇਹਨਾਂ ਨੇ 5 ਤਰੀਕ ਦੀ ਰਾਤ ਨੂੰ ਆਪਰੇਸ਼ਨ ਸ਼ੁਰੂ ਕਰਨਾ ਸੀ ਅੰਦਰ ਜਾਣ ਦਾ, ਜਿਹੜਾ 8 ਵਜੇ ਤੋਂ ਜਗ੍ਹਾ 10 ਵਜੇ ਤੱਕ ਕੀਤਾ। ਪਰ 10 ਵਜੇ ਦਾ ਚੱਲਿਆ ਹੋਇਆ ਰਾਤ ਦੇ 2 ਵੱਜ ਗਏ, ਪ੍ਰਕਰਮਾਂ ਦੇ ਵਿੱਚ ਪੈਰ ਨਹੀਂ ਪੈ ਸਕਿਆ ਪੈਰਾ ਕਮਾਂਡੋਜ਼ ਦਾ। ਪਹਿਲਾਂ ਤਾਂ ਉੱਪਰਲੇ ਜਿਹੜੇ ਮੋਰਚੇ ਸੀ ਘੰਟਾ ਘਰ ਦੇ, ਉੱਧਰਲੇ ਪਾਸੋਂ ਜਦ ਬਖਤਰਬੰਦ ਗੱਡੀਆਂ 'ਚ ਉਹਨਾਂ ਨੂੰ ਛੱਡਣ ਆਉਂਦੇ ਸੀ, ਉੱਥੇ ਤੱਕ ਨਹੀਂ ਆਉਣ ਦਿੱਤੇ। ਜਦ ਉਹ ਤੋਪ ਦੇ ਗੋਲੇ ਨਾਲ ਤਬਾਹ ਕੀਤੇ, ਫਿਰ ਪੌੜੀਆਂ ਦੇ ਵਿੱਚ ਅੱਗੇ ਬਰਾਬਰ ਕਮਰੇ ਸੀ, ਉੱਥੇ ਜੇ ਯਾਦ ਹੋਵੇ ਰੋਸ਼ਨਦਾਨ ਸੀ, ਉਹਨਾਂ ਰੋਸ਼ਨਦਾਨਾਂ 'ਚ LMG ਬੀੜੀ ਹੋਈ ਸੀ। ਫਿਰ ਉਹਨਾਂ ਨੇ ਉੱਥੇ ਉਹਨਾਂ ਨੂੰ ਉੱਤਰ ਨਾ ਦਿੱਤਾ, ਲੱਤਾਂ ਦੇ ਵਿੱਚ ਗੋਲੀਆਂ। ਉਸ ਤੋਂ ਬਾਅਦ ਜੇ ਰੀਂਗ ਕੇ ਜਾਂਦੇ ਸੀ, ਜਦ ਉੱਥੋਂ ਅਕਾਲ ਤਖਤ ਸਾਹਿਬ ਦੀ ਬਾਹੀ ਨੂੰ ਜਾਂਦੇ, ਜਿਹੜਾ ਸਾਹਮਣੇ ਖੂੰਜੇ 'ਚ ਪਿਆ ਉਹ ਹੈ, ਉੱਥੇ 10 ਇੰਚ ਉੱਚੀ ਇੱਕ LMG ਬੀੜੀ ਹੋਈ ਸੀ, ਜਿਹੜਾ ਰੇਂਗਦਿਆਂ ਨੂੰ ਨਹੀਂ ਸੀ ਜਾਣ ਦਿੰਦਾ। ਜਿਹੜੇ 26 ਮਦਰਾਸ ਵਾਲੇ ਲੰਗਰ ਵਾਲੇ ਪਾਸਿਓਂ ਵੜ ਕੇ ਬਖਤਰਬੰਦੀ ਗੱਡੀ 'ਚੋਂ ਉਤਰਦੇ ਸੀ ਬੀਬੀਆਂ ਦੇ ਪੌਣੇ ਕੋਲ ਨੂੰ, ਉਹਨਾਂ ਦੇ ਲਈ ਪਰਲੇ ਬੰਨੇ ਜਿਹੜੀ ਪਰਲੀ ਖੁੱਚ ਦੇ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਬੁੰਗੇ ਦੇ ਨਾਲ ਪਿਆ ਹੋਇਆ ਜਿਹੜਾ ਉੱਥੇ ਇੱਕ LMG ਸੀ, ਉਹਨਾਂ ਨੂੰ ਉਹ ਨਹੀਂ ਸੀ ਉਤਰਨ ਦਿੰਦੇ। ਅਤੇ ਆਟਾ ਮੰਡੀ ਵਾਲੇ ਪਾਸਿਓਂ ਦੂਸਰੇ ਪਾਸੇ ਬਾਬਾ ਦੀਪ ਸਿੰਘ ਵਾਲੇ ਪਾਸਿਓਂ ਉੱਧਰ ਦੀ ਕੋਈ ਗੱਡੀਆਂ ਟੈਂਕ ਅਤੇ ਕੁਛ ਹੁਣ ਦਾ ਵਾਲਾ ਕੰਮ ਨਹੀਂ ਸੀ ਹੈ। ਹੁਣ ਤਾਂ ਇਹ ਚਗਿਰਦੇ ਦੇ ਥੱਲੇ ਮਤਲਬ ਸੈਂਟਰ ਦੇ ਕਹੇ 'ਤੇ ਸਾਰਾ ਕੁਛ ਢਾਹ ਕੇ ਜੀ ਆਲੇ ਦੁਆਲੇ ਖੁੱਲ੍ਹਾ ਕਰਤਾ ਨਾ। ਪਹਿਲਾਂ ਹੈ ਨਹੀਂ ਸੀ, ਇਸ ਤਰ੍ਹਾਂ ਨਹੀਂ ਸੀ ਹੈ। ਜਿਹੜੇ 84 ਤੋਂ ਬਾਅਦ ਜੰਮੇ ਆ ਉਹਨਾਂ ਨੇ ਨਹੀਂ ਦੇਖਿਆ, ਜਿਹੜੇ ਪਹਿਲਾਂ ਜੰਮੇ ਆ ਉਹਨਾਂ ਨੂੰ ਪਤਾ ਹੈ। ਪੁਰਾਣੇ ਸਮੇਂ ਦੀ ਜੇ ਤੁਸੀਂ ਵੀਡੀਓ ਵੇਖੋ ਉਹਦੇ 'ਚ ਪਤਾ ਲੱਗਦਾ। ਫਿਰ ਜਦ ਉੱਧਰੋਂ ਜਦ ਉੱਤਰ ਨਾ ਸਕੇ, ਫਿਰ ਜਦੋਂ ਜਾ ਨਾ ਸਕੇ, ਕਿਉਂਕਿ ਉਹ ਵੀ ਹੁਣ ਅਲੀਟ ਨੇ, ਜਿਹੜੇ ਫਰੰਟੀਅਰ ਫੋਰਸ ਵਾਲੇ ਨੇ ਜਾਂ ਕਮਾਂਡੋ ਨੇ, ਉਹ ਕਿਤੇ ਆਮ ਇਨਸਾਨ ਥੋੜ੍ਹਾ ਨੇ। ਉਹ ਤਾਂ ਉਹ ਟ੍ਰੇਨ ਨੇ ਜਿਹੜੇ ਹਵਾ ਨੂੰ ਗੰਢਾ ਦੇ ਦੇਣ। ਅਤੇ ਦੂਜੇ ਬੰਨੇ ਆਮ ਜਿਹੜੇ ਗੁਰੂ ਦੇ ਲੜ ਲੱਗੇ ਉਹਦੇ ਸ਼ੇਰ ਪੁੱਤ ਨੇ, ਜਿਨ੍ਹਾਂ ਕੋਲ 315 303 SLR LMG ਬਸ ਇੱਦੋਂ ਵੱਧ ਨਹੀਂ, ਅਤੇ ਗਿਣਤੀ 100 ਦੇ ਕਰੀਬ ਹੈ। ਪਰ ਉਹਨਾਂ ਦੇ ਕੋਲ ਜਿਹੜੀ ਉਹਨਾਂ ਦੀ
ਉਹਨਾਂ ਨੂੰ ਜਿਹੜੇ ਮੋਰਚੇ ਬਣਵਾ ਕੇ ਦਿੱਤੇ ਸ਼ਵੇਗ ਸਿੰਘ ਨੇ, ਉਹ ਦਰਸ਼ਨ ਡਿਊਟੀ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਚੁਬਾਰਿਆਂ ਤੇ ਪਿਛਲੇ ਬੰਨੇ ਬਿਲਕੁਲ ਨਾਲ ਸੀ ਚੁਬਾਰੇ ਉਹ, ਅਤੇ ਜਿੱਥੇ ਹੁਣ ਆਪਣਾ ਹੁਕਮਨਾਮਾ ਰੱਖਿਆ ਉਹ ਖੂੰਜੇ ਦੇ ਵਿੱਚ, ਜਿੱਥੇ ਭਾਈ ਸਾਹਿਬ ਭਾਈ ਕਾਬਲ ਸਿੰਘ ਸੀ, ਅਤੇ ਦੂਜੇ ਖੂੰਜੇ ਜਿੱਥੇ ਆਪਾਂ ਕੜਾਹ ਪ੍ਰਸ਼ਾਦੀ ਹੁਣ ਪਰਚੀ ਲੈਂਦੇ ਹਾਂ ਉਹ ਖੂੰਜੇ 'ਚ ਵੀ ਇੱਥੋਂ ਹੀ ਬਣਨਾ, ਮੁੜ ਕੇ ਆਉਣਾ ਕਿੱਧਰ ਦੀ ਹੈ। ਨੇਵਲ ਡਾਈਵਰ ਜਿਹੜੇ ਕਮਾਂਡੋ ਸੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਪਾਣੀ 'ਚ ਉਤਰਨਾ ਲੰਗਰ ਵਾਲੇ ਪਾਸਿਓਂ ਅਤੇ ਸਿੱਧਾ ਜਾ ਕੇ ਪਹੁੰਚਣਾ ਹੈ ਜਿਹੜਾ ਦਰਸ਼ਨ ਡਿਊਟੀ ਦੇ ਨਾਲ ਜਾਂ ਸਾਹਮਣੇ ਅਕਾਲ ਤਖਤ ਸਾਹਿਬ 'ਚ ਬਣਨਾ। ਉਹਨਾਂ ਨੂੰ ਪੈਰ ਨਹੀਂ ਪਾਉਣ ਦਿੱਤਾ। ਇਹ ਗੱਲ ਵੀ ਹੋਈ ਵੀ ਉੱਪਰੋਂ ਹੈਲੀਕਾਪਟਰ ਤੋਂ ਸਿੱਟੇ, ਨਹੀਂ ਉਹ ਹੈਲੀਕਾਪਟਰ ਤੋਂ ਨਹੀਂ ਸਿੱਟੇ, ਉਹਨਾਂ ਨੂੰ ਬਖਤਰਬੰਦ ਗੱਡੀਆਂ 'ਚ ਲਿਆ। ਉਹਨਾਂ ਨੂੰ ਕਿਹਾ ਇਹ ਗਿਆ ਵੀ ਦੇਖੋ ਜਾਂਦੇ ਜਾਂਦੇ ਕਿਤੇ ਸ਼੍ਰੀ ਦਰਬਾਰ ਸਾਹਿਬ 'ਤੇ ਬੰਬ ਸਿੱਟ ਕੇ ਖਾੜਕੂ ਉਹਨਾਂ ਨੂੰ ਜਾਣ ਕੇ ਉਜਾੜ ਕੇ ਸਾਡੇ ਢਾਹ ਕੇ ਸਾਡੇ ਗੱਲ ਨਾ ਪੈਣ, ਉਹਨਾਂ ਦੀ ਪ੍ਰੋਟੈਕਸ਼ਨ ਲਈ ਇਹ ਨੈਵਲ ਡਾਈਵਰ ਜਾਂਦੇ। ਬਿਲਕੁਲ ਝੂਠ ਸੀ ਜਿਹੜੀ ਗੱਲ। ਬਹੁਤ ਕੁਝ ਉਹਨੇ ਆਪਣੀ ਕਿਤਾਬ 'ਚ ਲਿਖਿਆ ਜਨਰਲ ਬਰੈਡ ਨੇ। ਉਹਦਾ ਕਸੂਰ ਨਹੀਂ, ਉਹ ਜੰਮਿਆ ਪੜਿਆ ਉਸ ਤਰ੍ਹਾਂ ਹੀ ਮਿਲਟਰੀ ਵਾਲੇ ਦੇ ਘਰੇ ਜੰਮਿਆ, ਦੂਨ 'ਚ ਪੜ੍ਹਿਆ, ਉਹਦੇ ਵੱਸ ਦੀਆਂ ਗੱਲਾਂ ਹੈ ਨਹੀਂ, ਅਤੇ ਉਹਦੇ 'ਤੇ ਦੋਸ਼ ਵੀ ਕੋਈ ਨਹੀਂ ਹੈ, ਆਪਣੀ ਆਪਣੀ ਸੋਚਣੀ ਹੈ। ਜਦ ਹੁਣ ਉਹ ਨਹੀਂ ਜਾ ਰਹੇ, ਫਿਰ ਘੰਟਾ ਘਰ ਵਾਲੇ ਪਾਸਿਓਂ ਅੰਦਰ ਵੜ ਕੇ ਪੌੜੀਆਂ ਲਾ ਕੇ ਪਹਿਲੀ ਮੰਜ਼ਿਲ, 2 ਮੰਜ਼ਿਲਾਂ ਨੇ ਜੇ ਤੁਸੀਂ ਦੇਖਦੇ ਹੋ ਘੰਟਾ ਘਰ ਵਾਲੇ ਪਾਸਿਓਂ, ਅਤੇ ਦੂਜੇ ਬੰਨੇ ਇੱਕ ਪਹਿਲੀ ਮੰਜ਼ਿਲ ਆ ਇੱਕ ਦੂਜੀ ਜਿਹਦੇ ਉੱਪਰ ਕਮਰੇ ਨੇ, ਉੱਥੋਂ ਫਿਰ ਉਹ ਪੌੜੀਆਂ ਚੜ੍ਹ ਕੇ ਉੱਪਰ ਗਏ। ਉਹਦੇ ਉੱਪਰ ਆ ਕੇ ਉਹਨਾਂ ਕਮਰਿਆਂ ਤੋਂ, ਥੱਲੇ ਤੋਂ ਤਾਂ ਬਣ ਨਹੀਂ ਸਕਦਾ, ਪਹਿਲਾਂ ਤਾਂ ਥੱਲੇ ਇਉਂ ਸੀ ਬਸ ਉਤਰੇ, ਨਾਲ ਦੇ ਕਮਰੇ ਤੁਸੀਂ ਗ੍ਰਨੇਡ ਸਿੱਟਦੇ ਤੁਰੀ ਜਾਣਾ, ਖੂੰਜੇ 'ਚ ਅਕਾਲ ਤਖਤ ਸਾਹਿਬ ਵੱਲ ਨੂੰ ਤੁਰੀ ਜਾਣਾ, ਅਤੇ ਬਸ ਉਹਦੇ ਬਾਅਦ ਫਰੰਟੀਅਰ ਫੋਰਸਿਸ ਨੇ ਆਉਣਾ, ਉਹਨਾਂ ਨੇ ਰਸਾਇਣਕ ਗੈਸਾਂ ਲੈ ਕੇ ਆਉਣੀਆਂ, ਅਤੇ ਉਹਨਾਂ ਨੇ ਅਕਾਲ ਤਖਤ ਸਾਹਿਬ 'ਚ ਵੜ ਕੇ ਜਾ ਕੇ ਸੰਤ ਜਰਨੈਲ ਸਿੰਘ ਉਹਨਾਂ ਨੂੰ ਫੜ ਕੇ ਬਾਹਰ ਲੈ ਆਉਣਾ। ਬਸ ਇੰਨਾ ਹੀ ਕੰਮ ਆ, ਘੰਟੇ 3 ਲਾਉਣੇ, ਇੰਨਾ ਹੀ ਕੰਮ ਆ ਉਹ ਕਹਿੰਦੇ। ਅਤੇ ਉਹ ਅੰਦਰ ਕਹਿੰਦਾ ਵੀ ਆਓ ਤਾਂ ਸਹੀ ਮਾੜਾ ਜਿਹਾ ਦੇਖਿਓ ਤਾਂ ਸਹੀ। ਜੇ ਉਹਨੂੰ ਕਹਿੰਦੇ ਸਾਂਝੀ ਤੁਸੀਂ, ਉਹ ਕਹਿੰਦਾ ਮੇਰੇ ਤੋਂ ਕਰਾਉਣਾ ਕੀ ਆ ਤੁਸੀਂ, ਮੈਨੂੰ ਤਾਂ ਜਾ ਕੇ ਚੌਂਕ ਮਹਿਤੇ ਦੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੰਸਕਾਰ ਕਰ ਦਿਓ, ਅਤੇ ਮੇਰੀ ਜਗ੍ਹਾ ਕੋਈ ਨਹੀਂ ਬਣਾਉਣੀ, ਲੋਕ ਉੱਪਰ ਦੀ ਲੰਘ ਕੇ ਜਾਣ ਜਾਂ ਮੱਥਾ ਟੇਕਣ ਜਾਣ ਬਸ। ਹੁਣ ਉਸ ਯੋਧੇ ਨੂੰ ਫੜਨ ਦੇ ਲਈ ਤੁਸੀਂ ਇਹ ਤਾਂ ਦੇਖੋ ਵੀ ਦੁਨੀਆ ਨੂੰ, ਨਾਲ ਦੇ ਦੇਸ਼ਾਂ ਨੂੰ ਹਰਾਉਣ ਵਾਲੀ ਮਿਲਟਰੀ ਹੈ, ਅਤੇ ਇੱਕ ਬੰਨੇ ਡਿਫੈਂਡਰ ਨੇ, ਇੱਕ ਬੰਨੇ ਇਨਵੇਡਰ ਨੇ। ਡਿਫੈਂਡ ਕਰਨ ਵਾਲੇ 100-125 ਦੇ ਕਰੀਬ ਨੇ, ਅਤੇ ਇੱਧਰ ਇਨਫੈਂਟਰੀਆਂ ਅਤੇ ਡਿਵੀਜ਼ਨਾਂ ਅਤੇ ਕੰਪਨੀਆਂ, ਪਤਾ ਨਹੀਂ ਮੈਨੂੰ ਤਾਂ ਹਿਸਾਬ ਕਿਤਾਬ ਇਹਦਾ ਆਉਂਦਾ ਨਹੀਂ, ਜਿਹੜੇ ਨੇ ਨੌਕਰੀ ਕੀਤੀ ਉਹਨਾਂ ਨੂੰ ਪਤਾ ਉਹ ਕੰਪਨੀ 'ਚ ਕਿੰਨੇ ਹੁੰਦੇ, ਡਿਵੀਜ਼ਨ 'ਚ ਕਿੰਨੇ ਹੁੰਦੇ, ਅਤੇ ਰੱਬ ਜਾਣਦਾ, ਨਾ ਗਿਣਨ ਦੀ ਲੋੜ ਹੈ। ਅਤੇ ਜਦ ਦਿਨ ਚੜ੍ਹਨ ਲੱਗਿਆ ਉਹ ਕਹਿੰਦੇ ਵੀ ਹੁਣ ਤੱਕ ਕਹਾਣੀ ਹੈ ਨਹੀਂ। ਫਿਰ ਪਰਮਿਸ਼ਨ, ਬਖਤਰਬੰਦ ਗੱਡੀ ਜਦ ਬਣਨ ਦੀ ਕੋਸ਼ਿਸ਼ ਕੀਤੀ, ਜਿਹੜਾ ਰਾਕਟ ਪ੍ਰੋਪੈਲਡ ਗ੍ਰਨੇਡ ਆ ਉਹਦੇ ਨਾਲ, ਉਹ ਜਦ ਬਣਤੀ, ਇੱਕ ਭਾਈ ਮੋਹਰ ਸਿੰਘ ਸਨ ਜਿਨ੍ਹਾਂ ਨੇ ਆਪਣੀ ਬੱਚੀ ਦੇ ਨਾਲ ਬੰਬ ਨਾਲ ਆਪਣੇ ਬੰਨ੍ਹ ਕੇ ਬਖਤਰਬੰਦ ਗੱਡੀ 'ਤੇ ਛਾਲ ਮਾਰੀ। YouTube 'ਤੇ ਪਾਇਓ ਨਾਂ, ਅਤੇ ਫਿਰ ਉਹਨਾਂ ਦੀ ਗਾਥਾ ਦੱਸਣਗੇ। ਚਸ਼ਮਦੀਦ ਗਵਾਹਾਂ ਦੀ ਗੱਲ ਹੈ। ਸਰਦਾਰ ਮੁਖਤਿਆਰ ਸਿੰਘ ਮੁਖੀ ਦਮਦਮੀ ਟਕਸਾਲ ਵਾਲੇ ਹਲੇ ਜਿਉਂਦੇ ਨੇ, ਅਮਰੀਕਾ 'ਚ ਨੇ, ਅਤੇ ਉਹਨਾਂ ਦੀਆਂ ਇੰਟਰਵਿਊਆਂ ਨੇ ਬਹੁਤ, ਮੇਰੀ ਕਿਹੜੀ ਕਿਸੇ ਦੀ ਸੁਣਦੀ ਨਹੀਂ, ਉਹਨਾਂ ਨੂੰ ਚਸ਼ਮਦੀਦ ਗਵਾਹਾਂ ਦੀ ਆਪ ਸੁਣ ਲਓ ਤੁਸੀਂ, ਮੁਲਾਂਕਣ ਆਪ ਕਰ ਲਿਓ। ਫਿਰ ਪੌੜੀਆਂ 'ਤੇ ਚੜ੍ਹ ਕੇ ਉੱਪਰਲੀ ਮੰਜ਼ਿਲ 'ਤੇ ਘੰਟਾ ਘਰ ਵਾਲੇ ਪਾਸਿਓਂ ਅਕਾਲ ਤਖਤ ਸਾਹਿਬ ਨੂੰ ਕੋਲ ਨੂੰ ਖੂੰਜੇ 'ਚ ਆਏ। ਦਿਨ ਚੜ੍ਹਨ ਲੱਗਿਆ। ਦਿਨ ਚੜ੍ਹਦੇ ਜਦ ਦੇਖਿਆ, ਉਹ ਕਹਿੰਦੇ ਵੀ ਅਸੀਂ ਹੁਣ ਟੈਂਕਾਂ ਦੀ ਪਰਮਿਸ਼ਨ, ਉੱਧਰੋਂ 10 ਵਜੇ ਮਦਰਾਸ ਵਾਲਿਆਂ ਨੇ ਜਿਹੜਾ ਲੰਗਰ ਵਾਲੇ ਪਾਸੇ ਆਉਣਾ ਸੀ, ਉੱਧਰ ਸਵੇਰ ਦੇ 3 ਵੱਜ ਗਏ, ਉਹ ਨਾ ਰੜਕੇ, ਉਹ ਹਾਕਾ ਮਾਰੇ ਆਪਣੇ ਯੂਨਿਟ ਦੇ ਉੱਪਰ ਚੁਬਾਰੇ 'ਚ ਬੈਠਾ ਵੀ ਹੈ ਕਿੱਥੇ, ਉਹ ਕੂਣ ਨਾ ਕਿਤੇ ਵੀ। ਉਹ ਲੰਗਰ ਹਾਲ ਦੀ ਇਮਾਰਤ ਦੇ ਵਿੱਚ ਇੱਕ ਬਹੁਤ ਵੱਡਾ ਮੋਰਚਾ ਸੀ, ਜਿਹੜਾ ਲੰਗਰ ਹਾਲ ਦੇ ਸਾਹਮਣੇ ਬਖਤਰਬੰਦ ਗੱਡੀਆਂ ਨੂੰ ਆਉਣ ਹੀ ਨਹੀਂ ਸੀ ਦਿੰਦਾ। ਅਲੱਗ-ਅਲੱਗ ਚੀਜ਼ਾਂ ਸੀ, ਇੱਕ ਨੇ ਬਾਰਡਰ ਸੀਲ ਕਰਨਾ ਸੀ, ਪੰਜਾਬ ਸੀਲ ਸੀ, ਪੰਜਾਬ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹਾ ਸੀਲ ਸੀ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਅੰਮ੍ਰਿਤਸਰ ਸ਼ਹਿਰ ਸੀਲ ਸੀ, ਅੰਮ੍ਰਿਤਸਰ ਦੇ ਵਿੱਚੋਂ ਦਰਬਾਰ ਸਾਹਿਬ ਸੀਲ ਸੀ। ਫਿਰ ਵੀ 4 ਤਰੀਕ ਸਵੇਰ ਦੇ ਲੱਗੇ, 6 ਤਰੀਕ ਸਵੇਰ ਹੋ ਗਈ, 48 ਘੰਟੇ ਹੋ ਗਏ, ਬਾਹ ਨਾ ਜਾ ਚੱਲੇ। ਜਿਹੜੇ ਕਹਿੰਦੇ ਬਈ ਗਏ ਤੇ ਆਏ। ਜਦੋਂ ਕਹਿੰਦਾ ਨਾ ਗੁਰਦੇਵ ਸਿੰਘ ਨੂੰ, ਕਹਿੰਦਾ ਕੀ ਸੋਚਦਾ ਤੂੰ, ਕਹਿੰਦਾ ਮੈਂ ਤਾਂ ਨਹੀਂ ਸੋਚਦਾ ਕੋਈ, ਤੂੰ ਕੀ ਸੋਚਦਾ, ਕਹਿੰਦਾ ਬਸ ਜਦ ਤੋਪਾਂ ਕਹਿੰਦਾ ਗੜਕਦੀਆਂ ਉੱਪਰੋਂ ਹੈਲੀਕਾਪਟਰ ਕਹਿੰਦੇ ਪਤਲੂਨ ਦੇ ਵਿੱਚ ਲੱਤਾਂ ਹਿਲਦੀਆਂ। ਗੁਰਦੇਵ ਸਿੰਘ ਬਰਾੜ ਕਹਿੰਦਾ ਪਤਲੂਨ ਨਹੀਂ ਪਾਈ ਹੋਈ, ਉਹਦੇ ਗੋਡਿਆਂ ਤੱਕ ਕਸ਼ਹਿਰਾ ਹੈ, ਅਤੇ ਚੋਲਾ ਉਹਦਾ ਗੋਡਿਆਂ ਤੋਂ ਨੀਵਾਂ, ਬਰਾੜ ਉਹਦਾ ਗੋਤ ਹੈ। ਚਲੋ ਉਹਨੇ ਤਾਂ ਆਪਣੇ ਤਰੀਕੇ ਨਾਲ ਕਿਹਾ, ਸੰਤਾਂ ਨੇ ਤਾਂ ਗੋਤ ਦੀ ਕਹਾਣੀ ਕੋਈ ਨਹੀਂ ਸੀ ਵੀ ਤੁਹਾਨੂੰ ਨਹੀਂ ਪਤਾ ਹੈ, ਜਿੱਧਰ ਨੂੰ ਤੂੰ ਚੱਲਿਆ ਉਹ ਕਹਿੰਦਾ ਨਾ ਤੂੰ ਬਕਵਾਸ ਕਰਦਾ, ਤੂੰ ਜਾ ਛੁੱਟੀ, ਤੇਰੇ ਵੱਸ ਦੀ ਗੱਲ ਹੈ ਨਹੀਂ, ਤੂੰ ਮਾੜੇ ਦਿਲ ਦਾ।
ਕਹਿੰਦੇ ਕਰਫਿਊ ਲੱਗੀਆਂ ਸੜਕਾਂ ਤੋਂ ਜਾਂ ਬਖਤਰਬੰਦ ਗੱਡੀਆਂ ਵਿਜੇਤਾ ਟੈਂਕ ਜਿਹੜੇ ਤੁਰੇ ਤਾਂ ਲੋਕਾਂ ਨੇ ਉਹਨਾਂ ਨੇ ਵੀ ਚਸ਼ਮਦੀਦ ਦੇਖੇ ਜਾਂ ਸ਼ਹਿਰ ਦੇ ਵਿੱਚ ਦੀ ਲੰਘ ਕੇ ਆਏ। ਫਿਰ ਜਦ 3 ਟੈਂਕ ਉੱਥੇ ਵਾੜੇ ਆ ਕੇ ਬਾਬਾ ਦੀਪ ਸਿੰਘ ਦੇ ਮੱਥੇ ਤੇ ਮੰਜੀ ਸਾਹਿਬ ਦੇ ਕੋਲ ਦੀ ਉਹ ਪੌੜੀਆਂ 'ਚ ਰੂਪਮਾਨ ਕਰਿਓ ਜਿਹੜੇ ਮੱਥਾ ਟੇਕ ਕੇ ਆਏ ਨੇ। ਪਹਿਲਾਂ ਜਿਹੜੀ ਤੋਪ ਦੇ ਉੱਪਰ ਟੈਂਕ ਦੇ ਉੱਪਰ ਛੋਟੀ ਮਸ਼ੀਨ ਗਨ ਸੀ ਉਹਦੇ ਨਾਲ ਜਿਹੜਾ ਗੋਲੇ ਜਿਹੜੇ ਦਾਗਣ ਦੀ ਕੋਸ਼ਿਸ਼ ਕੀਤੀ ਵੀ ਥੱਲਿਓਂ ਜਾਓ, ਪਰ ਜਾਣ ਨਾ ਦਿੱਤਾ। ਉਹ ਕਹਿੰਦੇ ਕਤਲਗਾਹ ਬਣ ਗਿਆ। ਇਹ ਰਹਿਣੇ ਨੇ ਵੀ ਗੱਲ ਕੀਤੀ, ਇਹ ਬਰਾੜ ਨੇ ਵੀ ਕੀਤੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੱਥੇ ਤੇ ਦਰਸ਼ਨ ਡਿਊਟੀ ਦੇ ਵਿੱਚ ਕਤਲਗਾਹ ਬਣ ਗਿਆ ਸਾਡੇ ਫੌਜੀਆਂ ਦੀ। ਹੁਣ ਉਹ ਗਿਣਤੀ ਤਾਂ ਨਹੀਂ ਦੇਣੀ ਕਿਤੇ, ਕਈ ਦੇਸ਼ਾਂ ਦੇ ਵਿੱਚ 30 ਸਾਲ ਤੋਂ ਬਾਅਦ ਇਹ ਡਾਕੂਮੈਂਟਸ ਆ ਜਾਂਦੇ ਨੇ ਬਾਹਰ, ਪਰ ਉਹ ਦੇਣੇ ਨਹੀਂ ਉਹਨਾਂ ਨੇ ਕਦੇ। ਚਸ਼ਮਦੀਦ ਦੱਸ ਸਕਦੇ ਨੇ। ਤੇ ਉਸ ਤੋਂ ਬਾਅਦ ਫਿਰ ਜਦ ਦਿਨ ਦੇ 6 ਵੱਜਣ ਲੱਗ ਗਏ, ਦਿਨ ਚੜ੍ਹ ਗਿਆ, ਜੂਨ ਦਾ ਮਹੀਨਾ ਗਰਮੀ ਦਾ, ਫਿਰ 110 mm ਦੇ ਵੱਡੀ ਤੋਪ ਦੇ ਜਿਹੜੇ ਟੈਂਕ ਦੇ ਗੋਲੇ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰਲੀ ਮੰਜ਼ਿਲ 'ਤੇ ਮਾਰਨੇ ਸ਼ੁਰੂ ਕੀਤੇ। ਫਿਰ ਉਹਦੇ ਬਾਅਦ ਤਾਂ ਫਿਰ ਹੁਣ ਇੱਕ 315 ਬੋਰ ਜਾਂ LMG ਜਾਂ SLR ਤੇ ਮੂਹਰੇ ਤੋਪ ਟੈਂਕ ਉਹਦਾ ਕਾਹਦਾ ਮੁਕਾਬਲਾ ਹੈ। ਚਲੋ, ਪਰ ਦੁਸ਼ਮਣ ਨੇ ਆਪਣੇ ਤੌਰ 'ਤੇ ਦੋਨੇ ਪਾਸੇ ਜਿਹੜੀ ਫੌਜ ਹੈ, ਜੇ ਅੰਦਰੋਂ ਨੇ ਉਹਨਾਂ ਨੇ ਵੀ ਮੈਕਸੀਮਮ ਵਰਤਣੇ ਨੇ, ਬਾਹਰਲੇ ਨੇ ਵੀ ਵਰਤਣੇ ਨੇ। ਪਰ ਗੱਲ ਸਵਾਦ ਦੀ ਸਭ ਤੋਂ ਵੱਡੀ ਇਹ ਹੈ ਵੀ ਫੜ ਫੇਰ ਵੀ ਨਹੀਂ ਸਕੇ ਤੇ ਅਕਾਲ ਤਖਤ ਸਾਹਿਬ 'ਚ ਵੜ ਫੇਰ ਵੀ ਨਾ ਸਕੇ। ਇੰਨਾ ਕੁਛ ਕਰਨ ਦੇ ਬਾਵਜੂਦ ਅਕਾਲ ਤਖਤ ਸਾਹਿਬ ਦੇ ਮਲਬੇ ਥੱਲੇ ਤਾਂ ਸਿੰਘ ਆ ਗਏ, ਪਰ ਆਪ ਤਾਂ ਬੜੇ ਜਾ ਕੇ 6 ਤਰੀਕ ਆਥਣੇ ਅੰਦਰੋਂ। ਜਦ ਕੌਮ ਦੇ ਜਥੇਦਾਰ ਨੇ ਬਾਹਰ ਨਿਕਲ ਕੇ ਆਪ ਹਿੱਕ 'ਚ ਗੋਲੀਆਂ ਖਾਧੀਆਂ, ਸ਼ਹੀਦੀ ਦਿੱਤੀ, ਬਿਲਕੁਲ ਨਿਸ਼ਾਨ ਸਾਹਿਬ ਦੇ ਥੱਲੇ ਆ ਕੇ ਤੁਰ ਕੇ ਅੰਦਰੋਂ ਅਰਦਾਸ ਕਰਕੇ ਗੋਲਿਆਂ ਨਾਲ ਢਾਹ ਕੇ ਵੀ ਅੰਦਰ ਨਹੀਂ ਵੜ ਸਕੇ। ਜਿਹੜੇ ਕਹਿੰਦੇ ਗਏ ਤੇ ਆਏ, ਬਸ 10 ਵਜੇ ਸ਼ੁਰੂ ਕਰਨਾ, 2:30 ਵਜੇ ਵਾਪਸ। ਜਿਹੜੀਆਂ ਗੋਲੀਆਂ ਦੇ ਨਿਸ਼ਾਨ ਨੇ 2 ਘੰਟੇ ਦੇ ਵਿੱਚ ਉਹਨਾਂ ਨੂੰ ਲੇਪਾ ਪੋਚੀ ਕਰਕੇ 4 ਸਾਢੇ 4 ਵਜੇ ਦਾ ਕੀਰਤਨ ਸ਼ੁਰੂ ਕਰਾ ਦੇਣਾ। ਮੈਂ ਤੇ ਸਾਹਮਣੇ ਇਤਿਹਾਸ ਪਿਆ ਸਾਰਾ 18ਵੀਂ ਸਦੀ ਦਾ, ਜਿਹਦੇ ਵਿੱਚ 1640 ਤੋਂ ਲੈ 1740 ਤੋਂ 1765 'ਚ 25 ਵਰਿਆਂ ਦੇ ਵਿੱਚ 5 ਕਹਿਰੀ ਹਮਲੇ ਨੇ, ਜਿਹਦੇ ਵਿੱਚ ਜ਼ਕਰੀਆ ਦਾ ਭੇਜਿਆ ਹੋਇਆ ਰੰਗੜ ਹੈ, ਜਿਹਦੀ ਗਰਦਨ ਲਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ। ਜਿਹੜੇ ਮਹਿਤਾਬ ਸਿੰਘ ਦੀ 5ਵੀਂ ਪੀੜ੍ਹੀ ਦੇ ਵਿੱਚੋਂ ਸਰਾਜ ਸ਼ਾਵੇਗ ਸਿੰਘ, ਮਹਿਤਾਬ ਸਿੰਘ ਦਾ ਪੁੱਤਰਾ ਰਾਏ ਸਿੰਘ ਦਾ ਪੁੱਤਰਾ ਰਤਨ ਸਿੰਘ ਭੰਗੂ, ਜਿਨ੍ਹਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ, ਸੁਣਨ ਵਾਲਾ, ਤੇ ਗਿਆਨੀ ਸ਼ੇਰ ਸਿੰਘ ਨਿਹੰਗ, ਉਹਨਾਂ ਨੇ 80 ਦੇ ਕਰੀਬ 80 ਘੰਟੇ ਦੀ ਉਹਦੀ ਕਥਾ ਪ੍ਰਾਚੀਨ ਪੰਥ ਪ੍ਰਕਾਸ਼ ਦੀ ਸੁਣਿਓ ਕਦੇ ਵੀ ਕਦ ਪੰਥ ਸ਼ੁਰੂ ਹੋਇਆ, ਕੀ ਹੋਇਆ। ਉਹ 17ਵੀਂ 18ਵੀਂ ਸਦੀ ਦੀਆਂ ਗੱਲਾਂ। ਅਤੇ ਉਹਨਾਂ ਦੀ 5ਵੀਂ ਪੀੜ੍ਹੀ ਦਾ ਜਰਨੈਲ ਹੈ ਸ਼ਾਵੇਗ ਸਿੰਘ, ਮੀਰਕੋਟੀਏ ਦੇ ਘਰ ਦੇ ਵਿੱਚੋਂ, ਉਹਦੀ ਪੀੜ੍ਹੀ 'ਚੋਂ ਮਹਿਤਾਬ ਸਿੰਘ ਉਹਨਾਂ ਦੀ 'ਚ। ਅਤੇ ਉਹ ਸਾਹਮਣੇ ਇਤਿਹਾਸ ਪਿਆ, ਜਿਹਦੇ ਵਿੱਚ 5 ਵਾਰ, ਜਿਹ 'ਚ 2 ਵਾਰ ਢਾਇਆ ਦਰਬਾਰ ਸਾਹਿਬ, 3 ਵਾਰ ਸਰੋਵਰ ਪੂਰਿਆ, ਅਤੇ ਫਿਰ ਵੀ ਸਾਹਮਣੇ ਆ ਵੀ ਬਣਿਆ ਕੀ ਉਹਨਾਂ ਦਾ, ਇਨਵੇਡਰਸ ਦਾ, ਜਿਹੜੇ ਲੈ ਕਾਬਲ ਤੋਂ ਤੁਰਦੇ ਜਦ ਜੀ ਕਰਦਾ ਚੜ੍ਹ ਜਾਂਦੇ ਆ ਕੇ ਉਹਦੇ ਸਾਹਮਣੇ ਆਪਣੀ ਦੇਸ਼ ਦੀ ਸਰਕਾਰ ਵੱਲੋਂ ਐਡਾ ਕਹਿਰੀ ਹਮਲਾ ਕਰਨਾ ਹੈ। ਉਹਨਾਂ ਨੂੰ ਜਿਨ੍ਹਾਂ ਨੂੰ ਕਿਹਾ ਸੀ ਵੀ ਤੁਹਾਨੂੰ ਨਾਰਥ ਵੈਸਟ ਦੇ ਵਿੱਚ ਇੱਕ ਖਿੱਤਾ ਦਿਆਂਗੇ, ਤੁਹਾਡੀ ਬੋਲੀ ਦਿਆਂਗੇ, ਜਿਨ੍ਹਾਂ ਨੇ 100 ਦੇ ਵਿੱਚੋਂ 90 ਸਿਰ ਦਿੱਤੇ, ਉਹਨਾਂ ਨਾਲ ਵਿਸਾਖਾਤ ਸਭ ਤੋਂ ਵੱਡਾ ਜਿਹੜਾ 5 ਸਦੀਆਂ ਦੇ ਵੈਰ ਦਾ, ਵਿਪਰ ਦੇ ਨਾਲ ਪੂਰੇ ਵੈਰ ਦਾ ਕੌਮ ਦੇ 10 ਖਾਲਸੇ ਦਾ, ਉਹ ਇਸ ਹਮਲੇ ਦੇ ਰੂਪ 'ਚ ਪੂਰਨ ਹੋਇਆ ਸੀ। ਸੋਮਵਾਰ ਨੂੰ ਜੀ ਮੈਂ ਸਿਰਫ ਇਸ ਗੱਲ 'ਤੇ ਹੀ ਕਿ ਇਹ ਜੰਗ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਕਿਉਂ ਲੜੀ ਗਈ, ਇਸ ਨੂੰ ਮੈਂ ਤੁਹਾਡੇ ਸਨਮੁਖ ਕਰਾਂਗਾ ਅਤੇ ਇਸ ਨੂੰ ਸਮ ਅਪ ਕਰਾਂਗੇ। ਉਸ ਤੋਂ ਬਾਅਦ ਦੇ ਸਮੇਂ ਦੀ ਗੱਲ 84 ਤੋਂ 94 95 ਤੱਕ ਦੇ ਸਮੇਂ ਦੀ ਗੱਲ ਵੀ ਕਰਾਂਗੇ। ਆਸ ਹੈ ਕਿ ਤੁਸੀਂ ਇਹਨੂੰ ਪਸੰਦ ਕੀਤਾ ਹੋਵੇਗਾ। ਅਤੇ ਹੋਰ ਖਬਰਾਂ ਦੇ ਵਿੱਚ 1-2 ਖਬਰਾਂ ਸਾਂਝੀਆਂ ਕਰਨੀਆਂ ਚਾਹੁੰਦਾ ਤੁਹਾਨੂੰ ਮੈਂ ਕਿ ਓਨਟਾਰੀਓ ਦੇ ਵਿੱਚ ਇਲੈਕਸ਼ਨ ਹੋਈ ਹੈ, ਡਗ ਫੋਰਡ ਦੁਆਰਾ ਫਿਰ ਪ੍ਰੀਮੀਅਰ ਬਣੇ ਨੇ। ਬਰੈਂਪਟਨ ਦੀਆਂ ਸਾਰੀਆਂ ਸੀਟਾਂ ਜਿਹੜੀਆਂ ਨੇ ਪ੍ਰੋਗਰੈਸਿਵ ਕੰਸਰਵੇਟਿਵ ਨੇ ਜਿੱਤੀਆਂ, PC ਨੇ। ਗੁਰਰਤਨ ਸਿੰਘ ਲੀਡਰ ਜਗਮੀਤ ਸਿੰਘ ਦੇ ਭਰਾ, ਉਹ ਵੀ ਆਪਣੀ ਸੀਟ ਨਹੀਂ ਬਚਾ ਸਕੇ, ਹਾਰ ਗਏ। ਜਗਮੀਤ ਸਿੰਘ ਉਹਨਾਂ ਦੀ ਵਿਰੋਧਤਾ ਜਿਹੜੀ
ਉਹ ਫਰੀडम ਰੈਲੀ ਤੋਂ ਬਾਅਦ ਬਹੁਤ ਹੈ। ਅਤੇ ਇੱਕ ਵਿਰੋਧਤਾ ਉਹਨਾਂ ਦੀ ਜਿਹੜੀ ਮਦਦ ਕਰਨ ਦੀ ਗੱਲ ਟਰੂਡੋ ਉਹਨਾਂ ਦੇ ਨਾਲ ਉਹਨਾਂ ਦੀ ਸਹਿਮਤੀ ਜਿਹੜੀ ਹੋਈ ਹੈ ਕਿ ਅਸੀਂ ਸਰਕਾਰ ਨਹੀਂ ਤੁਹਾਡੀ ਸਿੱਟਦੇ, ਉਹ ਕਹਿੰਦੇ ਵੀ ਆਪੋਜੀਸ਼ਨ ਦਾ ਉਹ ਕੰਮ ਨਹੀਂ ਪੂਰਾ ਕਰ ਰਹੇ। ਆਪਣੀ ਬੈਟਲਫੀਲਡ ਦੇ ਵਿੱਚ, ਆਪਣੇ ਮੈਦਾਨ ਦੇ ਵਿੱਚ, ਜਿੱਥੇ ਆਪ ਕੋਲ ਰਹਿ ਕੇ ਆਪਣੇ ਭਰਾ ਦੇ ਨਾਲ ਕੈਂਪੇਨ ਕੀਤੀ ਹੋਵੇ, ਉਹਦਾ ਹਾਰ ਜਾਣਾ ਇਹ ਆਪਣਾ ਸਵੈ ਪੜਚੋਲ ਅਤੇ ਮੁਲਾਂਕਣ ਕਰਨ ਦਾ ਸੁਨੇਹਾ ਦਿੰਦਾ। ਅਤੇ ਲੋਕਾਂ ਨੇ ਬਹੁਤ ਜ਼ਿਆਦਾ ਸੀਟਾਂ ਦੇ ਨਾਲ 83 ਸੀਟਾਂ ਦੇ ਨਾਲ ਮੈਜੋਰਟੀ ਦਿੱਤੀ ਹੈ। ਅਤੇ ਡਗ ਫੋਰਡ ਉਹਨਾਂ ਦਾ ਕੰਮ ਕਰਨਾ ਬੜਾ ਪਸੰਦ ਆਇਆ। ਅੱਜ ਕੰਜ਼ਰਵੇਟਿਵ ਦੀ ਲੀਡਰਸ਼ਿਪ ਰੇਸ ਦੇ ਲਈ ਮੈਂਬਰ ਬਣਨ ਦੀ ਵੀ ਅੱਜ ਲਾਸਟ ਦਿਨ ਹੈ। ਇਸ ਤੋਂ ਬਾਅਦ ਫਿਰ ਵੋਟਾਂ ਸਤੰਬਰ 'ਚ ਪੈਣਗੀਆਂ ਅਤੇ ਅੱਜ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਤੁਸੀਂ ਮੈਂਬਰ ਬਣ ਸਕਦੇ ਹੋ, ਅੱਜ ਆਖਰੀ ਉਹਦਾ ਦਿਨ ਹੈ। ਚਿੱਤ ਲਾ ਕੇ ਸੁਣਿਓ ਗੁਰਸਿੱਖੋ, ਇੱਕ ਉਹਦਾ ਪਰ ਉਪਕਾਰੀ ਸੀ, ਜੋ ਧਰਮੀ ਹਾਮੀ ਸੱਚਦਾ ਸੀ, ਤੇ ਸਿਦਕ ਦੀ ਮੂਰਤ ਪਾਰੀ ਸੀ। ਪੰਜਵਾਂ ਗੁਰ ਪੁੰਜੀ ਉਪਕਾਰਾਂ ਦਾ, ਜੇ ਕਰੀਏ ਗੱਲ ਉਪਕਾਰਾਂ ਦੀ, ਜੋ ਸੱਚ ਦੇ ਪਹਿਰੇਦਾਰ ਬਣੇ, ਗੱਲ ਕਰੀਏ ਸਿੱਖ ਸਰਦਾਰਾਂ ਦੀ। ਚਿੱਤ ਲਾ ਕੇ ਸੁਣਿਓ ਗੁਰਸਿੱਖੋ, ਇੱਕ ਉਹਦਾ ਪਰ ਉਪਕਾਰੀ ਸੀ, ਜੋ ਧਰਮੀ ਹਾਮੀ ਸੱਚਦਾ ਸੀ, ਤੇ ਸਿਦਕ ਦੀ ਮੂਰਤ ਪਾਰੀ ਸੀ। ਪੰਜਵਾਂ ਗੁਰ ਪੁੰਜੀ ਉਪਕਾਰਾਂ ਦਾ, ਜੇ ਕਰੀਏ ਗੱਲ ਉਪਕਾਰਾਂ ਦੀ, ਜੋ ਸੱਚ ਦੇ ਪਹਿਰੇਦਾਰ ਬਣੇ, ਗੱਲ ਕਰੀਏ ਸਿੱਖ ਸਰਦਾਰਾਂ ਦੀ। ਅੱਗ ਹੇਠ ਤਵੀ ਦੇ ਬਲਦੀ ਰਹੀ, ਤੇ ਗਰਮ ਰੇਤ ਸਿਰ ਪਾਉਂਦੇ ਰਹੇ, ਟੁੱਟੀ ਨਹੀਂ ਸਮਾਧੀ ਸਿਦਕੀ ਦੀ, ਜ਼ਾਲਮ ਦਿਲ ਸੌਰਾ ਲਾਉਂਦੇ ਰਹੇ। ਵਿੱਚ ਦੇਗ ਉਬਾਲਿਆ ਸਤਿਗੁਰ ਨੂੰ, ਹੱਦ ਹੋ ਗਈ ਅਤਿਆਚਾਰਾਂ ਦੀ, ਜੋ ਸੱਚ ਦੇ ਪਹਿਰੇਦਾਰ ਬਣੇ, ਗੱਲ ਕਰੀਏ ਸਿੱਖ ਸਰਦਾਰਾਂ ਦੀ। ਦਿੱਲੀ ਵੱਲ ਸਤਿਗੁਰ ਜੀ ਤੁਰ ਪਏ, ਅੱਜ ਹਿੰਦ ਦਾ ਧਰਮ ਬਚਾਉਣਾ ਏ, ਅਨਜਾਮ ਪੁੱਛ ਕੇ ਕੀ ਕਰਨਾ, ਜੇ ਪਰ ਉਪਕਾਰ ਕਮਾਉਣਾ ਏ। ਨੌਵਾਂ ਗੁਰ ਰਾਖਾ ਹਿੰਦੀਆਂ ਦਾ, ਸ਼ਾਮਾਨ ਗਿਆ ਤਲਵਾਰਾਂ ਦੀ, ਜੋ ਸੱਚ ਦੇ ਪਹਿਰੇਦਾਰ ਬਣੇ, ਗੱਲ ਕਰੀਏ ਸਿੱਖ ਸਰਦਾਰਾਂ ਦੀ। ਜ਼ਾਲਮ ਦੀਆਂ ਤੇਗਾਂ ਟੁੱਟ ਗਈਆਂ, ਨਾ ਟੁੱਟਿਆ ਸਿਦਕ ਦਲੇਰਾਂ ਦਾ, ਜ਼ਾਲਮ ਨੇ ਤਿੱਖੀ ਰੰਬੀ ਲੈ, ਤਨ ਜਿਗਰਾ ਬੱਬਰ ਸ਼ੇਰਾਂ ਦਾ। ਸਿਰ ਨਾਲੋਂ ਧਰਮ ਪਿਆਰਾ ਹੈ, ਗੱਲ ਕਰੀਏ ਜੇ ਪਿਆਰਾਂ ਦੀ, ਜੋ ਸੱਚ ਦੇ ਪਹਿਰੇਦਾਰ ਬਣੇ, ਗੱਲ ਕਰੀਏ ਸਿੱਖ ਸਰਦਾਰਾਂ ਦੀ। ਲੈਣ ਅਟਕਦੇ ਅਟਕਾਂਦੇ, ਜਦ ਸਿੱਖਿਆਈ ਤੇ ਆ ਜਾਂਦੇ, ਜਦ ਬੜਕ ਮਾਰਦਾ ਸੀ ਨਲੂਆ, ਅਫਗਾਨੀ ਥਰ ਥਰਾ ਜਾਂਦੇ। ਪਰ ਤੱਖ ਮਸਾਲ ਹੈ ਨਲੂਏ ਦੀ, ਗੱਲ ਕਰੀਏ ਜੇ ਕਰਦਾਰਾਂ ਦੀ, ਜੋ ਸੱਚ ਦੇ ਪਹਿਰੇਦਾਰ ਬਣੇ, ਗੱਲ ਕਰੀਏ ਸਿੱਖ ਸਰਦਾਰਾਂ। ਪਰਮਿੰਦਰ ਮੱਕੜ
Word Notary Corporation ਇਮਾਨਦਾਰ, ਭਰੋਸੇਯੋਗ ਅਤੇ ਪ੍ਰੋਫੈਸ਼ਨਲ ਲੀਗਲ ਸਰਵਿਸਿਜ਼ ਮੁਹੱਈਆ ਕਰਵਾਉਣ ਲਈ ਜਾਣੇ ਜਾਂਦੇ ਹਨ। ਰੀਅਲ ਸਟੇਟ, ਪ੍ਰਾਪਰਟੀ ਟ੍ਰਾਂਸਫਰਸ, ਵਿਲਸ, ਐਸਟੇਟ ਪਲਾਨਿੰਗ, ਕੰਟਰੈਕਟ ਅਤੇ ਹੋਰ ਨੋਟਰਾਈਜ਼ੇਸ਼ਨ ਲਈ ਇਹਨਾਂ ਨਾਲ ਸੰਪਰਕ ਕਰੋ। ਇਹ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿੱਚ ਸੇਵਾਵਾਂ ਦਿੰਦੇ ਹਨ। ਵਧੇਰੇ ਜਾਣਕਾਰੀ ਲਈ ਪਰਮਿੰਦਰ ਮੱਕੜ ਨੂੰ 6045934455 ਤੇ ਕਾਲ ਕਰੋ ਜਾਂ ਪਹੁੰਚੋ ਯੂਨਿਟ 206 8028 128 ਸਟਰੀਟ, ਲਿਟਲ ਇੰਡੀਆ ਪਲਾਜ਼ਾ, ਸਰੀ ਵਿੱਚ। ਜੇ ਤੁਹਾਨੂੰ ਵੈਸਟਰਨ ਕੈਨੇਡਾ ਵਿੱਚ ਕਿਤੇ ਵੀ ਆਪਣੇ ਐਗਜ਼ਿਸਟਿੰਗ ਜਾਂ ਨਵੇਂ ਗਰੋਸਰੀ ਸਟੋਰ ਜਾਂ ਵੇਅਰਹਾਊਸ ਲਈ ਰੈਫਰੀਜਰੇਸ਼ਨ ਸਰਵਿਸਿਜ਼ ਚਾਹੀਦੀਆਂ ਹਨ ਤਾਂ ਗੋਸਲ ਫੂਡ ਇਕਵਿਪਮੈਂਟ ਤੁਹਾਡੀ ਮਦਦ ਕਰ ਸਕਦੇ ਹਨ। ਇਹ ਵਾਕ-ਇਨ ਕੂਲਰ ਅਤੇ ਫ੍ਰੀਜ਼ਰ ਲਈ ਇੰਸਟਾਲੇਸ਼ਨ ਅਤੇ ਮੇਨਟੇਨੈਂਸ ਮੁਹੱਈਆ ਕਰਵਾਉਂਦੇ ਹਨ। ਕਮਰਸ਼ੀਅਲ ਰੈਫਰੀਜਰੇਸ਼ਨ ਦੇ ਮਾਹਿਰ ਨਵੇਂ ਅਤੇ ਯੂਜ਼ਡ ਕੂਲਰ ਅਤੇ ਫ੍ਰੀਜ਼ਰ ਵੇਚਦੇ ਵੀ ਹਨ। ਸੋ ਕਮਰਸ਼ੀਅਲ ਰੈਫਰੀਜਰੇਸ਼ਨ ਸਰਵਿਸਿਜ਼ ਲਈ ਗੋਸਲ ਫੂਡ ਇਕਵਿਪਮੈਂਟ ਨੂੰ 6044303041 ਜਾਂ 7782889144 ਤੇ ਕਾਲ ਕਰੋ ਜਾਂ ਆਪਣੀਆਂ ਇਨਕੁਆਇਰੀਜ਼ info@gosalfoodequipment.com ਤੇ ਭੇਜੋ। ਓਂਕਾਰ ਟਰੈਵਲਸ ਲੈ ਕੇ ਆਏ ਹਨ ਤੁਹਾਡੇ ਲਈ 에ਅਰਲਾਈਨ ਟਿਕਟਸ ਅਤੇ ਟੂਰ ਪੈਕੇजेस ਤੇ ਸ਼ਾਨਦਾਰ ਡੀਲਸ। ਹਰ ਤਰ੍ਹਾਂ ਦਾ ਇੰਡੀਆ ਤੇ ਕੈਨੇਡਾ ਰਿਲੇਟਡ ਪੇਪਰਵਰਕ ਜਿਵੇਂ ਪਾਸਪੋਰਟ ਜਾਂ ਵੀਜ਼ਾ ਅਪਲਾਈ ਕਰਨ ਲਈ ਸੇਵਾਵਾਂ ਵੀ ਪ੍ਰਦਾਨ ਕਰਦੇ ਹਨ। ਇੰਡੀਆ ਨੂੰ ਪੈਸੇ ਭੇਜਣ ਜਾਂ ਮੰਗਵਾਉਣ ਲਈ ਓਂਕਾਰ ਕਰੰਸੀ ਐਕਸਚੇਂਜ ਅਤੇ ਓਂਕਾਰ ਟਰੈਵਲਸ ਨੂੰ ਸੰਪਰਕ ਕਰੋ। ਸਰੀ ਵਿੱਚ ਫੋਨ 604597 2211, ਪਤਾ 15299 68 ਐਵਨਿਊ ਸਰੀ। ਐਬਸਫੋਰਡ ਵਿੱਚ ਫੋਨ ਨੰਬਰ 604746 1900। Shere Punjab News is sponsored by Jerry Berard Mortgage. For best deals on residential, commercial and private mortgage, call Jerry Berard at 604-762-8889 today. Shere Punjab News was sponsored by Lifestyle Dental Care. For all your dental needs, meet Invisalign and braces experts today at Lifestyle Dental Care. Call Dr. Tillon at 604-596-8712. ਗੱਲ ਕਰੀਏ ਜੇ ਕਰਦਾਰਾਂ ਦੀ, ਜੋ ਸਜਦੇ ਪਹਿਰੇਦਾਰ ਬਣੇ। ਗੱਲ ਕਰੀਏ ਸਿੱਖ ਸਰਦਾਰਾਂ ਦੀ। ਜਦ ਦਿਲੀ ਖੋਟੀ ਦਿੱਲੀ ਨੇ, ਜਦ ਦਿਲ ਦੀ ਖੋਟੀ ਦਿੱਲੀ ਨੇ ਪੰਜਾਬ 'ਚ ਅੱਤ ਮਚਾਈ ਸੀ, ਫਿਰ ਪਿੰਡਰਾਂ ਵਾਲੇ ਯੋਧੇ ਨੇ ਸੁੱਤੀ ਹੋਈ ਕੌਮ ਜਗਾਈ ਸੀ। ਜਦ ਹੱਕ ਦਬਾਏ ਜਾਂਦੇ ਨੇ ਲੋੜ ਅਮਰ ਹਥਿਆਰਾਂ ਦੀ, ਜੋ ਸਜਦੇ ਪਹਿਰੇਦਾਰ ਬਣੇ। ਗੱਲ ਕਰੀਏ ਸਿੱਖ ਸਰਦਾਰਾਂ ਦੀ। ਆਖਰੀ ਪਹਿਰਾ ਥੋੜਾ ਜਿਹਾ ਅਲੱਗ ਕਰਕੇ ਸੁਣਾਉਣਾ ਚਾਹੁੰਦਾ ਸੀ ਮੈਂ ਤੁਹਾਨੂੰ, ਤਾਂ ਸੁਣਾਇਆ। ਸਰਦਾਰ ਅਮਰਜੀਤ ਸਿੰਘ ਸੰਧੂ ਜੀ, ਕੀ ਕਹਿਣਾ ਚਾਹੁੰਦੇ ਹੋ? ਸਰਦਾਰ ਹਰਜੀਤ ਸਿੰਘ ਜੀ, ਬਹੁਤ ਸਤਿਕਾਰ ਨਾਲ ਤੁਹਾਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਮੈਂ ਤੇ ਇਹੋ ਗੱਲ ਕਹਿਣਾ ਚਾਹੁੰਦਾ ਵੀ ਜਿਹੜਾ ਤੁਸੀਂ ਇਹ ਉਪਰਾਲਾ ਕਰਦੇ ਹੋ, ਹਰ ਸਾਲ ਦੱਸਦੇ ਹੋ, ਇੱਕ ਬੜੀ ਚੰਗੀ ਗੱਲ ਹੈਗੀ ਆ ਤੇ ਇਹ ਹਮੇਸ਼ਾ ਹੀ ਯਾਦ ਕਰਵਾਉਂਦੇ ਰਹਿਣਾ। ਤੇ ਜਿਹੜੇ ਲੋਕ ਨੂੰ ਪਤਾ ਵੀ ਨਹੀਂ, ਜੇ ਉਹਨਾਂ ਨੂੰ ਵੀ ਪਤਾ ਲੱਗਦਾ ਰਹੇ ਤੇ ਬਹੁਤ ਚੰਗੀ ਗੱਲ ਹੈ। ਇਹ ਤੁਹਾਡੀ ਬੜੀ ਮਿਹਰਬਾਨੀ ਆ। ਮੈਂ ਤੁਹਾਨੂੰ ਹੀ ਇਹ ਗੱਲ ਕਹਿਣਾ ਚਾਹੁੰਦਾ ਵੀ ਤੁਹਾਡੀ ਮਿਹਰਬਾਨੀ ਹੈ ਜੀ, ਤੁਸੀਂ ਬਹੁਤ ਚੰਗਾ ਕਰ ਰਹੇ ਹੋ ਤੇ ਸਾਨੂੰ ਹਰ ਸਾਲ ਇਹ ਉਪਰਾਲੇ ਕਰਕੇ ਤੇ ਤੁਸੀਂ ਮਿਹਨਤ ਕਰਕੇ ਤੇ ਤੁਸੀਂ ਸਾਨੂੰ ਦੱਸਦੇ ਹੋ ਜੀ ਸਾਰਾ। ਫਿਰ ਦੁਬਾਰੇ ਮਿਹਰਬਾਨੀ, ਥੈਂਕ ਯੂ। ਧੰਨਵਾਦ ਜੀ ਸੰਧੂ ਸਾਹਿਬ, ਬਹੁਤ ਬਹੁਤ। ਹੁਣ ਮੇਰੇ ਨਾਲ ਇਸ ਨੂੰ ਮੈਂ ਹੁਣ ਸੋਮਵਾਰ ਨੂੰ ਸਮੇਟਾਂਗਾ ਜੀ, 7 ਤਰੀਕ ਨੂੰ। ਮੇਰੇ ਨਾਲ ਸਰਦਾਰ ਨਰਵੈਰ ਸਿੰਘ ਪੱਡਾ ਅਤੇ ਸਰਦਾਰ ਗੁਰਦੇਵ ਸਿੰਘ ਬਰਾੜ ਨੇ ਐਬਸਫੋਰਡ ਤੋਂ। ਪਿਛਲੇ ਦਿਨੀਂ ਖਾਲਸਾ ਦੀਵਾਨ ਸੁਸਾਇਟੀ ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬ ਹੈ ਐਬਸਫੋਰਡ ਦਾ, ਉਸ ਦੇ ਬਾਰੇ ਇੱਕ ਖਬਰ ਆਈ ਸੀ ਜਿਸ ਦੇ ਵਿੱਚ ਸਰਬਸੰਮਤੀ ਨਾਲ ਇੱਕ ਚੋਣ ਜਿਹੜੀ ਹੋਈ ਸੀ, ਜਿਹਦੇ ਵਿੱਚ ਹੈਪੀ ਗਿੱਲ ਹੋਰਾਂ ਨੂੰ ਪ੍ਰਧਾਨ ਬਣਨ ਦੀ, ਵੀ ਸਰਬਸੰਮਤੀ ਨਾਲ ਉਹ ਪ੍ਰਧਾਨ ਬਣੇ ਨੇ, ਉਸ ਦੀ ਗੱਲ ਸੀ। ਨਰਵੈਰ ਸਿੰਘ ਪੱਡਾ, ਗੁਰਦੇਵ ਸਿੰਘ ਬਰਾੜ, ਸਤਨਾਮ ਸਿੰਘ ਗਿੱਲ ਇਹ ਵੀ ਸੇਵਾਦਾਰ ਰਹੇ ਨੇ, ਉੱਥੇ ਸੇਵਾ ਕਰਦੇ ਨੇ ਹੁਣ ਵੀ। ਉਹ ਇਸ ਦੇ ਬਾਰੇ ਆਪਣਾ ਪੱਖ ਪੇਸ਼ ਕਰਨਾ ਚਾਹੁੰਦੇ ਨੇ। ਮੈਂ ਹੈਪੀ ਗਿੱਲ ਹੋਰਾਂ ਨੂੰ ਵੀ ਫੋਨ ਕੀਤਾ ਸੀ ਵੀ ਤੁਸੀਂ ਵੀ ਆ ਸਕਦੇ ਹੋ ਨਾਲ। ਉਹ ਕਹਿੰਦੇ ਮੇਰੇ ਗਲ ਦਾ ਆਪਰੇਸ਼ਨ ਹੋਇਆ, ਮੇਰੇ ਤੇ ਬੋਲ ਨਹੀਂ ਹੁੰਦਾ, ਇਹਦੇ ਲਈ ਉਹ ਕਹਿੰਦੇ ਮੈਂ ਫੇਰ ਕਿਸੇ ਦਿਨ ਆਵਾਂਗਾ। ਪਰ ਨਰਵੈਰ ਸਿੰਘ ਪੱਡਾ ਅਤੇ ਗੁਰਦੇਵ ਸਿੰਘ ਬਰਾੜ ਆਪਣੀ ਗੱਲਬਾਤ ਦੱਸਣੀ ਚਾਹੁੰਦੇ ਨੇ। ਪੱਡਾ ਸਾਹਿਬ, ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਹਾਂਜੀ ਗਿੱਲ ਸਾਹਿਬ, ਅਸੀਂ ਸਾਰੀਆਂ ਸਾਧ ਸੰਗਤਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨੀ ਸੀਗੀ ਜੀ ਵੀ ਜੋ ਵੀ ਇਹ ਹੋਇਆ ਕੋਈ ਸਰਬਸੰਮਤੀ ਨਹੀਂ ਹੋਈ। ਅੱਛਾ ਜੀ। ਇਹਨਾਂ ਨੇ ਸਿਰਫ ਇੱਕ ਆਪਾਂ ਆਈਡੀਆ ਸੁਣਦੇ ਸੀਗੇ ਵੀ ਬਾਦਲ ਲਿਫਾਫਾ ਭੇਜ ਦਿੰਦੇ ਆ, ਇੱਥੇ ਪਤਾ ਨਹੀਂ ਕਿੱਥੋਂ ਲਿਫਾਫਾ ਆਇਆ ਤੇ ਪ੍ਰਧਾਨ ਬਣ ਗਏ। ਕਿਸੇ ਸੰਗਤ ਨੂੰ ਕੁਛ ਨਹੀਂ ਪਤਾ, ਇੱਥੋਂ ਤੱਕ ਕਿ ਅਸੀਂ ਜਾਂਦੇ ਰਹੇ ਆ ਇਹਨਾਂ ਨੂੰ ਕਹਿਣ ਵੀ ਹਾਂਜੀ ਜਨਰਲ ਮੀਟਿੰਗ ਦਾ ਟਾਈਮ ਹੋ ਗਿਆ ਤੇ ਤੁਸੀਂ ਜਨਰਲ ਮੀਟਿੰਗ ਕਰਾਓ, ਇਲੈਕਸ਼ਨ ਦਾ ਟਾਈਮ ਆ ਕਰਾਓ। ਪਹਿਲਾਂ ਅੰਦਰੋਂ ਤੂਰ ਸਾਹਿਬ ਤੇ ਹੋਰ ਸਾਹਿਬ ਕਹਿੰਦੇ ਜੀ ਹੈਪੀ ਇੰਡੀਆ ਗਿਆ ਆਉਂਦਾ ਤੇ ਫਿਰ ਮੀਟਿੰਗ ਕਰਦੇ ਆ। ਅੱਛਾ ਜੀ। ਪਹਿਲਾਂ ਸੀਗਾ ਕਰੂਗੇ, ਉਹਨਾਂ ਨੇ ਕੁਛ ਉਹਦੇ ਬਾਬਤ ਕੁਛ ਵੀ ਨਹੀਂ ਕੀਤਾ ਤੇ ਚੁੱਪ ਕਰਕੇ ਅੰਦਰ ਕਮੇਟੀ ਬਣਾ ਕੇ ਤੇ ਐਲਾਨ ਕਰਤਾ ਵੀ ਆਹ ਕਮੇਟੀ ਬਣ ਗਈ ਆ ਜੀ। ਤੇ ਵੈਸੇ ਤੁਸੀਂ ਉੱਥੇ ਸੇਵਾ ਕਰਦੇ ਹੋ ਜੀ, ਜੇ ਸਰਬਸੰਮਤੀ ਜੇ ਹੁੰਦੀ ਹੈ ਉਹਦੇ ਲਈ ਤੁਹਾਡੇ ਹਿਸਾਬ ਨਾਲ ਕਿਹੜੇ ਸਟੈਪ ਚਾਹੀਦੇ ਸੀ ਜੀ? ਹਾਂਜੀ ਦੇਖੋ ਜੀ, ਪਹਿਲਾਂ ਤਾਂ ਅਨਾਉਂਸ ਕਰਨਾ ਚਾਹੀਦਾ ਵੀ ਹਾਂਜੀ ਸੰਗਤ ਆਵੇ, ਜਨਰਲ ਮੀਟਿੰਗ ਹੋਵੇ। ਅੱਛਾ ਜੀ। ਉੱਥੇ ਨੋਮੀਨੇਸ਼ਨ ਕਮੇਟੀ ਬਣਾਉਣੀ ਪੈਂਦੀ ਆ, ਪ੍ਰਸਤਾਵ ਰੱਖਿਆ ਜਾਂਦਾ, ਫਿਰ ਵੀ ਹਾਂ ਵੀ ਸਾਰੀ ਸੰਗਤ ਦੀ ਸਹਿਮਤੀ ਹੋਵੇ ਤਾਂ ਜਾ ਕੇ ਸਰਬਸੰਮਤੀ ਹੋਣੀ ਆ। ਵੀ ਕੋਈ ਸਲੇਟ ਆਈ ਨਹੀਂ, ਓਕੇ ਆਪਣੀ ਸਰਬਸੰਮਤੀ ਆ। ਠੀਕ। ਹਾਂਜੀ। ਤੇ ਹੁਣ ਇਹਨਾਂ ਦੇ ਹਿਸਾਬ ਨਾਲ ਇਹਨਾਂ ਨੇ ਕੀ ਦੱਸਿਆ ਜੀ ਸਰਬਸੰਮਤੀ ਬਾਰੇ, ਵੀ ਕਿਉਂ ਸਰਬਸੰਮਤੀ ਹੋਈ ਆ? ਸਾਨੂੰ ਤਾਂ ਕੁਛ ਪਤਾ ਹੀ ਨਹੀਂ ਜੀ, ਨਿਊਜ਼ ਤੋਂ ਪਤਾ ਲੱਗਾ ਜੀ ਵੀ ਕਮੇਟੀ ਬਣ ਗਈ ਆ। ਸੰਗਤ ਦੇ ਕੰਟੀਨਿਊ ਜਾ ਕੇ ਪੁੱਛਦੇ ਰਹੇ ਆ ਵੀ ਹਾਂਜੀ ਕਦੋਂ ਮੀਟਿੰਗ ਕਰਨੀ ਆ, ਜਨਰਲ ਮੀਟਿੰਗ ਕਰੋ, ਇਲੈਕਸ਼ਨ ਹੋਊਗੀ ਤੇ ਕਰੋ। ਇਹਨਾਂ ਕੁਛ ਵੀ ਫੋਲੋ ਨਹੀਂ ਕੀਤਾ ਜੀ, ਬਸ ਚੁੱਪ ਕਰਕੇ ਕਮੇਟੀ ਬਣਾਤੀ ਜੀ। ਅੱਛਾ, ਐਲਾਨ ਕਰਤਾ ਵੀ ਸਰ ਪੱਡਾ ਸਾਹਿਬ। ਤੇ ਵੋਟਾਂ ਕਿਹੜੀ ਮਤਲਬ ਵੋਟਾਂ ਕਦ ਪੈਣੀਆਂ ਨੇ ਜੀ ਇਸ ਹੋਣ ਵਾਲੀ ਜਿਹੜੀ ਸੇਵਾਦਾਰਾਂ ਦੀ ਹੁਣ ਸੇਵਾਦਾਰ ਨੇ ਜਿਹੜੇ, ਇਹਨਾਂ ਦਾ ਸਮਾਂ ਕਦ ਪੂਰਾ ਹੋ ਰਿਹਾ ਜੀ? ਇਹ ਸਮਾਂ ਆਪਣੇ ਅਪ੍ਰੈਲ ਚ ਵੋਟਾਂ ਪੈਣੀਆਂ ਸੀਗੀਆਂ ਜੀ। ਅੱਛਾ ਜੀ। ਹਾਂਜੀ। ਮੈਂਬਰਸ਼ਿਪ ਖੋਲੀ ਫਿਰ? ਹਾਂਜੀ ਅਪ੍ਰੈਲ ਚ ਹੀ। ਇਹਨਾਂ ਕੁਛ ਦੱਸਿਆ ਹੀ ਨਹੀਂ ਜੀ, ਕੁਛ ਕੀਤਾ ਹੀ ਨਹੀਂ, ਚੁੱਪ ਕਰਕੇ ਬਸ ਕਮੇਟੀ ਬਣਾ ਕੇ ਦੱਸਤੀ ਵੀ ਕਮੇਟੀ ਬਣ ਗਈ। ਸੋ ਕੋਈ ਵੋਟ ਮਤਲਬ ਪਹਿਲਾਂ ਨਹੀਂ ਹੋਇਆ ਜਿਹੜਾ ਮੈਂਬਰਸ਼ਿਪ ਵਗੈਰਾ ਕਿਸੇ ਨੂੰ ਬਣਾਉਣ ਦੀ ਗੱਲ ਨਹੀਂ ਕੀਤੀ? ਹਾਂ ਮੈਂਬਰਸ਼ਿਪ ਤਾਂ ਪਹਿਲਾਂ ਦੀ ਬਣੀ ਆ ਜੀ। ਅੱਛਾ ਜੀ। ਇਲੈਕਸ਼ਨ ਹੋਣੀ ਸੀ ਜਾਂ ਵੀ ਸਰਬਸੰਮਤੀ, ਪਹਿਲਾਂ ਨੋਮੀਨੇਸ਼ਨ ਕਮੇਟੀ ਬਣਨੀ ਸੀਗੀ ਜੀ। ਅੱਛਾ ਜੀ। ਉਸ ਤੋਂ ਬਾਅਦ ਆ ਹੁੰਦਾ ਵੀ ਉਹ ਨੋਮੀਨੇਸ਼ਨ ਕਮੇਟੀ ਕੋਲ ਕੋਈ ਸਲੇਟ ਆਉਂਦੀ ਆ ਕਿ ਨਹੀਂ ਆਉਂਦੀ, ਜਨਰਲ ਮੀਟਿੰਗ ਹੋਣੀ ਸੀਗੀ, ਜਨਰਲ ਮੀਟਿੰਗ ਰੱਖੀ ਜਾਂਦੀ ਆ। ਇਹਨੇ ਕੋਈ ਵੀ ਚੀਜ਼ ਫੋਲੋ ਨਹੀਂ ਕੀਤੀ ਜੀ ਸੰਵਿਧਾਨ ਦੇ। ਤੇ ਫਿਰ ਹੁਣ ਤੁਸੀਂ ਕੀ ਦੱਸਣਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ, ਵੀ ਇਹਦੇ ਬਾਰੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਐਤਵਾਰ ਨੂੰ ਆਪਣੇ ਹੈਰੀਟੇਜ ਗੁਰੂ ਘਰ ਇਕੱਠ ਰੱਖਿਆ ਵੀ ਸੰਗਤਾਂ ਆਉਣ 2 ਵਜੇ ਤੇ ਇਕੱਠੇ ਹੋ ਕੇ ਤੇ ਬੋਲੀਏ ਤੇ ਦੱਸੀਏ ਵੀ ਭਾਈ ਤੁਸੀਂ ਧੱਕਾ ਨਾ ਕਰੋ, ਜਿਹੜਾ ਸਹੀ ਵੇ ਆ ਸਹੀ ਰਸਤਾ ਚੁਣੋ ਤੇ ਇਲੈਕਸ਼ਨ ਕਰਾਓ। ਜਾਂ ਆਪਣੀ ਨੋਮੀਨੇਸ਼ਨ ਕਮੇਟੀ ਬਣਾਉਣ, ਉਹ 'ਚ ਕਹਿ ਦੇਣ ਹਾਂਜੀ ਜਿਹੜਾ ਵੇ ਆ ਵੀ ਹਾਂਜੀ ਨੋਮੀਨੇਸ਼ਨ ਕਮੇਟੀ ਬਣ ਗਈ ਆ, ਜਿਹਨੇ ਵੀ ਆਪਣਾ ਨਾਂ ਦੇਣਾ ਦੇਣ। ਠੀਕ ਆ ਜੀ। ਤੇ ਬਾਲਾ ਜ਼ਿਆਦਾ ਹੀ ਧੱਕੇ ਵਾਲਾ ਹੀ ਕੰਮ ਹੋ ਗਿਆ ਜੀ ਗਿੱਲ ਸਾਹਿਬ, ਵੀ ਕੋਈ ਪੁੱਛਦਾ ਨਹੀਂ ਗਿੱਛਦਾ ਨਹੀਂ, ਵੀ ਚੁੱਪ ਕਰਕੇ ਹੀ ਬਸ ਕਬਜ਼ਾ ਕਰਨ ਵਾਲਾ ਕੰਮ ਹੋ ਗਿਆ ਜੀ ਇਹ ਤਾਂ। ਤੇ ਗੁਰਦੇਵ ਸਿੰਘ ਬਰਾੜ ਉਹਨਾਂ ਨਾਲ ਪੱਡਾ ਸਾਹਿਬ ਗੱਲ ਕਰਾਇਓ, ਉਹ ਕੀ ਕਹਿਣਾ ਚਾਹੁੰਦੇ ਆ ਜੀ? ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਧੰਨਵਾਦ ਤੁਹਾਡਾ ਵੀ। ਤੁਸੀਂ ਕੁਛ ਹੋਰ ਐਡ ਕਰਨਾ ਚਾਹੁੰਦੇ ਹੋ ਪੱਡਾ ਸਾਹਿਬ ਦੀ ਗੱਲ 'ਚ ਜੀ? ਬਾਈ ਜੀ ਸਭ ਤੋਂ ਪਹਿਲਾਂ ਤਾਂ ਘੱਲੂਘਾਰਾ ਆਪਣਾ ਦਿਵਸ ਚੱਲ ਰਹੇ ਆ ਜੀ ਜੀ, ਤੇ ਜੋ ਸਾਰੇ ਆਪਣੇ ਸਿੱਖ ਕੌਮ ਦੇ ਸ਼ਹੀਦ ਆ ਮੈਂ ਉਹਨਾਂ ਨੂੰ ਸ਼ਰਧਾਂਜਲੀ ਦਿੰਦਾ। ਧੰਨਵਾਦ ਜੀ। ਔਰ ਦੂਸਰਾ ਮਸਲਾ ਜਿਹੜਾ ਇਹ ਗੁਰਦੁਆਰਾ ਸਾਹਿਬ ਦਾ ਆਇਆ, ਕਿਉਂਕਿ ਮੈਂ ਲੰਮਾ ਸਮਾਂ ਤੋਂ ਇਹ ਗੁਰਦੁਆਰਾ ਸਾਹਿਬ ਨਾਲ ਜੁੜੇ ਆ 77-78 ਤੋਂ ਜੀ ਜੀ। ਅੱਗੇ ਵੀ ਗਰੁੱਪਾਂ ਦੇ ਵਿੱਚ ਆਪਸ ਵਿੱਚ ਕੋਈ ਫਰਕ ਚੱਲਦਾ ਰਹਿੰਦਾ, ਪਰ ਉਹ ਸੋਲਵ ਹੋ ਜਾਂਦਾ ਕਿਉਂਕਿ ਜੇ ਹੁਣ ਉਸ ਤਰ੍ਹਾਂ ਨਾਲ ਸੋਲਵ ਹੋਵੇ ਭਰੋਪੇ ਤੌਰ ਤੇ ਫਿਰ ਕੁਝ ਬੰਦੇ ਵਿੱਚ ਪੈ ਕੇ ਸੁਲ੍ਹਾ ਕਰਾ ਦਿੰਦੇ ਆ, ਜਾਂ ਜਦੋਂ ਕੋਈ ਹੀਲਾ ਨਹੀਂ ਚੱਲਦਾ ਫਿਰ ਕੋਰਟਾਂ ਕਚਹਿਰੀਆਂ 'ਚ ਗਾਂ ਜੱਜ ਫੈਸਲੇ ਕਰਦੇ ਆ। ਮੈਂ ਤਾਂ ਕਿਉਂਕਿ ਆਪਣੇ ਤਾਂ ਲਿੰਕ ਸਾਰੇ ਪਾਸੇ ਹੈਗੇ, ਸਾਰੇ ਆਪਣੀ ਇੱਜ਼ਤ ਮਾਣ ਕਰਦੇ ਆ ਵੀ ਐਸੀ ਨਹੀਂ ਕੋਈ ਗੱਲ ਜੀ। ਮੈਨੂੰ ਇੱਕ ਵੀਰ ਜੀ ਇਹ ਚੀਜ਼ ਮੈਨੂੰ ਇਹ ਗੱਲ ਚੁੱਭਦੀ ਹੈ ਵੀ ਸਾਡੇ ਆਪ ਸਪੋਰਟ ਦੇ ਵਿੱਚ ਕੋਈ ਕਾਮਨ ਬੰਦੇ ਵੀ ਹੈ ਨਹੀਂ ਜਿਹੜੇ ਦੋਨਾਂ ਧਿਰਾਂ ਨੂੰ ਬਹਿ ਕੇ ਕੋਈ ਗੱਲ ਸੁਲਝਾ ਦੇਣ ਤਾਂ ਕਿ ਸੁਲਝਿਆ ਹੋਇਆ ਜਿਹੜਾ ਮਸਲਾ ਇਹਨੂੰ ਕਿਸੇ ਲਾਈਨ ਤੇ ਲਿਆਇਆ ਜਾਈਏ।
ਕਿਉਂਕਿ ਇਹ ਜਿਹੜੀ ਕਮਿਊਨਿਟੀ, ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਭ ਤੋਂ ਵੱਡਾ ਸਾਡਾ ਜੱਜ ਉਹ ਆ, ਸਾਡਾ ਮਾਤਾ ਪਿਤਾ ਉਹ ਹੈ ਜੀ। ਅਸੀਂ ਉਹਦੇ ਕੋਲ ਰਹਿੰਦੇ ਹੋਏ ਅਸੀਂ ਉਹਦੀ ਗੱਲ ਨਹੀਂ ਮੰਨਦੇ, ਅਸੀਂ ਆਮ ਕੋਰਟ ਕਚਹਿਰੇ ਦੇ ਜੱਜਾਂ ਦੀ ਗੱਲ ਮੰਨਾਂਗੇ ਜਾਂ ਵਕੀਲਾਂ ਦੀ ਗੱਲ ਮੰਨਾਂਗੇ। ਸੋ ਮੈਂ ਤਾਂ ਸਮੂਹ ਜਿਹੜੀ ਇੱਥੋਂ ਦੀ ਸਾਧ ਸੰਗਤ ਆ, ਜੋ ਮੈਂਬਰਸ਼ਿਪ ਹੈਗੀ ਗੁਰਦੁਆਰਾ ਸਾਹਿਬ ਦੀ ਜੀ, ਦੋਨਾਂ ਧਿਰਾਂ ਨੂੰ ਮੈਂ ਤਾਂ ਇਹ ਬੇਨਤੀ ਕਰਦਾ ਵੀ ਬਹਿ ਕੇ ਨਾ ਸਾਰੀਆਂ ਮਸਲਿਆਂ ਦੇ ਹੱਲ ਨਿਕਲ ਆਉਂਦੇ ਆ। ਦੋਨਾਂ ਪਾਸਿਆਂ ਤੋਂ ਪੈਸੇ ਦਾ ਤੁਸੀਂ ਨਾ ਨੁਕਸਾਨ ਕਰੋ। ਇਹੀ ਪੈਸਾ ਕਿਸੇ ਸਿੱਖ ਕੌਮ ਦੇ ਚੰਗੇ ਕੰਮਾਂ ਵਾਸਤੇ ਵਰਤਿਆ ਜਾ ਸਕਦਾ। ਵੇਖੋ, ਮੈਂ ਪਹਿਲਾਂ ਵੀ ਇਦੋਂ ਪਹਿਲਾਂ ਬਹੁਤ ਫਰਕ ਚੱਲਿਆ ਦੋ ਗਰੁੱਪਾਂ ਦੇ, ਜਾਣੀ ਉਹਦੇ ਵਿੱਚ ਇਹ ਚੀਜ਼ ਮੈਂ ਨੋਟ ਕੀਤੀ ਹੈ ਵੀ ਜਿਹੜੀ ਬਜਾਏ ਖੱਜਲ ਖੁਆਰ ਹੋਣ ਦੇ ਬਜਾਏ ਇੰਨਾ ਪੈਸਾ ਖਰਾਬ ਕਰਨ ਦੇ, ਜਿਹੜਾ ਭਰਾਪੇ ਦੇ ਤੌਰ ਤੇ ਬਹਿ ਕੇ ਅਸੀਂ ਇਹ ਆਪਸ ਵਿੱਚ ਮਸਲਾ ਸੁਲਝਾ ਸਕਦੇ ਹਾਂ, ਉਹ ਅਸੀਂ ਕਿਉਂ ਨਹੀਂ ਸੁਲਝਾ ਸਕਦੇ? ਆਉਂਦੀਆਂ ਜਾਂਦੀਆਂ ਰਹਿੰਦੀਆਂ ਬਾਈ ਜੀ। 5-6 ਸਾਲਾਂ ਤੋਂ ਤਕਰੀਬਨ ਇਲੈਕਸ਼ਨ ਨਹੀਂ ਹੋਈ, ਚਾਹੇ ਕੋਵਿਡ ਕਹਿ ਲਓ, ਚਾਹੇ ਕੋਈ ਹੋਰ ਰੀਜ਼ਨ ਕਹਿ ਲਓ, ਜਾਂ ਕੋਰਟ ਦੇ ਬਹਾਨੇ ਕਹਿ ਲਓ, ਜਾਂ ਕੁਛ ਵੀ ਹੈ ਜੀ ਜੀ। ਮੈਂ ਤਾਂ ਇਸ ਆਪਣੇ ਜੋ ਪੱਡਾ ਸਾਹਿਬ ਹੋਣੀ ਹੈ, ਮੇਰਾ ਤਾਂ ਇਹ ਵੀ ਸਤਿਕਾਰਯੋਗ ਆ, ਉਧਰ ਦੂਜੇ ਪਾਸੇ ਵੀ ਹੈਪੀ ਹੋਣੀ ਉਹ ਵੀ ਸਤਿਕਾਰਯੋਗ ਆ, ਸਾਰੇ ਮੈਨੂੰ ਇੱਜ਼ਤ ਮਾਣ ਨਾਲ ਬੁਲਾਉਂਦੇ ਆ। ਕੋਈ ਐਬ ਸਪੋਰਟ ਦੇ ਵਿੱਚੋਂ ਕੋਈ ਹੈ ਨਹੀਂ ਕਾਮਨ ਬੰਦੇ ਜਿਹੜੇ 2-4 ਮੂਹਰੇ ਲਾ ਕੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਦਿਓ ਵੀ ਭਾਈ ਇਹ ਜਿਹੜੀ ਹੈਗੀ ਹੈ ਜਨਰਲ ਮੀਟਿੰਗ ਦੇ ਵਿੱਚ ਤੁਸੀਂ ਇਹ ਜਿਹੜਾ ਇਲੈਕਸ਼ਨ ਦਾ ਪ੍ਰੋਸੈਸ ਹੈ, ਇਹ ਤਾਂ ਵੈਸੇ ਆਪਣੇ ਸਿੱਖਾਂ ਦੇ ਗਾਲ ਪਈਆਂ ਵੀ ਆ ਇਲੈਕਸ਼ਨਾਂ ਦੇ ਕੋਲ। ਜਦੋਂ ਜੇ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਝੁਕਾਉਣੇ ਆ ਨਾ, ਜੇ ਉਹਨੂੰ ਮੰਨਦੇ ਆ ਜੀ, ਸਾਡਾ ਕੋਰਟ ਕਚਹਿਰੀਆਂ ਤੋਂ ਬਗੈਰ ਵੀ ਚੱਲ ਸਕਦਾ ਇਹ ਕੰਮ, ਐਸੀ ਨਹੀਂ ਕੋਈ ਗੱਲ। ਸੋ ਮੈਂ ਤਾਂ ਇਹ ਗੱਲ ਕਹੂੰਗਾ ਉਹ ਦੂਸਰੇ ਮੇਰੇ ਵੀਰਾਂ ਨੂੰ ਵੀ, ਕਿਉਂਕਿ ਜਾਣ ਪਛਾਣ ਅਸੀਂ ਆਥਣ ਸਵੇਰ ਇੱਥੇ ਮਿਲਣਾ, ਕੱਲ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਗਾਂ ਜਵਾਕਾਂ ਦੇ ਵਿਆਹ ਕਰਨੇ, ਪਤਾ ਨਹੀਂ ਕਿਹਦੇ ਨਾਲ ਰਿਸ਼ਤਾ ਹੋਣਾ ਬੱਚੇ ਦਾ, ਸੰਯੋਗਾਂ ਦੀਆਂ ਗੱਲਾਂ। ਇਹ ਕਮਿਊਨਿਟੀ ਦੇ ਵਿੱਚ ਤੁਸੀਂ ਨਾ ਪਾੜਾ ਪਾਓ, ਨਾ ਲੰਮੇ ਸਮੇਂ ਵਾਸਤੇ ਇਹ ਗੱਲ ਨੂੰ ਦੂਰ ਲੈ ਕੇ ਜਾਓ, ਤਾਂ ਕਿ ਜੇ ਕਮਿਊਨਿਟੀ ਇਕੱਠੀ ਹੋ ਕੇ ਚੱਲਦੀ ਹੈ, ਕਮਿਊਨਿਟੀ ਕੁਛ ਨਾ ਕੁਛ ਸਵਾਰ ਸਕਦੀ ਹੈ। ਬਹੁਤ ਵੱਡੀ ਇਹ ਗੁਰਦੁਆਰਾ ਸਾਹਿਬ ਜਿਹੜੇ ਬਣੇ ਨੇ ਸੰਗਤਾਂ ਦੇ ਗੁਰਦੁਆਰੇ, ਇੱਥੇ ਜਿਹੜੇ ਪਹਿਲਾਂ ਸੇਵਾ ਕਰਕੇ ਜਾਂ ਪਹਿਲਾਂ ਇੱਥੇ ਕੋਈ ਮਤਲਬ ਕੋਈ ਡੋਨੇਸ਼ਨ ਦੇ ਗਏ, ਉਹ ਵੀ ਸਾਡੇ ਸਤਿਕਾਰਯੋਗ ਨੇ, ਜਿਹੜੇ ਹੁਣ ਕਰੀ ਜਾਂਦੇ ਇਹ ਵੀ ਸਾਡੇ ਸਤਿਕਾਰਯੋਗ ਨੇ ਜੀ ਜੀ ਜੀ। ਅਸੀਂ ਜੇ ਦਸਾਂ ਦੀ ਕਿਰਤ ਨੂੰ ਜੇ ਸਹੀ ਪਾਸੇ ਲਾਉਨੇ, ਗੁਰੂ ਮਹਾਰਾਜ ਸਾਨੂੰ ਜ਼ਿਆਦੇ ਦਿੰਦਾ ਹੈ, ਉਹਨਾਂ ਹੀ ਆਪਣੀ ਕਿਰਤ ਫਲਦੀ ਹੈ, ਸਾਡੇ ਸਿੱਖ ਕੌਮ ਦਾ ਨਾਂ ਉੱਚਾ ਹੁੰਦਾ ਹੈ। ਸੋ ਮੈਂ ਤਾਂ ਇਹ ਬੇਨਤੀ ਕਰੂੰਗਾ, ਰਿਕੁਐਸਟ ਕਰੂੰਗਾ ਵੀ ਚਾਹੇ ਮੇਰੇ ਤੋਂ ਇਹ ਵੱਡੇ ਨੇ ਚਾਹੇ ਮੇਰੇ ਤੋਂ ਛੋਟੇ ਨੇ, ਐਕਸਪੀਰੀਅੰਸ ਦੇ ਮੁਤਾਬਕ ਮੇਰੇ ਤਾਂ ਜੇ ਮੈਂ ਸਤਨਾਮ ਨੂੰ ਕਹਾਂ ਇਹ ਵੀ ਮੇਰਾ ਸ਼ਾਗਿਰਦ ਹੈ ਤੇ ਹੈਪੀ ਵੀ ਮੇਰਾ ਸ਼ਾਗਿਰਦ ਹੈ, ਠੀਕ ਹੈ ਜੀ। ਮੈਂ ਇਹਨਾਂ ਨੂੰ ਬੰਦਿਆਂ ਨੂੰ ਸਟੇਜ ਤੇ ਬੋਲਣਾ ਲਾਇਆ, ਸਿਖਾਇਆ ਜਿੰਨਾ ਕੁ ਮੈਨੂੰ ਆਪਦੀ ਸੂਝ-ਬੂਝ ਸੀ। ਮੈਂ ਕੋਈ ਬੜਾ ਵੱਡਾ ਬੰਦਾ ਨਹੀਂਗਾ ਜੀ, ਪਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਲੈਕਸ਼ਨ ਦਾ ਜਿਹੜਾ ਪ੍ਰੋਸੈਸ ਹੈ ਇਹਨੂੰ ਸ਼ੁਰੂ ਕਰੋ, ਫਿਰ ਹੋ ਸਕਦਾ ਵੀ ਸਿਲੈਕਸ਼ਨ ਹੋ ਜੇ, ਹੋ ਸਕਦਾ ਉਹ ਤੇ ਸਿਲੈਕਸ਼ਨ ਤੇ ਸਰਬਸੰਮਤੀ ਹੋ ਜੇ। ਜੇ ਨਹੀਂ ਕੋਈ ਤੁਹਾਡੇ ਪੇਸ਼ ਦੀ ਗੱਲ, ਕੋਈ ਇਲੈਕਸ਼ਨ ਹੋ ਜੇ, ਫਿਰ ਤਾਂ ਆਪਣੇ ਕੋਲੇ ਕੋਈ ਹੋਰ ਹੀਲਾ ਹੀ ਹੈ ਨਹੀਂ ਵੀ ਸਮਝਾਉਣ ਦਾ ਜਾਂ ਕੁਛ ਇਸ ਗੱਲ ਨੂੰ ਅੱਗੇ ਤੋਰਨ ਦਾ। ਮੈਂ ਤਾਂ ਬਾਈ ਜੀ ਕਮਿਊਨਿਟੀ ਦੇ ਵਿੱਚ ਰਹਿੰਦਿਆਂ ਆਪਣਾ ਤਾਂ ਜਿਹੜਾ ਹੈਗਾ ਸਮਾਂ ਜਾਂ ਮੈਂ ਆਪਦਾ ਕੋਈ ਦਸਵੰਧ ਹੈ, ਮੈਂ ਤਾਂ ਚੰਗੇ ਪਾਸੇ ਲਾਉਣ ਦੇ ਹੱਕ 'ਚ ਹੈ, ਤਾਂ ਕਿ ਸਾਡਾ ਜਿਹੜਾ 4 ਪੈਸੇ ਅਸੀਂ ਜੇ ਬਚਾਉਣੇ ਆ, ਬਚਾ ਕੇ ਸਾਡੇ ਆਉਣ ਵਾਲੀ ਕਮਿਊਨਿਟੀ ਵਾਸਤੇ ਕੋਈ ਚੰਗੀ ਅਸੀਂ ਸੇਧ ਦੇ ਕੇ ਜਾਣੀ ਹੈ, ਚੰਗੀ ਕੋਈ ਐਗਜ਼ਾਮਪਲ ਛੱਡ ਕੇ ਜਾਣੀ ਹੈ ਜੀ। ਇਹ ਕਮੇਟੀਆਂ ਆਉਂਦੀਆਂ ਜਾਂਦੀਆਂ ਨਹੀਂ, ਸਾਲ ਵੀ ਲੰਘਦੇ ਜਾਂਦੇ, ਸਮਾਂ ਨਹੀਂ ਰੁਕਦਾ ਹੁੰਦਾ। ਬਰਾੜ ਸਾਹਿਬ ਨਾਲੇ ਬਹੁਤ ਵੱਡਾ ਇਤਿਹਾਸਕ ਸਥਾਨ ਹੈ ਜੀ ਸਾਡਾ, ਬਾਰਡਰ ਨੂੰ ਟੱਪ ਕੇ ਲੋਕ ਕਿਵੇਂ ਆਉਂਦੇ ਰਹੇ। ਇੱਕ ਬੰਨੇ ਤਾਂ ਸਾਨੂੰ ਹੈਰੀਟੇਜ ਦਰਜਾ ਮਿਲਿਆ ਹੋਇਆ ਜਿਹੜਾ ਅਸਲ ਗੁਰੂ ਘਰ ਹੈ, ਇੱਕ ਬੰਨੇ ਅਸੀਂ ਇੱਕ ਦੂਜੇ ਦੇ ਨਾਲ ਧਿੰਗੋਜ਼ੋਰੀ ਕਰਦੇ ਹਾਂ, ਤੇ ਉਹ ਦੂਜੇ ਬੰਨੇ ਕੌਮ ਕਿਹੜਿਆਂ ਹਾਲਾਂ 'ਚੋਂ ਲੰਘ ਰਹੀ ਹੈ, ਤੇ ਅਸੀਂ ਇੱਕ ਕਮਿਊਨਿਟੀ ਜਿਹੜੀ ਇਕੱਠੀ ਹੋ ਰਹੀ ਹੈ, ਜਿਹੜਾ ਇਕੱਠਾ ਹੋ ਕੇ ਕੁਛ ਕਰ ਸਕਦੇ ਹਾਂ। ਕਿੰਨੇ ਦੁੱਖ 'ਚੋਂ ਆਪਾਂ ਗੈਂਗਿਜ਼ਮ ਦੇ ਵਿੱਚੋਂ ਨਿਕਲੇ ਹਾਂ, ਮਸਾਂ ਉੱਥੇ ਕੋਈ ਸੁੱਖ ਸ਼ਾਂਤੀ ਤੁਹਾਡੇ ਹੋਈ ਆ, ਨੁਕਸਾਨ ਬਹੁਤ ਹੋ ਗਿਆ, ਪੁੱਤ ਇਕੱਲੇ ਜਿਹੜੇ ਘਰਾਂ 'ਚੋਂ ਤੁਰ ਗਏ, ਬਹੁਤ ਕੁਝ ਕਰਨ ਵਾਲਾ ਹੈ। ਅਤੇ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਦੋਨੇ ਹੀ ਤੁਹਾਡੇ ਸਤਨਾਮ ਸਿੰਘ ਹੋਣੀ ਜਾਂ ਹੈਪੀ ਹੋਣੀ, ਦੋਨੇ ਹੀ ਪਿਆਰ ਕਰਨ ਵਾਲੇ ਨੇ। ਪਿੰਡ ਦੇ ਕੋਈ ਸਾਂਝੇ ਬੰਦੇ ਸ਼ਹਿਰ ਦੇ ਇਕੱਠੇ ਹੋ ਕੇ ਯਾਰ ਬਿਠਾਓ ਹਾਂ ਇਹਨਾਂ ਨੂੰ ਟੇਬਲ ਤੇ ਗੱਲ ਨਿਬੜੀ ਹੋਵੇ। ਬਾਜੀ ਜਿਹੜੀ ਹੈਗੀ ਆ ਸਾਡੀ ਕੋਸ਼ਿਸ਼ ਹੈ ਜੀ, ਜਿਹੜੀ ਹੁਣ ਮੈਂ ਫਾਰ ਐਗਜ਼ਾਮਪਲ ਜੇ ਮੈਂ ਆਪਦੀ ਉਦਾਹਰਨ ਦੇਵਾਂ, ਮੈਂ ਅੱਗੇ ਵੀ ਕਈਆਂ ਮੀਟਿੰਗਾਂ ਦੇ ਵਿੱਚ ਵੀ ਗੱਲ ਕੀਤੀ ਹੈ, ਜੇ ਮੈਂ ਗੁਰੂ ਘਰ ਦੇ ਉੱਤੇ ਵੀ ਜਾਣੀ ਕਾਬਜ਼ ਹੋ ਕੇ ਮੈਂ ਬੈਠਾ ਰਹਿਣਾ ਹੁੰਦਾ ਤੇ ਹੋ ਸਕਦਾ ਵੀ ਬਹੁਤ ਮੁਸ਼ਕਿਲ ਹੋਣਾ ਸੀ ਲੋਕਾਂ ਨੂੰ ਇੱਥੋਂ ਕੱਢਣਾ। ਪਰ ਮੈਂ ਕੀ ਸੋਚਿਆ ਵੀ ਜਿਹੜੀ
ਮੇਰੇ ਹੱਥਾਂ ਦੇ ਵਿੱਚ ਦੀ ਬੜੀ ਸੇਵਾ ਮਾਇਆ ਲੰਘੀ ਹੈ, ਗੁਰੂ ਘਰ ਸਾਹਿਬ ਤੇ ਲੱਗੀ ਹੈ, ਮਤਲਬ ਗੁਰਦੁਆਰਾ ਸਾਹਿਬ ਤੇ ਲੱਗੀ ਹੈ। ਜੇ ਇੱਥੋਂ ਕਿਤੇ ਮਤਲਬ ਜੇ ਕਿਸੇ ਕਾਬਜ਼ ਰਹਿਣਾ ਹੁੰਦਾ ਜਾਂ ਕੋਈ, ਅਸੀਂ ਤਾਂ ਇਹ ਚੀਜ਼ ਸੋਚਿਓ ਹੀ ਨਹੀਂ। ਅਸੀਂ ਤਾਂ ਆਪਦੀ ਟਰਮ ਪੂਰੀ ਕੀਤੀ। ਅਸੀਂ ਆਖਿਆ ਜਿਹੜੇ ਹੋਰ ਆਉਣ ਵਾਲੇ ਸਾਡੇ ਨੂੰ ਸਿਆਣੇ ਆਉਣਗੇ, ਸਾਡੇ ਨੂੰ ਚੰਗੇ ਬੰਦੇ ਵੀ ਆ ਸਕਦੇ, ਸਾਡੇ ਨੂੰ ਚੰਗੇ ਪੜ੍ਹੇ ਲਿਖੇ ਵੀ ਆ ਸਕਦੇ ਹੈ। ਇਹ ਜਿਹੜੀ ਹੈਗੀ ਆ ਇੱਕ ਚੇਂਜਿੰਗ ਜ਼ਰੂਰ ਹੋਣੀ ਚਾਹੀਦੀ ਹੈ। ਅਸੀਂ ਨਹੀਂ ਮੈਂ ਗੱਲ ਕਹਿੰਦਾ ਵੀ ਜਿਹੜੇ ਹੈਗੇ ਆ ਵੀ ਆਪਾਂ ਦੂਸਰਿਆਂ ਵਾਸਤੇ ਰਾਹ ਖੋਲਣਾ ਆਉਣ ਵਾਲੇ। ਇਹ ਨਹੀਂ ਆਪਾਂ ਸੋਚਣਾ ਵੀ ਕਿ ਜੇ ਮੈਂ ਇਸ ਨੂੰ ਇੱਥੇ ਰਹਾਂ ਤੇ ਮੇਰਾ ਧੜਾਈ ਇੱਥੇ ਕਾਬਜ਼ ਰਹੇ। ਨਹੀਂ, ਚੰਗੇ ਸੇਵਾਦਾਰ ਆਉਣੇ ਚਾਹੀਦੇ, ਪੜ੍ਹੇ ਲਿਖੇ ਆਉਣੇ ਚਾਹੀਦੇ, ਸਮਝ ਸੂਝ ਵਾਲੇ ਆਉਣੇ ਚਾਹੀਦੇ, ਤਾਂ ਕਿ ਜਿਹੜਾ ਕਮਿਊਨਿਟੀ ਦਾ ਮੂੰਹ ਮੱਥਾ ਜਿਹੜਾ ਸਵਾਰਨ, ਤਾਂ ਕਿ ਕੱਲ ਨੂੰ ਸਾਡੀ ਜਦੋਂ ਹਿਸਟਰੀ, ਮੈਂ ਤਾਂ ਹਿਸਟਰੀ ਤਾਂ ਮੇਰੇ ਕੋਲ ਟਨ ਆਫ ਹੈਗੀ ਆ ਵਿਸਫੋਟ ਦੀ, ਜਦੋਂ ਕਿਸੇ ਅਸੀਂ ਬੰਦੇ ਦੀ ਹੱਥ ਜਾਂ ਲਿਖਾਂਗੇ ਹੱਥਾਂ ਦੇ ਨਾਲ, ਸਾਡੇ ਹੱਥ ਨਾ ਕੰਮਣ ਵੀ ਅਸੀਂ ਕਿਸੇ ਨਾਲ ਜ਼ਿਆਦਤੀ ਕਰ ਰਹੇ। ਬਿਲਕੁਲ ਠੀਕ। ਸਾਡੀ ਜਿਹੜੀ ਹੈਗੀ ਆ ਵੀ ਅਸੀਂ ਜੇ ਕਿਸੇ ਦੀ ਚੰਗਿਆਈ ਹੈ, ਉਹਨੂੰ ਚੰਗਿਆਈ ਨੂੰ ਅਸੀਂ ਪ੍ਰਫੁੱਲਤ ਕਰੀਏ, ਤਾਂ ਕਿ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲਾਂ, ਸਾਡੀ ਜਿਹੜੀ ਕੌਮ ਹੈ, ਉਹ ਇਹ ਤੋਂ ਚੰਗੀ ਸੇਧ ਲੈ ਸੇ, ਅਸੀਂ ਵਡਿਆਈ ਕਰ ਸਕੀਏ ਹਰੇਕ ਦੀ। ਬਿਲਕੁਲ ਬਾਈ, ਕਿਉਂਕਿ ਇਹ ਜਿਹੜੀ ਹੈਗੀ ਆ, ਮੇਰੀ ਤਾਂ ਕੋਸ਼ਿਸ਼ ਇਹ ਹੋਊਗੀ ਵੀ ਇਹ ਜਿਹੜਾ ਹੈਗਾ ਵੀਰ ਜੀ ਉਹਨਾਂ ਨੂੰ ਵੀ ਮੈਂ ਸਾਰਿਆਂ ਨੂੰ ਜਿਹੜੇ ਹੈ ਮੌਜੂਦਾ ਕਮੇਟੀ ਦੇ ਵਿੱਚ ਆ, ਮੈਂ ਤਾਂ ਉਹਨਾਂ ਨੂੰ ਵੀ ਰਿਕੁਐਸਟ ਕਰਦਾ, ਉੱਥੇ ਜਾ ਕੇ ਵੀ ਕਹਿਣਾ, ਐਸੀ ਨਹੀਂ ਕੋਈ ਗੱਲ, ਕਿ ਤੁਸੀਂ ਜਿਹੜਾ ਪ੍ਰੋਸੈਸ ਹੈ ਨਾ, ਜੋ ਵੀ ਚੱਲਦਾ ਇਹਨੂੰ ਤੁਸੀਂ ਚਲਾਓ। ਪਰਮਾਤਮਾ ਨੇ ਤੁਹਾਨੂੰ ਜਿਹੜੀ ਹੈਗੀ ਆ, ਜੇ ਇਹਦਾ ਇੰਚਾਰਜ ਜਾਂ ਇਹਦੀ ਸੇਵਾ ਬਖਸ਼ਣੀ ਤੁਹਾਨੂੰ ਮਿਲ ਜਾਣੀ ਹੈ ਜੀ, ਮਿਲ ਜਾਣੀ। ਜੇ ਦੂਜੀ ਕਿਸੇ ਹੋਰ ਨੂੰ ਮਿਲਣੀ, ਉਹਨਾਂ ਨੂੰ ਮਿਲ ਜਾਣੀ ਆ। ਪਰ ਅਸੀਂ ਜਿਹੜਾ ਵੇਖੋ, ਸਾਡਾ BC ਸੁਸਾਇਟੀ ਲਾ ਦੇ ਐਕਟ ਦੇ ਥੱਲੇ ਜਿਹੜਾ ਇਹ ਸੰਵਿਧਾਨ ਵਗੈਰਾ ਸਾਰਾ ਕੁਝ ਰਜਿਸਟਰਡ ਹੁੰਦਾ ਜੀ। ਅਸੀਂ ਇਹ ਚੀਜ਼ਾਂ ਨਾ ਸੋਚੋ ਵੀ ਹੁਣ ਸਾਡੀ ਚੌਧਰ ਖੁਸ਼ਦੀ ਹੈ ਤੇ ਅਸੀਂ ਸੰਵਿਧਾਨ ਬਦਲਣਾ, ਨਹੀਂ, ਇਹ ਚੀਜ਼ ਨਹੀਂ ਹੁੰਦੀ। ਇਹ ਪਹਿਲਾਂ ਜਿਹੜਾ ਚੱਲਿਆ ਆ ਰਿਹਾ ਨਾ ਕਨਸਟੀਟਿਊਸ਼ਨ ਜਿਹੜਾ ਜਮਾ ਹੁੰਦਾ ਬਣਦਾ ਸੁਸਾਇਟੀਆਂ 77 ਦੇ ਬਾਈ ਜੀ, 77 ਦੇ ਅਸੀਂ ਇਸ ਸੰਵਿਧਾਨ ਜਦੋਂ ਲੈ ਕੇ ਗਏ ਆ, ਰਾਸ਼ਟਰੀ ਗੁਰਦੁਆਰਾ ਸਾਹਿਬ ਦੇ ਅੰਡਰ ਚੱਲਦਾ ਸੀ ਸਾਰਾ ਕੁਝ। ਜਦੋਂ ਇਹ ਲੈ ਕੇ ਗਏ ਆ ਸੰਵਿਧਾਨ, ਉਹ ਠੀਕ ਆ, ਉਹਦੇ ਵਿੱਚ ਕੋਈ ਕਮੀਆਂ ਹੋਣਗੀਆਂ, ਬਾਅਦ ਚ ਤਰੁੱਟੀਆਂ ਠੀਕ ਵੀ ਕੀਤੀਆਂ, ਇਹਦੀ ਮਤਲਬ ਵੀ ਉਹਨੂੰ ਆਪਾਂ ਅਮੈਂਡਮੈਂਟ ਹੋਈਆਂ, ਉਹਦੇ ਵਿੱਚ ਹੁੰਦੀਆਂ ਰਹਿਣੀਆਂ। ਜੇ ਕੋਈ ਚੰਗੀ ਗੱਲ ਆਉਂਦੀ ਹੈ ਤੇ ਕੋਈ ਨਾ, ਆਪਾਂ ਉਹਨੂੰ ਵੀ ਅਡਾਪਟ ਕਰੋ, ਕੋਈ ਗੱਲ ਨਹੀਂ। ਜੇ ਚੰਗੀ ਗੱਲ ਤੋਂ ਬੰਦਾ ਚੰਗੀ ਸੂਝ ਸਬਕ ਮਿਲਦਾ ਤਾਂ ਲੈ ਲਓ। ਸੋ ਮੈਂ ਤਾਂ ਬਾਈ ਜੀ ਬੇਨਤੀ ਕਰੂੰਗਾ, ਕਿਉਂਕਿ ਅਸੀਂ ਇੱਥੇ ਕਮਿਊਨਿਟੀ ਦੇ ਵਿੱਚ ਰਹਿਣਾ, ਇੱਕ ਦੂਜੇ ਦੇ ਹੀ ਜਾਣ ਪਛਾਣ ਵਾਲੇ ਆ। ਸਾਡਾ ਐਪੀਸੋਡ ਮੈਂ ਤਾਂ ਕਹਿੰਦਾ ਸਾਡਾ ਪਿੰਡ ਹੈ ਇਹ। ਬਿਲਕੁਲ ਠੀਕ ਹੈ ਬਾਈ ਜੀ, ਬਿਲਕੁਲ ਗਈ ਸਹੀ ਗੱਲ। ਤੇ ਇਸ ਪਿੰਡ ਨੂੰ ਅਸੀਂ ਇੱਕ ਐਗਜ਼ਾਮਪਲ ਬਣਾਈਏ ਦੂਜਿਆਂ ਵਾਸਤੇ, ਵੀ ਜੇ ਅਸੀਂ ਇਹਨੂੰ ਸਹੀ ਤਰੀਕੇ ਦੇ ਨਾਲ ਜਿਹੜੀ ਹੈਗਾ ਦਾ ਪ੍ਰੋਸੈਸ ਆ ਸਾਰਾ, ਆਪਾਂ ਇਲੈਕਸ਼ਨ ਦਾ ਇਹਨੂੰ ਸ਼ੁਰੂ ਕਰਕੇ ਵੀ ਬਜਾਏ ਸਾਨੂੰ ਹੁਣ ਕੱਲ ਨੂੰ ਚਲੋ ਕੋਰਟ ਕਚਹਿਰੀਆਂ 'ਚ ਚਲੇ ਜਾਂਦੇ, ਪੈਸਾ ਬਰਬਾਦ ਗੁਰਦੁਆਰਾ ਸਾਹਿਬ ਦਾ ਵੀ ਹੁੰਦਾ, ਦੂਜੇ ਪਾਸੇ ਵੀ ਹੁੰਦਾ, ਸਾਰੇ ਪਾਸੇ ਤੋਂ ਵੇਖੋ ਜੀ ਪੈਸਾ ਤਾਂ ਬਰਬਾਦ ਹੋਣਾ ਹੀ ਹੈ ਜਦੋਂ ਅਸੀਂ ਰਸਤਾ ਹੀ ਹੋਰ ਅਖਤਿਆਰ ਕਰ ਲਿਆ। ਠੀਕ ਹੈ ਬਾਈ, ਜੇ ਅਸੀਂ ਉਹੀ ਪੈਸਾ ਕਿਸੇ ਅਸੀਂ ਚੰਗੇ ਕੰਮ ਤੇ ਲਾ ਸਕਦੇ ਹਾਂ, ਜੇ ਇਹੀ ਚੀਜ਼ ਹੈ ਸਹੀ ਤਰੀਕੇ ਦੇ ਨਾਲ ਸਾਡਾ ਇਹ ਜਿਹੜਾ ਇਲੈਕਸ਼ਨ ਮੈਨੂੰ ਬਾਰ-ਬਾਰ ਤਾਂ ਕਹਿਣਾ ਪੈਂਦਾ ਕਿਉਂਕਿ BC ਦੇ ਜਿਹੜੇ ਸੁਸਾਇਟੀ ਇਲੈਕਟ ਤੇ ਆਪਣੇ ਲਾ ਦੇ ਮੁਤਾਬਕ ਜਿਹੜਾ ਹੈਗਾ ਉਹਦੇ ਬਾਬਤ ਆਪਾਂ ਨੂੰ ਕਹਿਣਾ ਪੈਂਦਾ। ਵੈਸੇ ਤਾਂ ਸਿਲੈਕਸ਼ਨ ਵੀ ਹੋ ਸਕਦੀ ਹੈ, ਐਸੀ ਨਹੀਂ ਕੋਈ ਗੱਲ, ਹੁੰਦੀਆਂ ਰਹੀਆਂ। ਇੱਥੇ ਜੇ ਮੈਂ ਐਗਜ਼ਾਮਪਲ ਦੇਵਾਂ, 81 ਦੇ ਵਿੱਚ ਇਲੈਕਸ਼ਨ ਹੋਈ ਸੀ, ਮੁੜ ਕੇ 98 ਚ ਹੋਈ, ਜਾਂ ਮਗਰੋਂ 2-3 ਹੋਰ ਹੋਈਆਂ। ਇਹ ਜਿਹੜੀ ਹੈਗੀ ਆ ਬਈ ਸਿਲੈਕਸ਼ਨਾਂ ਵੀ ਹੁੰਦੀਆਂ ਰਹੀਆਂ, ਸਰਬਸੰਮਤੀਆਂ ਵੀ ਹੁੰਦੀਆਂ ਰਹੀਆਂ, ਲੋਕ ਪ੍ਰਮਾਣਿਤ ਵੀ ਦਿੰਦੇ ਰਹੇ, ਪ੍ਰਮਾਣਤਾ ਸਾਰੀਆਂ ਸੁਸਾਇਟੀਆਂ ਨੂੰ ਸਹਿਯੋਗ ਵੀ ਦਿੰਦੇ ਰਹੇ ਆ। ਕਿਉਂਕਿ ਜਦੋਂ ਗੁਰਦੁਆਰਾ ਸਾਹਿਬ 2.3 ਮਿਲੀਅਨ ਦਾ ਸ਼ੁਰੂ ਕੀਤਾ, ਉਦੋਂ ਲੋਕ ਕਹਿੰਦੇ ਸੀਗੇ ਵੀ ਬਹੁਤ ਵੱਡਾ ਤੁਸੀਂ ਪ੍ਰੋਜੈਕਟ ਸ਼ੁਰੂ ਕੀਤਾ ਤੇ ਇਹਦੇ ਤੇ ਨਾ ਇੰਨਾ ਪੈਸਾ ਖਰਚੋ, ਕਿਉਂਕਿ ਸੰਗਤ ਹੈ ਨਹੀਂ। ਹੁਣ ਸੁੱਖ ਨਾਲ ਸੰਗਤ ਜੁੜੀ ਆ, ਸਾਰੇ ਹੋਰ ਗੁਰਦੁਆਰਾ ਸਾਹਿਬ ਹੈਗੇ ਆ। ਅਸੀਂ ਤਾਂ ਇਹ ਖੁਸ਼ ਹਾਂ ਵੀ ਜੇ ਸਾਰੇ ਗੁਰਦੁਆਰਾ ਸਾਹਿਬ, ਮੈਂ ਤਾਂ ਕਹਿੰਦਾ ਕਿਸੇ ਗੁਰਦੁਆਰੇ ਦੇ ਸਾਹਿਬ ਦੇ ਵਿੱਚ ਇਹੋ ਜਿਹੀ ਕੋਈ ਗੱਲਬਾਤ ਹੋਣੀ ਨਹੀਂ ਚਾਹੀਦੀ ਵੀ ਜਿਹਦੇ ਨਾਲ ਆਪਣੀ ਕਮਿਊਨਿਟੀ ਦਾ, ਸਿੱਖ ਕੌਮ ਦਾ ਆਪਣਾ ਪੈਸਾ ਬਰਬਾਦ ਹੋਵੇ। ਬਾਕੀ ਬਾਈ ਜੀ ਆ ਜਿਹੜੇ ਆਪਣੇ ਦਿਨ ਚੱਲਦੇ ਹੈਗੇ ਆ, ਮੈਂ ਕਿਉਂਕਿ ਭਾਵਕ ਹੈ ਤੇ ਪੂਰਾ ਮੈਥੋਂ ਜਾਨੀ ਬੋਲ ਨਹੀਂ ਹੋਇਆ। ਜੇ ਮੈਂ ਮਤਲਬ ਚਾਹਾਂ ਤੇ ਵੀ ਮਤਲਬ ਮੈਂ ਲੰਮਾ ਬੋਲ ਸਕਦਾ, ਤੁਹਾਡਾ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਚਾਹੁੰਦਾ। ਸਰੋਤੇ ਜਿਹੜੇ ਉਹਨਾਂ ਦੀਆਂ ਕੋਈ ਆਪਦੀਆਂ ਮਤਲਬ ਜੋ ਉਹਨਾਂ ਨੇ ਸੁਣਨਾ ਹੁੰਦਾ, ਤੁਹਾਡੇ ਪ੍ਰੋਗਰਾਮ ਚਲਾਉਣ ਦੀਆਂ ਤੁਹਾਡੀਆਂ ਆਪਦੀਆਂ ਮਜਬੂਰੀਆਂ ਹੁੰਦੀਆਂ, ਪਰ ਤੁਸੀਂ ਵੀ ਇਹ ਜਿਹੜਾ ਹੈਗਾ, ਮੈਨੂੰ ਪਤਾ ਵੀ ਤੁਹਾਡਾ ਨਾਂ ਹੈਗਾ, ਸਾਡੇ ਐਪੀਸੋਡ ਦੇ ਵਿੱਚ ਤੁਹਾਡਾ ਨਾਂ ਹੈਗਾ,
ਤੁਸੀਂ ਵੀ ਵਿੱਚ ਪੈ ਕੇ ਫੋਰਸ ਕਰ ਸਕਦੇ ਹੋ, ਸਮਝਾ ਸਕਦੇ ਹੋ ਪਿਆਰ ਨਾਲ ਵੀ ਤੁਸੀਂ ਇਹ ਕੰਮ ਨਾ ਕਰੋ, ਤੁਸੀਂ ਇਹਨੂੰ ਇਲੈਕਸ਼ਨ ਦਾ ਜਿਹੜਾ ਪ੍ਰੋਸੈਸ ਹੈ ਤੁਸੀਂ ਸ਼ੁਰੂ ਕਰੋ, ਜਿੱਤ ਹਾਰ ਆਪੇ ਅਗਲੇ ਜੋ ਵੀ ਪ੍ਰਮਾਤਮਾ ਨੇ ਜਿਹਨੂੰ ਸੇਵਾ ਦੇਣੀ ਉਹਨੂੰ ਦੇ ਦੇਵੇ। ਠੀਕ ਹੈ, ਪਰ ਇਹਨੂੰ ਸ਼ੁਰੂ ਕਰੋ ਨਾ। ਤੁਸੀਂ ਆਪਣਾ ਵੇਖੋ, ਜਿਹੜੀ ਚੀਜ਼ ਦਾ ਮੈਨੂੰ ਡਰ ਆਉਂਦਾ ਵੀ ਜਿਹੜੀ ਇੰਨੇ ਚਿਰ ਤੋਂ ਇਲੈਕਸ਼ਨ ਨਹੀਂ ਹੋਈ ਜਾਂ ਕੋਈ ਦਾ ਸਹੀ ਪ੍ਰੋਸੈਸ ਨਹੀਂ ਚੱਲਿਆ, ਤੁਸੀਂ ਲਾਇਸੈਂਸ ਨਾ ਗਵਾ ਲਿਓ। ਆਹ ਦੂਜਾ ਆਪਣਾ ਜਿਹੜਾ ਬਿਲਕੁਲ ਚੈਰਿਟੀ ਦਾ ਨੰਬਰ ਨਾ ਤੁਸੀਂ ਗਵਾ ਬਹੋ। ਇਹ ਇਸ ਤਰ੍ਹਾਂ ਨਹੀਂ ਹੁੰਦਾ ਵੀ ਆਪਾਂ ਵਿਕਟੋਰੀਆ ਨੂੰ ਜੋ ਕੁਝ ਅਸੀਂ ਲੈ ਕੇ ਭੇਜੀ ਜਾਈਏ ਉਹ ਸਾਰਾ ਕੁਝ ਐਕਸੈਪਟ ਹੋਊਗਾ, ਨਹੀਂ। ਕਿਉਂਕਿ ਇਹਦੇ ਉੱਤੇ ਕੋਈ, ਜੇ ਮੇਰਾ ਮਤਲਬ ਇਹ ਹੈਗੇ ਆਪਣੇ ਕਮਿਊਨਿਟੀ ਦਾ ਇੱਥੇ ਜ਼ੋਰ ਕਰਕੇ ਤਾਂ ਇਹ ਗੱਲ ਦਬੀ ਵੀ ਆ, ਨਹੀਂ ਤਾਂ ਤੁਸੀਂ ਲਾਇਸੈਂਸ ਜਿਹੜਾ ਹੈਗਾ ਟੈਕਸ ਵਾਲਾ ਇਹ ਤੁਸੀਂ ਗਵਾ ਨਾ ਲਿਓ। ਇਹਦਾ ਜਿਹੜਾ ਪ੍ਰੋਸੈਸ ਹੈ ਨਾ ਜਿਹੜਾ ਚੱਲਦਾ ਇਹਨੂੰ ਚਾਲੂ ਰੱਖੋ ਵੀਰ ਜੀ। ਧੰਨਵਾਦ। ਮੈਂ ਤਾਂ ਤੁਹਾਨੂੰ ਵੀ ਇਹੀ ਬੇਨਤੀ ਕਰਦਾ ਵੀ ਤੁਸੀਂ ਵੀ ਇਹਦੇ ਵਿੱਚ ਕੋਸ਼ਿਸ਼ ਕਰਾਂਗਾ ਜੀ, ਮੈਂ ਐਜ਼ ਏ ਨਿਊਟਰਲ ਕੋਸ਼ਿਸ਼ ਕਰੂੰਗਾ ਜੀ। ਧੰਨਵਾਦ ਬਹੁਤ ਬਾਈ ਜੀ। ਹੋਰ ਸਵਾਲ ਆ ਤਾਂ ਦੱਸਿਓ, ਤੇ ਬਾਕੀ ਮੈਂ ਤੁਹਾਡਾ ਟਾਈਮ ਜ਼ਿਆਦਾ ਲੈ ਗਿਆ। ਕੋਈ ਨਾ ਬਾਈ ਜੀ, ਕੋਈ ਨਾ। ਹਾਂਜੀ, ਧੰਨਵਾਦ ਜੀ, ਥੈਂਕ ਯੂ। ਸਰ ਗੁਰਦੇਵ ਸਿੰਘ ਬਰਾੜ ਆਲਮਵਾਲਾ ਦੱਸ ਰਹੇ ਸੀ, ਨਰਵੈਰ ਸਿੰਘ ਪੱਡਾ, ਸਤਨਾਮ ਸਿੰਘ ਗਿੱਲ। ਬਹੁਤ ਵਧੀਆ ਸਰਾਰ ਬਰਾੜ ਨੇ ਗੱਲਬਾਤ ਕੀਤੀ ਵੀ ਯਾਰ ਇਹ ਆਪਾਂ ਇਸ ਤਰ੍ਹਾਂ ਨਾ ਕਰੀਏ, ਬਹੁਤ ਬੜੀਆਂ ਇਹਦੀਆਂ ਰੀਪਰਕਸ਼ਨਸ ਨੇ। ਕੋਈ ਕੰਸਟੀਟਿਊਸ਼ਨ ਬਣਿਆ ਹੋਇਆ ਉਹਨੂੰ ਫੋਲੋ ਕਰਨਾ ਪੈਣਾ ਹੈ। ਮੁੜ ਕੇ GST ਨੰਬਰ ਦੇ ਸਹਾਰੇ ਹੀ ਇਹ ਇੰਸਟੀਟਿਊਟ ਚੱਲਦੇ ਨੇ। ਲੋਕਾਂ ਨੂੰ $100 ਦੇ ਵਿੱਚੋਂ ਕੁਛ ਮੁੜਦਾ ਹੈ ਅਤੇ ਖਰਚੇ ਪਾਉਂਦੇ ਨੇ, ਅਗਲੇ ਦਿੰਦੇ ਆ ਕੇ। ਅਤੇ ਬਹੁਤ ਵੱਡਾ ਸਾਡਾ ਇੱਕ ਇਤਿਹਾਸਕ ਸਥਾਨ ਹੀ ਹੈ। ਹੈਰੀਟੇਜ ਦਾ ਸਾਨੂੰ ਦਰਜਾ ਸ਼ੀਲਾ ਕਾਰਪਸ ਨੇ ਦਿੱਤਾ ਅਤੇ ਕਮਿਊਨਿਟੀ ਨੇ ਰਲ ਕੇ ਕਰਾਇਆ, ਅਤੇ ਜਿਹਦੇ ਕਰਕੇ ਉਹਦਾ ਸਤਿਕਾਰ ਹੈ। ਅਤੇ ਬਹੁਤ ਟਾਈਟ ਨਿਟਡ, ਬਹੁਤ ਸਾਂਝ ਵਾਲੀ ਕਮਿਊਨਿਟੀ ਹੈ ਐਬਸਫੋਰਡ ਦੀ। ਬਹੁਤ ਪਿਆਰ ਵਾਲੇ ਲੋਕ ਵਸਦੇ ਆ ਉੱਥੇ। ਮੈਂ ਨਹੀਂ ਕੋਈ ਵਖਰੇਵਾਂ ਉੱਥੇ ਵੇਖਿਆ ਪਿਛਲੇ ਜਦ ਦਾ ਮੀਡੀਆ 'ਚ ਆਇਆ 12-13 ਸਾਲਾਂ 'ਚ। ਨਾ ਸ਼ੋਅ ਆਫ ਆ ਉਸ ਸ਼ਹਿਰ ਦੇ ਵਿੱਚ, ਅਤੇ ਬਹੁਤ ਨਿੱਘਾ ਆਪਸ ਵਿੱਚ ਲੋਕਾਂ ਦਾ, ਬੜਾ ਪਿਆਰ ਹੈ। ਡਿਫਰੈਂਸਿਸ ਹੈ ਉੱਥੇ ਜਿਹੜੀ ਇਲੈਕਸ਼ਨ ਦੇ ਸਮੇਂ, ਪਰ ਇਲੈਕਸ਼ਨ ਮੁੱਕੀ ਅਤੇ ਗੱਲ ਖਤਮ। ਬਹੁਤ ਤਿਉ ਵਾਲਾ ਸ਼ਹਿਰ ਹੈ। ਸੋ ਇਹਨੂੰ ਵੀ ਆਪਾਂ ਪਲੀਜ਼ ਮੈਂ ਬੇਨਤੀ ਕਰਦਾ ਦੋਨੇ ਪਾਸੇ ਵਾਲਿਆਂ ਨੂੰ ਵੀ ਆਪਾਂ ਰਲ ਕੇ ਇਹਨੂੰ ਕੋਸ਼ਿਸ਼ ਕਰਕੇ ਜਨਰਲ ਮੀਟਿੰਗ ਹੋਵੇ ਦੁਆਰਾ, ਇਹਦਾ ਵੋਟਾਂ ਦਾ ਦਿਨ ਹੋਵੇ। ਜੇ ਸਿਲੈਕਸ਼ਨ ਨਹੀਂ ਹੁੰਦੀ ਵੋਟਾਂ ਪੈ ਜਾਣ ਦੋਨੇ ਪਾਸੇ, ਪਰ ਇਹ 'ਚ ਹਿੰਡ ਨਾ ਕਰੀਏ ਆਪਾਂ। ਅਤੇ ਆਹ ਹੁਣ ਆਪਾਂ 4 ਦਿਨ ਗੱਲਾਂ ਕਰਕੇ ਹਟੇ ਹਾਂ ਕੌਮ 'ਤੇ ਕਿਹੜੇ ਦਿਨ ਆਪਣੇ ਚੱਲਦੇ ਆ। ਅਤੇ ਦੂਜੇ ਬੰਨੇ ਜੇ ਸਾਡੀ ਆਪਸ ਵਿੱਚ ਨਹੀਂ ਬਣਦੀ ਅਤੇ ਪੁਰਖਿਆਂ ਨੇ ਮੋਢਿਆਂ 'ਤੇ ਗੇਲੀਆਂ ਢੋ ਕੇ ਗੁਰਦੁਆਰੇ ਬਣਾਏ ਹੋਏ ਨੇ, 2x4 ਮੋਢਿਆਂ 'ਤੇ ਚੱਕੀਆਂ ਹੋਈਆਂ ਬਜ਼ੁਰਗਾਂ ਨੇ। ਇਹ ਐਵੇਂ ਨਹੀਂ ਬਣੇ। ਇਹ ਨਿਸ਼ਾਨ ਸਾਹਿਬ ਦੀਆਂ ਲਾਈਟਾਂ ਵੇਖ ਕੇ ਬਾਰਡਰ ਟੱਪ ਕੇ ਅਗਲਾ ਕਹਿੰਦਾ ਹੋ ਨਿਸ਼ਾਨ ਸਾਹਿਬ ਜਿਹੜਾ ਹੈ ਲਾਈਟ ਜਗਦੀ ਹੈ, ਚੱਲੀਏ ਉੱਥੇ ਰਾਤ ਨੂੰ ਢੋਈ ਮਿਲੂ ਨਾਲੇ ਪ੍ਰਸ਼ਾਦਾ ਮਿਲੂ। ਇਹ ਉਹ ਜਗ੍ਹਾ ਹੈ, ਇਹ ਉਹ ਬਾਰਡਰ ਹੈ ਜਿੱਥੋਂ ਭਾਈ ਮੇਵਾ ਸਿੰਘ ਹੋਣੀ ਬਾਰਡਰ ਟੱਪਦੇ ਰਹੇ, ਜਿਹੜੇ ਯੋਧੇ ਹਥਿਆਰ ਲੈ ਕੇ ਮੁੜਦੇ ਰਹੇ ਵੀ ਦੇਸ਼ ਨੂੰ ਆਜ਼ਾਦ ਕਰਾਉਣਾ ਜਾ ਕੇ। ਇਹ ਉਸ ਜਗ੍ਹਾ ਦੀ ਕਹਾਣੀ ਹੈ, ਇਹ ਆਮ ਸ਼ਹਿਰ ਨਹੀਂ ਹੈ। ਅਤੇ ਇਹਦਾ ਆਪਾਂ ਸਤਿਕਾਰ ਮਾਣ ਰੱਖੀਏ। ਸਰਦਾਰ ਜਸਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਲਾਈਨ ਨੰਬਰ 2। ਹੈਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਜਸਵਿੰਦਰ ਸਿੰਘ ਬੋਲਦਾ ਜੀ ਐਬਸਫੋਰਡ ਤੋਂ। ਜੀ ਵੀਰ ਜੀ। ਹਾਂਜੀ, ਅੱਛਾ, ਬੜਾ ਦੁੱਖ ਹੁੰਦਾ ਇਹੋ ਜਿਹੀਆਂ ਗੱਲਾਂ ਸੁਣ ਕੇ, ਕਿਉਂਕਿ ਸਾਡੇ ਪੁਰਖਾਂ ਨੇ ਬਣਾਏ ਗੁਰਦੁਆਰੇ। ਇੰਦਰ ਸਿੰਘ ਮੇਰੇ ਵਾਈਫ ਦਾ ਫੁੱਫੜਿਆ ਜੋਗਿੰਦਰ ਸਿੰਘ ਹੋਣੀ। ਅੱਛਾ ਜੀ। ਤੇ ਹਾਂਜੀ, ਤੇ ਇਹ ਬੜਾ ਦਰਦ ਹੁੰਦਾ ਮਨ ਨੂੰ ਵੀ ਕੀ ਕਿਹਨਾਂ ਦੌਰਾਂ ਚੋਂ ਲੰਘ ਰਹੀ ਕਮਿਊਨਿਟੀ। ਤੇ ਆਪਣਾ ਕਹਿੰਦਾ ਦੇਖੋ, ਗੁਰੂ ਦੁਆਰਾ, ਗੁਰੂ ਦਾ ਘਰ ਆ ਜੀ। ਸਿੱਖਿਆ ਸਾਨੂੰ ਸੇਧ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਚਾਹੀਦੀ ਹੈ, ਪਰਮ ਸ਼੍ਰੀ ਗੁਰੂ ਗ੍ਰੰਥ ਸਾਹਿਬ। ਬਿਲਕੁਲ ਠੀਕ ਹੈ। ਉਹਨਾਂ ਦੀ ਸੇਧ ਲੈਣ ਦੀ ਬਜਾਏ ਅਸੀਂ ਆਪ ਹੀ ਪ੍ਰਧਾਨ ਬਣ ਕੇ ਬਹਿ ਜਾਂਦੇ ਗੁਰੂ ਘਰਾਂ ਦੇ ਵਿੱਚ। ਵੈਰੀ ਰੋਂਗ। ਆਪਣਾ ਮਤਲਬ ਕਿ ਅਸੀਂ ਐਕਸੈਪਟ ਨਹੀਂ ਕਰਦੇ ਇਸ ਚੀਜ਼ ਨੂੰ, ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਆਪਣਾ ਸੰਗਤ ਨੂੰ ਬਹੁਤ ਵੱਡਾ ਆਖਿਆ ਗਿਆ ਸਾਰੀ ਕੌਮ ਚ। ਮਤਲਬ ਕਿ ਮੇਨ ਮਤਲਬ ਸੰਗਤ ਜੋ ਡਿਸੀਜ਼ਨ ਸੰਗਤ ਦਾ ਚਾਹੀਦਾ। ਬਿਲਕੁਲ ਠੀਕ ਹੈ। ਹਾਂਜੀ, ਕਿ ਜੇ ਕੋਈ ਹੁਣ ਠੀਕ ਆ ਆਪਣਾ ਸਿਲੈਕਸ਼ਨ ਹੋ ਗਈ ਕਮੇਟੀ ਦੀ, ਜਿਵੇਂ ਬਰਾੜ ਸਾਹਿਬ ਕਹਿ ਕੇ ਗਏ ਵੀ ਇਲੈਕਸ਼ਨ ਇਜ਼ ਆਪਣਾ ਜਿਵੇਂ ਸਰਬਸੰਮਤੀ ਸੇਮ ਨਾ ਆ। ਸਰਬਸੰਮਤੀ ਜੇ ਸਾਰੀ ਕਮਿਊਨਿਟੀ ਦੀ ਸਰਬਸੰਮਤੀ ਨਾਲ ਜੋ ਕੋਈ ਪ੍ਰਧਾਨ ਬਣਦਾ ਤੇ ਸਿਰ ਮੱਥੇ ਆ, ਪਰ ਜੇ ਆਪਦੇ ਆਪ ਕੋਈ ਬਣ ਕੇ ਬਹਿ ਜਾਂਦਾ ਵਿਚ ਇਜ਼ ਵੈਰੀ ਰੋਂਗ। ਮਤਲਬ ਕਿ ਅਸੀਂ ਐਕਸੈਪਟ ਨਹੀਂ ਕਰ ਰਹੇ। ਅਸੀਂ ਮਤਲਬ ਕਿ ਮੈਂ ਬਿਲੋਂਗ ਕਰਦਾ ਬਈ ਪਾਇਨੀਅਰ ਆਪਣਾ ਫੈਮਲੀਆਂ ਨਾਲ, ਮਤਲਬ ਕਿ ਸਾਡੇ ਆਪਦੇ। ਤੇ ਨੰਬਰ 2 ਆਪਣਾ ਕਿ ਨਾ ਲਾਈਕ ਇਹ ਜਿਹੜਾ ਕੁਛ ਅਸੀਂ ਮਤਲਬ ਕਿ ਕਰੀ ਜਾਂਦੇ ਆ ਬਗਾਨੇ ਹੱਥਾਂ 'ਚ ਰਲ ਕੇ ਚੜ੍ਹ ਕੇ, ਕੀ ਪਤਾ ਦੋਨੇ ਗੁਰੂ ਘਰਾਂ 'ਚ ਕਲਗੀਧਰ 'ਚ ਸੁਣ ਕੇ ਉੱਥੇ ਵੀ ਇਹੀ ਰੌਲੇ ਪਵਾ ਰੱਖੇ ਆ, ਇਸ ਗੁਰੂ ਘਰ 'ਚ ਵੀ ਇਹੀ। ਬਾਹਰਲੀਆਂ ਸ਼ਕਤੀਆਂ ਜਿਹੜੀਆਂ ਜੋ ਕੁਛ ਕਰਨਾ ਚਾਹੁੰਦੀਆਂ, ਮੈਂ ਤਾਂ ਕਹਿੰਦਾ ਕਮਿਊਨਿਟੀ ਨੂੰ ਇਹੀ ਸੁਝਾਅ ਪਾਸੇ ਰਹੋ ਉਹਨਾਂ ਤੋਂ।
ਤੇ ਮਤਲਬ ਕਿ ਕਮਿਊਨਿਟੀ ਦੀ ਸੰਗਤ ਨੂੰ ਬੈਠ ਕੇ ਇਹ ਇਲੈਕਸ਼ਨ ਹੋਣੇ ਚਾਹੀਦੇ ਆ। ਸਹੀ ਬੰਦੇ ਜੋ ਬਰਾੜ ਸਾਹਿਬ ਨੇ ਕਹੇ ਗਿਣੇ ਚੁਣੇ ਮਤਲਬ ਕਿ ਲੈ ਕੇ ਆਓ, ਯੰਗ ਜਨਰੇਸ਼ਨ ਨੂੰ ਲੈ ਕੇ ਆਓ। ਅਸੀਂ ਯੰਗ ਜਨਰੇਸ਼ਨ ਦਾ ਮੂਹਰੇ ਨਹੀਂ ਲਾ ਰਹੇ, ਆਪ ਪੁਰਾਣੇ ਜਿਹੜੇ ਖੁੰਡ ਆ ਉਹ ਲੱਗੇ ਹੋਏ ਆ। ਦਿਸ ਇਜ਼ ਵੈਰੀ ਰੋਂਗ, ਯੂ ਨੋ, ਅਸੀਂ ਐਕਸੈਪਟ ਨਹੀਂ ਕਰ ਰਹੇ। ਸੋ ਆਹੀ ਸੀ ਮੇਰੇ ਵਿਚਾਰ। ਥੈਂਕ ਯੂ ਬਾਈ ਜੀ ਜਸਵਿੰਦਰ ਸਿੰਘ। ਥੈਂਕ ਯੂ। ਡਾਕਟਰ ਅਵਤਾਰ ਸਿੰਘ ਜੰਡੀ ਜੀ, ਲਾਈਨ ਨੰਬਰ 1। ਹੈਲੋ ਜੀ ਡਾਕਟਰ ਸਾਹਿਬ। ਆਪਣੇ ਗਿਲ ਸਾਹਿਬ, ਮੇਰੇ ਖਿਆਲ ਇਹਦਾ ਇੱਕੋ ਇੱਕ ਸੋਲੂਸ਼ਨ ਆ ਵੀ ਜਿੰਨੀਆਂ ਵੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਇੱਥੇ ਚੱਲਦੀਆਂ ਜਾਂ ਆਪਣੀਆਂ ਖਾਸ ਕਰਕੇ ਰਿਲੇਟਡ ਆ, ਕਿ ਜਨਰਲ ਬੋਡੀ ਤੋਂ ਰੈਜ਼ੋਲੂਸ਼ਨ ਪਾਇਆ ਜਾਵੇ। ਮੈਨੂੰ ਪਤਾ ਨਹੀਂ ਕੀਤਾ ਜਾ ਸਕਦਾ ਵੀ ਕੋਈ ਵੀ ਜਿਹੜੀ ਪਾਰਟੀ ਆ ਉਹ ਗੁਰਦੁਆਰੇ ਦਾ ਪੈਸਾ ਲਾ ਕੇ ਕੋਰਟ 'ਚ ਨਹੀਂ ਜਾ ਸਕਦੀ। ਮੈਂ ਕਹਿੰਦਾ ਜੇ ਕੋਈ ਬੰਦਾ ਕੋਰਟ ਵੱਲ ਨੂੰ, ਕੋਰਟ ਦੇ ਵੱਲ ਕਿ ਜੇ ਕੋਈ ਵਕੀਲ ਵੀ ਹਾਇਰ ਕਰ ਜਾਵੇ, ਝਾਕ ਵੀ ਗਿਆ ਜੇ ਕੋਈ ਝਾਕ ਵੀ ਗਿਆ, ਇੱਕ ਚਾਹੀਦਾ ਜਨਰਲ ਬੋਡੀ ਤੋਂ ਇੱਕ ਰੈਜ਼ੋਲੂਸ਼ਨ ਕਿਸ ਤਰ੍ਹਾਂ ਪਾਇਆ ਜਾਵੇ ਵੀ ਕੋਈ ਵੀ ਬੰਦਾ ਜਿਹੜਾ ਉਹ ਗੁਰਦੁਆਰੇ ਦਾ ਪੈਸਾ ਕੋਰਟ ਦੇ ਵਿੱਚ ਨਹੀਂ ਜਾਇਆ ਜਾ ਸਕਦਾ। ਉਹ 'ਚ ਅਮੈਂਡਮੈਂਟ ਕਰਾਈ ਜਾਵੇ। ਜਿਹੜੇ ਇਹਨਾਂ ਦੇ ਬੇਸਿਕ ਲਿਖੇ ਹੋ ਆ ਸਟਰਕਚਰ ਲਿਖੇ ਹੋ ਆ, ਉਹਦੇ ਸਟਰਕਚਰ ਚੇਂਜ ਕਰਕੇ ਜੇ ਕੋਈ ਬੰਦਾ ਵੀ ਮਤਲਬ ਕੋਰਟ ਵੱਲ ਨੂੰ ਮੂੰਹ ਕਰ ਗਿਆ ਕਦੀ ਤਾਂ ਤੁਸੀਂ ਦੇਖ ਲਿਓ। ਇਹ ਸਿਰਫ ਗੁਰਦੁਆਰਿਆਂ ਦੇ ਪੈਸਿਆਂ ਕਰਕੇ ਲੋਕੀ ਚੱਲਦੇ ਆ ਸਾਰਾ ਦਿਨ। ਗੁਰਦੁਆਰਿਆਂ ਦਾ ਮਿਲੀਅਨਸ ਆਫ ਡਾਲਰ ਆਪਾਂ ਇੱਥੇ ਵੇਸਟ ਕਰ ਰਹੇ ਹਾਂ। ਇਹ ਸਾਰੇ ਲੋਕ ਭਜਾਉਣੇ ਚਾਹੀਦੇ ਗੁਰਦੁਆਰਿਆਂ ਤੋਂ, ਕੋਈ ਵੀ ਪਾਰਟੀ ਦਾ ਹੋਵੇ, ਡਜ਼ਨਟ ਮੈਟਰ। ਥੈਂਕ ਯੂ ਜੀ। ਬਿਲਕੁਲ ਜੀ, ਕਰ ਲਓ ਤੁਸੀਂ, ਸਰਬਸੰਮਤੀ ਹੋ ਜਾਵੇ, ਪਰ ਸੰਗਤ ਤਾਂ ਇਕੱਠੀ ਕਰੋ ਨਾ। ਕਹੋ ਤਾਂ ਸਹੀ, ਨੋਟਿਸ ਤਾਂ ਭੇਜੋ ਵੀ ਫਲਾਣੇ ਦਿਨ ਜਨਰਲ ਮੀਟਿੰਗ ਆ ਭਾਈ ਸੰਗਤ ਜੀ ਆਓ, ਜੇ ਅਸੀਂ ਕਾਬਲ ਸਾਨੂੰ ਸਰਬਸੰਮਤੀ ਬਣਾ ਦਿਓ, ਜੇ ਨਹੀਂ ਕਾਬਲ ਤਾਂ ਸਾਨੂੰ ਪਰਾਂ ਕਰ ਦਿਓ। ਸਰਬਸੰਮਤੀ ਨਹੀਂ ਕਰਨੀ ਵੋਟਾਂ ਪਾ ਦਿਓ। ਇਹ ਕੋਈ ਇਹ ਨਾਲੇ ਇੱਕ ਸਰਬਸ਼ਕਤੀਮਾਨ ਇਹ ਜ਼ਬਰ ਤਖਤ ਦੇ ਮਾਲਕ ਨੇ ਜੇ ਸਾਹਿਬ ਬੈਠੇ ਨੇ, ਅਤੇ ਬੰਦੇ ਤੋਂ ਇਹ ਝੱਲ ਨਹੀਂ ਹੋਣੀ ਗੱਲ। ਜੇ ਇਨਸਾਨ ਕਹੇ ਨਾ ਮੈਂ ਤੁਰਤੂ ਫੁਰਤੂ ਕਰ ਲੂੰ, ਇਹ ਸਾਹਿਬ ਦਾ ਦਰਬਾਰ ਹੈ। ਇੱਥੇ ਤਾਂ ਅਕਬਰ ਵਰਗੇ ਆ ਗੱਲਾਂ ਕਰਦੇ ਆ ਨਾ, ਜ਼ਕਰੀਏ ਅਬਦ ਸਮੰਦ ਖਾਂ ਅਤੇ ਨਾਦਰ ਸ਼ਾਦਰ ਅਤੇ ਅਬਦਾਲੀ ਦਿੱਲੀ ਦੇ ਤਖਤ ਇੱਥੇ ਝੁਕਦੇ ਰਹੇ ਨੇ ਆ ਕੇ। ਇਹ ਸਾਹਿਬ ਦਾ ਦਰਬਾਰ ਹੈ। ਸਤਨਾਮ ਸਿੰਘ ਗਿੱਲ ਜੀ, ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਹਾਂਜੀ ਗਿੱਲ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੈਂ ਤਾਂ ਗੁਰਦੇਵ ਸਿੰਘ ਦੀ ਗੱਲ ਸੁਣੀ, ਸਾਰੇ ਸਰੋਤਾਂ ਦੀ ਸੁਣੀ ਗੱਲ। ਸਤਨਾਮ ਸਿੰਘ ਕੋਈ ਧੜਾ ਨਹੀਂ ਜੀ। ਮੇਰਾ ਇਹ 'ਚ ਕੋਈ ਪਰਸਨਲ ਨਹੀਂ ਹੈ ਵੀ ਮੈਂ ਬਣਨਾ ਮੰਗਦਾ ਜਾਂ ਪ੍ਰਧਾਨ ਜਾਂ ਮੇਰੇ ਕਰਕੇ ਰੌਲਾ ਪੈ ਰਿਹਾ। ਸਿਰਫ ਗੱਲ ਸੰਵਿਧਾਨ ਦੀ ਹੈ ਜੀ। ਸੰਵਿਧਾਨ ਫਾਲੋ ਕਰਿਆ ਜਾਵੇ, ਗੁਰਮਰਿਆਦਾ ਫਾਲੋ ਕਰੀ ਜਾਵੇ। ਸਾਡਾ ਸਿਰਫ ਮੇਰਾ ਇਹੀ ਮਕਸਦ ਆ। ਮੈਨੂੰ ਥੋੜੇ ਦਿਨ ਪਹਿਲਾਂ ਮੈਂ ਤੁਹਾਨੂੰ ਮੈਸੇਜ ਵੀ ਭੇਜ ਦੂੰ, ਮੈਨੂੰ ਕਿਸੇ ਜਵਾਕ ਦਾ ਵੀ ਆਇਆ ਜੀ, ਅੰਕਲ ਜੀ ਵੀ ਤੁਸੀਂ ਛੱਡੋ ਪਰ ਯਾਰ ਕਰੀ ਜਾਣ ਤੇ ਕੀ ਕਰ ਜਿਹੜਾ ਕੋਈ ਕਰਦੇ ਆ। ਮੈਂ ਕਿਹਾ ਪਤਾ ਛੱਡ ਕੇ ਬਹਿ ਨਹੀਂ ਹੁੰਦਾ ਵੀ ਜੇ ਤੁਹਾਡੀ ਅੱਖਾਂ ਸਾਹਮਣੇ ਕੋਈ ਗਲਤ ਹੋ ਜਾਂਦਾ ਤੁਸੀਂ ਅੱਖਾਂ ਮੀਚ ਕੇ ਬਹਿ ਜਾਓ ਵੀ ਚੱਲ ਯਾਰ ਮੇਰਾ ਤਾਂ ਪਰਿਵਾਰ ਵਧੀਆ ਬੈਠਾ ਵੀ ਮੈਂ ਤਾਂ ਬੈਠਾ ਰਹਿਣਾ ਆਰਾਮ ਨਾਲ। ਉਹ ਤਾਂ ਫਿਰ ਕੌਮੀ ਕੰਮ ਨਹੀਂ ਨਾ। ਹਾਂ, ਉਹ ਤਾਂ ਫਿਰ ਸਾਡਾ ਕੌਮ ਦਾ ਇੱਕ ਉਹਦਾ ਸਾਡਾ ਪ੍ਰੈਕਟੀਕਲ ਇਹ ਹੈ। ਫਿਰ ਤਾਂ ਕਿਤੇ ਵੀ ਧੱਕਾ ਹੁੰਦਾ, ਅਸੀਂ ਗਲਤ ਹੁੰਦਾ ਦੇਖ ਕੇ ਅਸੀਂ ਪਿੱਟ ਕਰਾਂਗੇ, ਫਿਰ ਇਹ ਤਾਂ ਗਲਤ ਹੈ। ਹਾਂਜੀ, ਮੈਂ ਕਿਹਾ ਉਹਨਾਂ ਨੂੰ ਇਹੀ ਮੈਂ ਜਵਾਬ ਦਿੱਤਾ। ਉਹਨੂੰ ਜਵਾਬ ਮੈਨੂੰ ਜਦ ਹੀ ਹੋਇਆ ਤਾਂ ਅੰਕਲ ਯੂ ਹੈਵ ਅ ਪੁਆਇੰਟ ਤੇ ਗਲਤ ਹੁੰਦਾ ਦੇਖ ਕੇ ਅੱਖਾਂ ਨਹੀਂ ਮੀਚੀਆਂ ਜਾਂਦੀਆਂ। ਆਉਣੇ ਜਨਰੇਸ਼ਨ ਨੂੰ ਕੀ ਮੂੰਹ ਦਿਖਾਵਾਂਗੇ ਵੀ ਅਸੀਂ ਯਾਰ ਵੀ ਹੋਈ ਗਿਆ ਵੀ ਹੁਣ ਅਸੀਂ ਇੰਡੀਆ ਵਾਸਤੇ ਬਥੇਰਾ ਪਛਤਾਈ ਜਾਂਦੇ। ਕਈ ਚੀਜ਼ਾਂ ਜਿਹੜੀਆਂ ਅਸੀਂ ਉੱਥੇ ਬਹੁਤ ਸਮਾਂ ਪਹਿਲਾਂ ਰੋਕ ਸਕਦੇ ਸੀ, ਪਰ ਅਸੀਂ ਆਪਦੇ ਕੰਮਾਂ 'ਚ ਲੱਗੇ ਰਹੇ ਵੀ ਚੱਲ ਕੀ ਲੈਣਾ ਯਾਰ। ਇਸੇ ਕਰਕੇ ਨਹੀਂ ਸਤਨਾਮ ਸਿੰਘ ਕੋਈ ਧੜਾ ਨਹੀਂ, ਕੋਈ ਨਹੀਂ ਆਪਣਾ ਕੋਈ ਗਰੁੱਪਬਾਜ਼ੀ ਨਹੀਂ, ਬਿਲਕੁਲ ਹੀ ਸੰਵਿਧਾਨ ਫਾਲੋ ਹੋਣਾ ਚਾਹੀਦਾ। ਪਹਿਲਾਂ ਤਾਂ ਰੌਲਾ ਇਹ ਆ ਬਸ, ਹੋਰ ਕੁਛ ਨਹੀਂ ਜੀ ਵੀ ਆਪਦੀ ਮਨ ਮਰਜ਼ੀਆਂ ਨਹੀਂ। ਧੱਕਾ ਨਹੀਂ ਕਰ ਸਕਦੇ ਤੁਸੀਂ ਸੰਗਤ ਨਾਲ ਤੇ ਗੁਰੂ ਘਰ 'ਚ ਧੱਕਾ ਨਹੀਂ ਕਰ ਸਕਦੇ। ਬਹੁਤ ਮਿਹਨਤਾਂ ਨਾਲ ਬਣਾਏ ਆ ਗੁਰੂ ਘਰ, ਵੀ ਗੁਰੂ ਘਰ ਵਾਂਗ ਹੀ ਚੱਲਣੇ ਚਾਹੀਦੇ ਜੀ। ਇਹ ਬਿਲਕੁਲ ਇੰਨੀ ਬੇਨਤੀ ਕਰਨੀ ਜੀ ਸੰਗਤਾਂ ਨੂੰ ਜੀ। ਇਸੇ ਕਰਕੇ ਤੁਹਾਨੂੰ ਸੱਦਿਆ ਸੰਗਤਾਂ ਨੂੰ ਵੀ ਭਾਈ ਆ ਕੇ ਆਪ ਤੁਸੀਂ ਪਹਿਰਾ ਦੇਵੋ ਇਹਨਾਂ ਚੀਜ਼ਾਂ ਤੇ। ਕਿਸੇ ਨਾ ਸਤਨਾਮ ਤੇ ਛੱਡੋ, ਨਾ ਕਿਸੇ ਹੈਪੀ ਤੇ ਛੱਡੋ, ਕਿਸੇ ਇਕੱਲੇ ਕਹਿ ਰਹੇ ਤੇ ਛੱਡਣ ਦੀ ਲੋੜ ਨਹੀਂ। ਤੁਸੀਂ ਆਪ ਆ ਕੇ ਸਾਂਭੋ ਗੁਰੂ ਘਰ ਜੀ। ਬਿਲਕੁਲ ਠੀਕ ਹੈ, ਇਹੀ ਬੇਨਤੀ ਕਰਨੀ ਜੀ। ਧੰਨਵਾਦ। ਕਿੰਨੇ ਵਜੇ ਇਕੱਠ ਹੈ ਜੀ ਇਹ? ਇਹ ਹੈਗਾ ਜੀ 2 ਵਜੇ ਐਤਵਾਰ ਨੂੰ ਆਪਣੇ ਹੈਰੀਟੇਜ ਗੁਰੂ ਘਰ। ਓਕੇ ਜੀ, ਸੰਗਤਾਂ ਦਾ ਆਪਦਾ ਇਕੱਠ ਹੈ, ਇਹ 'ਚ ਕੋਈ ਮੋਹਰੀ ਨਹੀਂ, ਸਾਰੀ ਸੰਗਤ ਦਾ ਇਕੱਠ ਹੈ ਜੀ ਇਹ। ਥੈਂਕ ਯੂ ਬਾਈ। ਕਾਲਰ ਕਈ ਨੇ ਜੀ, ਮੇਰੇ ਕੋਲ ਸਮਾਂ ਘੱਟ ਹੈ, ਸਿਰਫ ਇੱਕ ਮਿੰਟ ਮੈਂ ਦੇ ਸਕਦਾ। ਸਰ ਜਸਕਰਨ ਸਿੰਘ ਜੀ, ਤੁਸੀਂ ਏਅਰ ਤੇ ਹੋ। ਗਿੱਲ ਸਾਹਿਬ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਾਰਿਆਂ ਤੋਂ ਪਹਿਲਾਂ ਤਾਂ ਘੱਲੂ ਘਰ ਦੇ ਸਾਰੇ ਸਮੂਹ ਸ਼ਹੀਦਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਜੀ, ਕਿਉਂਕਿ ਉਹ ਵੀਕ ਚੱਲਦੀ ਆ ਜੀ। ਨੰਬਰ 2 ਤੇ ਮੈਂ ਤਾਂ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਜੀ, ਸਾਡੀ ਇਹ ਸਾਰਿਆਂ ਦੀ ਕਲੈਕਟਿਵਲੀ ਜ਼ਿੰਮੇਵਾਰੀ ਆ। ਜੇ ਕੋਈ ਸਿਸਟਮ ਦੇ ਵਿੱਚ ਸਾਨੂੰ ਕਰੈਕਸ਼ਨ ਲੱਗਦੀ ਆ ਤਾਂ ਉਹਨੂੰ ਕਰੈਕਟ ਕਰੀਏ, ਜਿਹੜਾ ਕੋਈ ਇਨਕਰੈਕਟ ਆ। ਇੱਕ ਐਗਜ਼ਾਮਪਲ ਮੈਂ ਦੇਣੀ ਚਾਹੁੰਦਾ ਕੁਇਕ ਦੇ ਨਾਲ ਫਿਨਿਸ਼ ਜੀ। ਜਿਹੜਾ ਅੱਜ ਰੌਲਾ ਪੈਂਦਾ ਵੀ ਪੰਜਾਬ ਦਾ ਪਾਣੀ ਮੁੱਕ ਗਿਆ, ਜੇ ਕਿਤੇ 20 ਸਾਲ ਪਹਿਲਾਂ ਅਸੀਂ ਨੋਟਿਸ ਲਿਆ ਹੁੰਦਾ ਤਾਂ ਅੱਜ ਇੱਥੇ ਅਸੀਂ ਹੋਣਾ ਨਹੀਂ। ਠੀਕ ਹੈ ਜੀ।
ਇਸੇ ਤਰ੍ਹਾਂ ਹੀ ਜੇ ਅਸੀਂ ਅੱਜ ਇਹ ਕਰੈਕਟ ਨਾ ਕੀਤਾ, ਅਸੀਂ ਇਹ ਲਾ ਐਂਡ ਆਰਡਰ ਜਾਂ ਸੰਵਿਧਾਨ ਉਹਨੂੰ ਨਾ ਫੋਲੋ ਕੀਤਾ, ਆਉਣ ਵਾਲੇ 20 ਸਾਲਾਂ ਨੂੰ ਸਾਡੇ ਜਵਾਕ ਸਾਡੇ ਤੋਂ ਪੁੱਛਣਗੇ ਵੀ ਤੁਸੀਂ ਉਦੋਂ ਕਿਉਂ ਨਹੀਂ ਐਕਸ਼ਨ ਲਏ, ਹੁਣ ਤਾਂ ਇੰਨਾ ਡੈਮੇਜ ਹੋ ਗਿਆ, ਲੈਟ ਦਾ ਸਿਸਟਮ ਡਾਈ। ਇਹ ਪੋਜੀਸ਼ਨ ਤੇ ਅਸੀਂ ਪਹੁੰਚਣਾ ਨਹੀਂ ਚਾਹੁੰਦੇ। ਇਸ ਕਰਕੇ ਅਸੀਂ ਕਹਿੰਦੇ ਵੀ ਜਿਹੜਾ ਹੀ ਇਹ ਕਰੈਕਸ਼ਨ ਆ ਇਹਨੂੰ ਆਪਾਂ ਕਰੀਏ ਕਰੈਕਟ। ਇਨਕਰੈਕਟ ਸਿਸਟਮ ਨੂੰ ਕੋਈ ਇਹਦੇ 'ਚ ਕਿਸੇ ਦੀ ਖਿੱਚਾ ਤੂਹੀ ਨਹੀਂ, ਕੁਛ ਨਹੀਂ, ਸਾਰਿਆਂ ਨੂੰ ਰਲ ਕੇ ਉੱਥੇ ਜੋ ਸੰਵਿਧਾਨ ਆ ਉਹਨੂੰ ਫਾਲੋ ਕਰਨਾ। ਅਸੀਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਜੀ, ਸਮੂਹ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਐਤਵਾਰ ਨੂੰ 2 ਵਜੇ ਗੁਰੂ ਘਰ ਹੈਰੀਟੇਜ ਪਹੁੰਚੋ। ਸਮੂਹ ਸੰਗਤਾਂ, ਸਾਰੀਆਂ ਸੰਗਤਾਂ, ਕੋਈ ਮੈਂਬਰਸ਼ਿਪ, ਜਨਰਲ ਮੈਂਬਰਸ਼ਿਪ, ਵੋਟਿੰਗ ਮੈਂਬਰਸ਼ਿਪ, ਉੱਥੇ ਬਹਿ ਕੇ ਜੋ ਫੈਸਲਾ ਹੋਊ। ਠੀਕ ਹੈ ਜੀ, ਤੁਹਾਡਾ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸਰਦਾਰ ਗੁਰਦੀਪ ਸਿੰਘ ਬਰਾੜ। ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸਤਿ ਸ਼੍ਰੀ ਅਕਾਲ। ਹੈ ਤਾਂ ਇੱਥੇ ਜੀ, ਮੈਂ ਥੋੜਾ ਟਾਈਮ ਥੋੜਾ ਕਰਕੇ ਮੈਂ ਜਲਦੀ ਬੋਲੂੰਗਾ ਜੀ, ਤੇ ਗੱਲ ਮੇਰੀ ਲੰਮੀ ਹੈ ਥੋੜੀ ਜੀ। ਹੈ ਤਾਂ ਇੱਥੇ ਇਹੀ ਹਾਲ, ਇਸੇ ਕਰਕੇ ਉੱਥੇ ਸੰਗਤ ਘਟ ਜਾਂਦੀ ਹੈ। ਗੁਰਦੁਆਰਾ ਬਹੁਤ ਵਧੀਆ ਹੈ, ਪਰ ਸੰਗਤ ਇਸੇ ਕਾਰਨ ਇਹਨਾਂ ਗੱਲਾਂ ਕਰਕੇ ਘਟ ਜਾਂਦੀ। ਮੈਂ ਨਵਾਂ ਜਿਹਾ ਆਇਆ, ਥੋੜਾ ਚਿਰ ਹੀ ਹੋਇਆ ਇਹਨੂੰ, ਤੇ ਮੈਂ ਉਦੋਂ ਬਾਅਦ ਆ ਕੇ ਮੈਂ PR ਹੋਏ ਨੂੰ 8 ਕੁ ਮਹੀਨੇ ਹੋਇਆ ਜੀ, 9 ਕੁ। ਅੱਛਾ ਜੀ। ਤੇ ਮੈਂ ਅਖੰਡ ਪਾਠ ਕਰਾਉਣਾ ਸੀਗਾ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ, ਤੇ ਚਲੋ ਅਸੀਂ ਗੁਰਦੁਆਰਾ ਕਲਗੀਧਰ ਸਾਹਿਬ ਅਖੰਡ ਪਾਠ ਕਰਾਇਆ। ਹਾਲ ਉੱਥੇ ਵੀ ਇਹੀ ਹੈ। ਤੇ ਜਦੋਂ ਅਖੰਡ ਪਾਠ ਕਰਾਉਣਾ ਚਾਹਿਆ ਤਾਂ ਉਹ ਕਹਿੰਦੇ ਜੀ ਤੁਸੀਂ ਪੈਸੇ 'ਚ ਪਰਚੀ ਕਟਾ ਦਿਓ ਤੇ ਵਸਤਾਂ ਅਸੀਂ ਆਪੇ ਗੁਰਦੁਆਰਾ ਸਾਹਿਬ ਚੋਂ ਹੀ ਵਰਤਾਂਗੇ। ਅੱਛਾ। ਅਸੀਂ ਆਖਿਆ ਅਸੀਂ ਤਾਂ ਸ਼ਰਧਾ ਨਾ ਕਰਨਾ, ਅਸੀਂ ਗੁਰੂ ਘਰ ਦੀ ਸੇਵਾ ਕਰਨੀ, ਇਹ ਲੋਕਾਂ ਦਾ ਚੜਾਵਾ ਨਹੀਂ ਵਰਤਣਾ। ਤੁਸੀਂ ਜੋ ਵਰਤਣਾ ਵਿੱਚ ਵਰਤਾ ਦਿਓ, ਜੇ ਕਿਸੇ ਦੀ ਸ਼ਰਧਾ ਤਾਂ ਅਸੀਂ ਜਿਹੜੀ ਚੀਜ਼ ਵਰਤਣੀ ਆਪਦਾ ਸਿੱਧਾ ਆਪ ਲਿਆ ਕੇ ਵਰਤਣਾ ਹੈਗਾ। ਚਲੋ ਜੀ, ਉਸ ਗੱਲ ਤੇ ਉਹ ਥੋੜਾ ਜਿਹਾ ਥੋੜਾ ਬਹੁਤਾ ਤਾਂ ਉਹਨਾਂ ਨੇ ਕੀਤਾ, ਤੇ ਪਰ ਅਸੀਂ ਅੜ ਗਏ ਸੀ ਕਿ ਕਰਨਾ ਵੀ ਲਾਜ਼ਮੀ ਹੈ ਤੇ ਕਰਨਾ ਵੀ ਅਸੀਂ ਆਪਦਾ ਹੀ ਹੈ। ਉੱਥੇ ਤਾਂ ਗੱਲ ਮੰਨ ਗਏ, ਚੱਲ ਗਈ। ਚਲੋ ਮੁੜ ਕੇ ਤੇ ਅਸੀਂ ਅਖੰਡ ਪਾਠ ਸਾਹਿਬ ਦਾ ਕਰਾਇਆ ਸੀਗਾ, ਮੌਕੇ ਦਿਨ ਦੇ ਦਿਨ 1 ਦਿਨ ਪਹਿਲਾਂ ਕਿ ਜਿੱਦੇ ਕੱਲ ਨੂੰ ਪ੍ਰਕਾਸ਼ ਹੋਣਾ, ਅੱਜ ਸਾਨੂੰ ਦਿਨੇ ਫੋਨ ਆ ਗਿਆ ਵੀ ਪ੍ਰੋਬਲਮ ਆ ਗਈ ਕੋਈ ਨਾ ਕੋਈ, ਤੇ ਤੁਸੀਂ ਨਾ ਸਹਿਜ ਪਾਠ ਪ੍ਰਕਾਸ਼ ਕਰਾ ਲਓ। ਅੱਛਾ। ਹਾਂ, ਅਖੰਡ ਪਾਠ ਸਾਹਿਬ ਦਾ ਨਾ ਥੋੜਾ ਜਿਹਾ ਤੁਸੀਂ ਆਏ ਆ ਜਿਵੇਂ ਬਹਾਨੇਬਾਜੀ, ਪਾਠੀ ਤੋਂ ਫੋਨ ਕਰਵਾਤਾ ਜੀ। ਅਸੀਂ ਇਹ ਵੀ ਅੜ ਗਏ ਸੀ, ਆਖਿਆ ਵੀ ਬੇਸ਼ੱਕ ਸਾਡਾ ਪਾਠ ਤੁਸੀਂ ਪ੍ਰਕਾਸ਼ ਕਰੋ ਜਾਂ ਨਾ ਕਰੋ, ਪਰ ਇੱਥੇ ਅਸੀਂ ਠੀਕ ਆ ਵੀ ਨਵੇਂ ਆਏ ਆ, ਪਰ ਰੌਲਾ ਇੰਨਾ ਕੁ ਪਊਗਾ ਇੱਥੇ ਵੀ ਜੋ ਮਰਜ਼ੀ ਹੋ ਜਾ, ਸਾਡੀ ਸ਼ਰਧਾ ਗੁਰੂ ਘਰੇ। ਤੇ ਚਲੋ ਫਿਰ ਵੀ ਸਾਡਾ ਪਾਠ ਵੀ ਪ੍ਰਕਾਸ਼ ਕਰਦਾ। ਪਾਠ ਪ੍ਰਕਾਸ਼ ਕਰਨ ਤੋਂ ਬਾਅਦ ਉੱਥੇ ਜੀ ਜਿਹੜੇ ਪਾਠ ਕਰਨ ਵਾਲੀਆਂ ਬੀਬੀਆਂ ਉੱਥੇ ਰੌਲਾ ਲਾਉਂਦੀਆਂ ਨੇ। ਪਹਿਲੀ ਗੱਲ ਤਾਂ ਉਹ ਮੈਨੂੰ ਲੱਗਦਾ ਵੀ ਨਹਾ ਕੇ ਨਹੀਂ ਆਉਂਦੀਆਂ। ਆਪਾਂ ਵੇਖਿਆ ਨਹੀਂ, ਹੋ ਸਕਦਾ ਇਸ਼ਨਾਨ ਕਰਕੇ, ਪਰ ਜੇ ਇਸ਼ਨਾਨ ਕਰਕੇ ਉਹਨਾਂ ਦੇ ਕੱਪੜੇ ਸੇਮ ਹੀ ਪਾਏ ਹੁੰਦੇ ਉਹਨਾਂ ਦੇ। ਚਲੋ ਇਹ ਗੱਲ ਹੋਰ ਇੱਕ ਦਿਨ ਕਰਾਂਗੇ ਬਰਾੜ ਸਾਹਿਬ, ਆਪਣੇ ਕੋਲ ਸਮਾਂ ਘੱਟ ਹੈ। ਪਰ ਮੈਨੂੰ ਇਹ ਸਮਝ ਨਹੀਂ ਲੱਗਦੀ, ਗਰੁੱਪਾਂ ਦੇ ਵਿੱਚ ਮੇਰੇ ਯਾਦ ਹੈ ਇੱਕ ਇਲੈਕਸ਼ਨ ਦੇ ਵਿੱਚ ਮੈਂ ਹੀ ਰੇਡੀਓ ਦੇ ਵਿੱਚ ਸੀ, ਤੇ ਹੈਪੀ ਗਿੱਲ ਉਹਨਾਂ ਨੂੰ ਇੱਕ ਗਰੁੱਪ ਜਿਹੜਾ ਆਪੋਜੀਸ਼ਨ ਵਾਲਾ, ਉਹ ਕਹਿੰਦੇ ਇਹਨਾਂ ਨੂੰ ਕੱਢ ਦਿਓ। ਅਤੇ ਆਹ ਗਰੁੱਪ ਜਿਹੜਾ ਜਿਨ੍ਹਾਂ ਦੇ ਵਿੱਚ ਸੀ ਹੈਪੀ ਗਿੱਲ ਹੋਣੀ, ਬਾਈ ਜਸਕਰਨ ਹੋਣੀ, ਸਤਨਾਮ ਹੋਣੀ, ਇਹ ਕਹਿੰਦੇ ਨਾ ਸਾਡਾ ਇਹ ਬੰਦਾ ਅਸੀਂ ਨਾਲ ਰੱਖਣਾ, ਇਹ ਆਪਣੇ ਨਾਲ ਖੜੇ ਨੇ ਉਹ ਠੋਕ ਕੇ। ਹੁਣ ਅਸੀਂ 2 ਥਾਂ 'ਤੇ ਉਹੀ ਗਰੁੱਪ ਫੇਰ ਹੋਇਆ ਪਿਆ। ਇਸ ਤਰ੍ਹਾਂ ਨਾ ਕਰੀਏ। ਸਰਦਾਰ ਬਰਾੜ ਦੀ ਗੱਲ ਜਿਹੜੀ ਹੈ ਇਹ ਜਿਹੜੀ ਠੀਕ ਹੋਣੀ ਚਾਹੀਦੀ ਆ। ਬਾਦ ਸਾਹਿਬ, ਹੈਲੋ। ਹਾਂਜੀ ਹਾਂਜੀ ਜੀ ਬਾਦ ਸਾਹਿਬ। ਐਨੀਵੇਜ਼, ਮੈਂ ਹੋਰ ਇਸ 'ਤੇ ਗੱਲ ਨਹੀਂ ਕਰ ਸਕਦਾ ਜੀ। ਮੈਨੂੰ ਪਤਾ ਇਹ ਸੰਵੇਦਨਸ਼ੀਲ ਮਸਲਾ ਹੈ ਅਤੇ ਸਾਰੇ ਗੱਲਬਾਤ ਕਰਨੀ ਚਾਹੁੰਦੇ ਨੇ, ਅਤੇ ਪਰ ਮੇਰਾ ਇਹ ਵਿਸ਼ਾ ਨਹੀਂ ਸੀ। ਇਹਨਾਂ ਨੇ ਇਸ ਦੇ ਬਾਰੇ ਕਮੇਟੀ ਨੇ ਗੱਲ ਕਰਨੀ ਚਾਹੀ, ਅਤੇ ਉਦੋਂ ਨਾਲ ਹੀ ਹੈਪੀ ਗਿੱਲ ਉਹਨਾਂ ਨੂੰ ਵੀ ਮੈਂ ਫੋਨ ਕੀਤਾ ਵੀ ਤੁਸੀਂ ਵੀ ਆ ਕੇ ਆਪਣੀ ਤਰਫ 'ਤੇ ਗੱਲ ਦੱਸ ਦਿਓ। ਉਹ ਕਹਿੰਦੇ ਮੇਰਾ ਗੱਲ ਠੀਕ ਨਹੀਂ, ਸਰਜਰੀ ਹੋਈ ਆ, ਮੈਂ ਨਹੀਂ ਆ ਸਕਦਾ। ਅਤੇ ਉਹ ਕਹਿੰਦੇ ਕੋਈ ਉੱਥੇ ਇਲੈਕਸ਼ਨ ਹੈ ਨਹੀਂ। ਮੈਂ ਕਿਹਾ ਜੀ ਇਲੈਕਸ਼ਨ ਨਹੀਂ, ਜਿਹੜੀ ਸਰਬਸੰਮਤੀ ਹੋਈ ਆ ਉਹਦੇ ਬਾਰੇ ਆਪੋਜੀਸ਼ਨ ਗੱਲ ਕਰਨੀ ਚਾਹੁੰਦੀ ਆ ਬਈ ਇਹ ਠੀਕ ਨਹੀਂ। ਸੋ ਅਸੀਂ ਇਸ ਨੂੰ ਰਲ ਕੇ ਨਿਬੇੜੀਏ ਜੀ। ਸਾਰਿਆਂ ਨੂੰ ਮੈਂ ਬੇਨਤੀ ਕਰਦਾ ਇੱਕ ਵਾਰ ਫੇਰ, ਗ੍ਰੇਟ ਕੈਨੇਡੀਅਨ ਆਇਲ ਚੇਂਜ 604 590 25 80 64 80 ਕਿੰਗ ਜਾਰਜ ਬੁਲੇਵਰਡ। ਇੱਥੇ ਤੁਸੀਂ ਗੱਡੀਆਂ ਦੇ ਤੇਲ ਚੇਂਜ ਕਰਾ ਸਕਦੇ ਹੋ। 20 ਮਿੰਟ ਲੱਗਦੇ ਨੇ। ਵੈਲਵੋ ਲਾਈਨ ਦਾ ਪ੍ਰੀਮੀਅਮ ਆਇਲ ਵਰਤਦੇ ਆ ਇਹ ਇੰਜਨ ਆਇਲ। ਗ੍ਰੇਟ ਕੈਨੇਡੀਅਨ ਆਇਲ ਚੇਂਜ 604 590 25 80। ਗਗਨ ਸਿੰਘ 604 349 1313 604 349 1313। ਤੁਸੀਂ ਕੋਈ ਵੀ ਜਿਹੜਾ ਪੈਸੇ ਪੰਜਾਬ ਨੂੰ ਭੇਜਣੇ, ਡਾਲਰਾਂ ਦਾ ਰੇਟ ਵਧੀਆ, ਰੁਪਈਆਂ ਦੇ ਡਾਲਰ, ਦਾਅਵਾ ਤੇ ਵਾਅਦਾ ਪੱਕਾ। 604 349 1313। ਜੈਰੀ ਬਰਾੜ 604 762 8899 ਬੈਸਟ ਡੀਲ ਔਨ ਬੈਸਟ ਰੇਟਸ। ਜੈਰੀ ਬਰਾੜ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਕੰਸਟਰਕਸ਼ਨ ਮਾਰਗੇਜ। ਜੈਰੀ ਬਰਾੜ ਦੇ ਨਾਲ ਗੱਲਬਾਤ ਕਰਿਓ। ਅਤੇ
ਉਸ ਤੋਂ ਬਾਅਦ ਫ੍ਰੀ ਵੇ ਮਾਜ਼ਦਾ 104 ਤੇ 154 ਤੇ ਤੁਸੀਂ ਗੱਡੀਆਂ ਉੱਥੋਂ ਲੈਣੀਆਂ ਨੇ। ਫ੍ਰੀ ਵੇ ਮਾਜ਼ਦਾ ਨੂੰ ਯਾਦ ਰੱਖਿਓ। ਲਓ ਜੀ, ਸੋਮਵਾਰ ਨੂੰ ਸਵੇਰੇ 10 ਵਜੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ। ਰੱਬ ਰੱਖ।